फिर से आजादी, भुखमरी से आजादी, तो तंगवाद से आजादी, तो सामंतवाद से आजादी, तो पूंजीवाद से आजादी, तो ब्राह्मणवाद से आजादी, तो मनुवाद से आजादी, हम लेके रहेंगे आजादी, तो तंगवाद से आजादी, तो सामंतवाद से आजादी। और सचमुच का लोकतंत्र, सचमुच की आजादी, सबकी आजादी देश में हमको स्थापित करनी है। और वो आजादी आएगी, संविधान से आएगी, पार्लियामेंट से आएगी, लोकतंत्र से आएगी और संसद से आएगी, ये हम कहना चाहते हैं। और इसीलिए आप तमाम साथियों से अपील है कि तमाम तरीके का डिफरेंसेस रखते हुए जो हमारा फ्रीडम ऑफ एक्सप्रेशन है, जो हमारा कॉन्स्टिट्यूशन है, जो हमारा मुल्क है, उसकी एकता के लिए हम लोग एकजुट रहेंगे, एक मुस्त रहेंगे। और ये जो देश तोड़ने वाली ताकतें हैं, आतंकियों को पनाह देने वाले जो लोग हैं, एक सवाल, अंतिम सवाल पूछते हुए मैं अपनी बात को खत्म करूंगा कि कौन है कसाब, कौन है अफजल गुरु, कौन है ये लोग जो आज इस स्थिति में हैं कि अपने शरीर में बम बांधकर हत्या करने को तैयार है। अगर यह सवाल यूनिवर्सिटी में नहीं उठेगा, मुझे नहीं लगता कि यूनिवर्सिटी होने का कोई मतलब है। अगर हम वायलेंस को डिफाइन नहीं करेंगे, कैसे आप वायलेंस को देखते हैं? वायलेंस सिर्फ यही नहीं होता है कि हम बंदूक लेकर किसी को मार दें। वायलेंस यह भी होता है कि संविधान में जो दलितों को अधिकार दिया गया है, वो अधिकार जेएनयू प्रशासन देने से मना करता है। या इंस्टीट्यूशनल वायलेंस है। अगली खबर देख रहे सारे दर्शकों को मेरे हर्फ में तो लो प्यार भरी सत श्री अकाल। ਅੱਜ ਮੇਰਾ ਸਾਥ ਦੇਣ ਜਾ ਰਹੇ ਨੇ ਟੋਰਾਂਟੋ ਤੋਂ ਕੁਲਵੀਰ ਜੀ ਤੁਹਾਡਾ ਸ਼ੋਅ ਦੇ ਵਿੱਚ ਸਵਾਗਤ ਹੈ। ਧੰਨਵਾਦ ਹਰਪ੍ਰੀਤ ਜੀ। ਨਾਲ ਹੀ ਇੰਡੀਆ ਤੋਂ ਸਾਡੇ ਨਾਲ ਜੁੜ ਰਹੇ ਨੇ ਦਿਲਰਾਜ ਜੀ ਅਤੇ ਸਰਦੀਪ ਜੀ। ਦਿਲਰਾਜ ਜੀ, ਸਰਦੀਪ ਜੀ, ਤੁਹਾਡੇ ਦੋਵਾਂ ਦਾ ਸ਼ੋਅ ਵਿੱਚ ਸਵਾਗਤ ਹੈ। ਧੰਨਵਾਦ ਜੀ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਾਂਗੇ ਅਸੀਂ ਇੰਡੀਆ ਤੋਂ, ਦਿੱਲੀ ਤੋਂ, ਜਿੱਥੇ ਕਿ ਥੋੜੇ ਦਿਨਾਂ ਤੋਂ JNU ਦਾ ਸਿਲਸਿਲਾ ਕਾਫੀ ਭਖਿਆ ਹੋਇਆ ਵਾ। ਤੁਸੀਂ ਸਾਰਿਆਂ ਨੇ ਸੁਣ ਹੀ ਲਿਆ ਹੋਣਾ ਕਿ JNU ਦੇ ਪ੍ਰੈਜ਼ੀਡੈਂਟ ਉੱਤੇ ਦੇਸ਼ ਦਰੋਹੀ ਦੇ ਚਾਰਜ ਲਾਏ ਗਏ ਨੇ ਤੇ ਉਹਨਾਂ ਨੂੰ ਹੁਣ ਪੁਲਿਸ ਹਿਰਾਸਤ ਵਿੱਚ ਇਸ ਟਾਈਮ ਹੈ। ਕੱਲ ਦੀ ਜੋ ਤਾਜ਼ਾ ਖਬਰ ਸੀ ਕਿ ਅੱਜ ਜੋ ਅਗਲਾ ਆਉਣ ਵਾਲਾ ਦਿਨ ਹੈ ਇੰਡੀਆ 'ਚ ਜਿਹੜੀ ਸਵੇਰ ਚੜ ਚੁੱਕੀ ਹੈ, ਅੱਜ ਉਹਨਾਂ ਦੀ ਸੁਪਰੀਮ ਕੋਰਟ 'ਚ ਉਹਨਾਂ ਦੀ ਜ਼ਮਾਨਤ ਯਾਚੀਕਾ ਦੀ ਸੁਣਵਾਈ ਹੋਊਗੀ। ਅੱਜ ਦੀ ਸਾਰੀ ਗੱਲਬਾਤ ਦਾ ਸਿਲਸਿਲਾ ਜਿੱਦਾਂ ਤੁਸੀਂ ਦੋ ਵੀਡੀਓ ਪਹਿਲਾਂ ਦੇਖ ਚੁੱਕੇ ਹੋ, ਉਹ ਸੈਡੀਸ਼ਨ ਚਾਰਜ ਉੱਤੇ, ਦੇਸ਼ ਦਰੋਹ ਦੇ ਚਾਰਜ ਉੱਤੇ ਹੀ ਰਹੂਗਾ। ਮੈਂ ਇੱਥੇ ਦਰਸ਼ਕਾਂ ਨੂੰ JNU ਦੀ ਜੋ ਪ੍ਰੈਜ਼ੀਡੈਂਟ ਤੇ ਚਾਰਜ ਲਾਏ ਗਏ ਆ ਉਹਦੇ ਥੋੜੀ ਜਿਹੀ ਮੈਂ ਜਾਣਕਾਰੀ ਦੇ ਦੇਣਾ ਚਾਹੁੰਦਾ ਵਾਂ। ਸਭ ਤੋਂ ਪਹਿਲਾਂ ਜੀ ਨਿਊਜ਼ ਨੇ ਇੱਕ ਵੀਡੀਓ ਜਾਰੀ ਕੀਤਾ ਸੀ, ਜਿਸ ਵੀਡੀਓ ਵਿੱਚ ਜੋ ਰੀਅਲ ਵੀਡੀਓ ਆ, ਜੋ ਅਸੀਂ ਸ਼ੋਅ ਤੋਂ ਪਹਿਲਾਂ ਵਿਖਾਇਆ ਸੀ, ਉਸ ਵੀਡੀਓ ਨੂੰ ਤੋੜ ਮੋੜ ਕੇ ਵਿਖਾਇਆ ਗਿਆ ਸੀ। ਉਸ ਵੀਡੀਓ ਦੇ ਰਿਲੀਜ਼ ਹੋਣ ਤੋਂ ਬਾਅਦ ਦਿੱਲੀ ਪੁਲਿਸ ਨੇ ਬਿਨਾਂ ਇਸ ਵੀਡੀਓ ਦੀ ਜਾਂਚ ਪਰਤ ਕੀਤੇ ਹੋਏ ਇੱਕ ਕੇਸ ਰਜਿਸਟਰ ਕੀਤਾ, ਜਿਸ ਕੇਸ ਵਿੱਚ JNU ਦੇ ਪ੍ਰੈਜ਼ੀਡੈਂਟ ਕਨਈਆ ਕੁਮਾਰ ਦੇ ਉੱਤੇ ਦੇਸ਼ ਦਰੋਹ ਦੇ ਚਾਰਜ ਲਾਏ ਗਏ। ਕਾਫੀ ਕੁਐਸਚਨ ਉੱਠਦੇ ਨੇ, ਜੇ ਦਿੱਲੀ ਪੁਲਿਸ ਕੋਲ ਜਿੱਕੇ ਵੀ ਨਿਊਜ਼ ਚੈਨਲ ਤੇ ਏਦਾਂ ਦਾ ਵੀਡੀਓ ਚਲਾਇਆ ਗਿਆ ਸੀ, ਦਿੱਲੀ ਪੁਲਿਸ ਦਾ ਫਰਜ਼ ਬਣਦਾ ਸੀ ਉਸ ਵੀਡੀਓ ਦੀ ਬਰੀਕੀ ਤੱਕ ਜਾਣਨਾ, ਜਾਂਚ ਪੜਤਾਲ ਕਰਨਾ ਕਿ ਇਹ ਵੀਡੀਓ ਸਹੀ ਹੈ ਕਿ ਨਹੀਂ ਹੈ। ਪਰ ਕਿਤੇ ਨਾ ਕਿਤੇ BJP ਗਵਰਨਮੈਂਟ ਤੇ RSS ਦੇ ਪ੍ਰਭਾਵ ਥੱਲੇ ਦਿੱਲੀ ਪੁਲਿਸ ਨੇ ਛੇਤੀ ਸਟੈਪ ਲਿਆ ਤੇ ਕਨਈਆ ਕੁਮਾਰ ਜੀ ਨੂੰ ਦੇ ਉੱਤੇ ਸੈਡੀਸ਼ਨ ਦੇ ਚਾਰजेस ਲਾਏ। ਇੱਥੇ ਮੈਂ ਦਰਸ਼ਕਾਂ ਨੂੰ ਇਹ ਵੀ ਜ਼ਰੂਰ ਦੱਸ ਦੇਣਾ ਚਾਹੁੰਦਾ, ਕਨਈਆ ਕੁਮਾਰ ਜੀ ਨੇ JNU ਦੀ ਇਲੈਕਸ਼ਨ ਵਿੱਚ BJP ਜਾਂ RSS ਦੇ ਇੱਕ ਭਾਈਵਾਲ ਪਾਰਟੀ ਜਿਹੜੀ ABVP ਅਖਿਲ ਭਾਰਤੀ ਵਿਦਿਆ ਪਰਿਸ਼ਦ ਦੇ ਉਮੀਦਵਾਰ ਨੂੰ ਹਰਾਇਆ ਸੀ। जो कन्हैया कुमार जी ने लेफ्ट विंग या खब्बे पक्षी सोच रखने वाले ने, इन्हां दी विचार जो BJP या फिर ABVP नाल बिल्कुल नहीं मिलते। इन्हां दे ही चलदे होए जो देश द्रोही पाकिस्तान जिंदाबाद नारेबाजी की गल की गई। एक 21 मिनट की स्पीच, एक 21 मिनट का वीडियो अज रिलीज किया गया वा दिल्ली यूनिवर्सिटी जवाहरलाल नेहरू यूनिवर्सिटी के
ਮੁੰਡੇ ਕੁੜੀਆਂ ਦੁਆਰਾ, ਜਿਹਦੇ ਵਿੱਚ ਉਹ ਰੀਅਲ ਸਪੀਚ ਆ ਜੋ ਕਨ੍ਹਈਆ ਕੁਮਾਰ ਜੀ ਨੇ ਦਿੱਤੀ ਆ। ਅਸੀਂ ਆਪਣੇ ਫੇਸਬੁੱਕ ਤੇ ਵੀ ਸ਼ੇਅਰ ਕੀਤੀ ਆ ਤੇ ਅਸੀਂ ਪੱਖ ਦੀਆਂ ਖਬਰਾਂ ਤੋਂ ਬਾਅਦ ਤੁਹਾਨੂੰ ਪੂਰੀ ਸਪੀਚ ਸੁਣਾਵਾਂਗੇ। ਮੈਂ ਦਰਸ਼ਕਾਂ ਸਾਹਮਣੇ ਜ਼ਰੂਰ ਬੇਨਤੀ ਕਰੂੰਗਾ ਸਾਰੀ ਸਪੀਚ ਜ਼ਰੂਰ ਸੁਣਨਾ, ਤੁਹਾਨੂੰ ਇਹ ਪਤਾ ਲੱਗ ਜਾਊਗਾ ਕਿ ਦੇਸ਼ ਦਰੋਹੀ ਕਨ੍ਹਈਆ ਕੁਮਾਰ ਆ ਜਾਂ ਉਹ ਲੋਕ ਦੇਸ਼ ਦਰੋਹੀ ਨੇ ਜਿਹੜੇ ਕਿ ਇੱਕ ਵਧੀਆ ਸੋਚ ਵਾਲੇ ਨੌਜਵਾਨ ਨੂੰ, ਇੱਕ ਐਸੀ ਸੋਚ ਵਾਲੇ ਨੌਜਵਾਨ ਨੂੰ ਜੋ ਪੂੰਜੀਵਾਦ ਦੇ ਖਿਲਾਫ ਗੱਲਾਂ ਕਰ ਰਿਹਾ, ਜੋ ਜਾਤੀਵਾਦ ਦੇ ਖਿਲਾਫ ਗੱਲਾਂ ਕਰ ਰਿਹਾ ਵਾ, ਉਹਨੂੰ ਝੂਠੇ ਚਾਰਜ ਲਾ ਕੇ ਜੇਲ੍ਹ ਵਿੱਚ ਸੁੱਟਦੇ ਨੇ। ਸਭ ਤੋਂ ਪਹਿਲਾਂ ਗੱਲਬਾਤ ਸ਼ੁਰੂ ਕਰੂੰਗਾ ਕੁਲਵੀਰ ਜੀ ਤੋਂ। ਕੁਲਵੀਰ ਜੀ, ਇੱਕ ਵਾਰ ਫਿਰ ਤੋਂ, ਚਾਹੇ ਪੰਜਾਬ ਹੋਏ, ਅਸੀਂ ਪੰਜਾਬ 'ਚ ਵੀ ਜਾਣਦੇ ਹਾਂ ਸੈਡੀਸ਼ਨ ਦੇ ਚਾਰजेस, ਚਾਹੇ ਤਾਮਿਲਨਾਡੂ ਹੋਏ ਚਾਹੇ ਦਿੱਲੀ ਹੋਵੇ, ਕਿਤੇ ਨਾ ਕਿਤੇ ਇਹ ਸਰਕਾਰਾਂ ਨੇ ਇੱਕ ਸੈਡੀਸ਼ਨ ਦੇ ਚਾਰਜ ਨੂੰ ਹਥਿਆਰ ਬਣਾ ਲਏ ਨੇ। ਕੱਲ ਪਰਸੋਂ ਮੈਂ ਤੁਹਾਡਾ ਸ਼ੋਅ ਦੇਖ ਰਿਹਾ ਸੀ ਕਿ ਇੱਕ ਤੁਸੀਂ ਦਿੱਲੀ ਤੋਂ ਇੱਕ ਲਾਇਰ ਨੂੰ ਵੀ ਆਪਣੇ ਨਾਲ ਸ਼ੋਅ 'ਚ ਪਾਇਆ ਸੀ ਤੇ ਲਾਇਰ ਸਾਹਿਬ ਕਹਿ ਰਹੇ ਸੀ, ਲਾਇਰ ਜੀ ਕਹਿ ਰਹੇ ਸੀ ਕਿ ਅਜੇ ਤੱਕ ਇੱਕ ਵੀ ਇੰਡੀਅਨ ਜੁਡੀਸ਼ੀਅਲ ਸਿਸਟਮ ਦੇ ਹਿਸਾਬ ਨਾਲ ਅਜੇ ਤੱਕ ਇੱਕ ਵੀ ਕੇਸ ਐਦਾਂ ਦਾ ਨਹੀਂ ਹੈ ਜਿੱਥੇ ਕਿ ਕਿਸੇ ਦੇ ਭਾਸ਼ਣ ਦੇਣ ਤੋਂ, ਕਿਸੇ ਦੇ ਸਪੀਚ ਦੇਣ ਤੋਂ ਉਹਦੇ ਦੇਸ਼ ਦਰੋਹ ਦੇ ਚਾਰਜ ਲਾਏ ਜਾਣ, ਤੁਹਾਨੂੰ ਅੰਦਰ ਕੀਤਾ ਜਾਵੇ। ਫਿਰ ਵੀ ਇਹਨਾਂ ਸਭ ਚੀਜ਼ਾਂ ਦੇ ਚੱਲਦੇ ਹੋਏ, ਫਿਰ ਵੀ ਹਿਸਟਰੀ ਨੂੰ ਜਾਣਦੇ ਹੋਏ, ਇੰਡੀਆ ਵਿੱਚ ਚਾਹੇ ਰਾਜ ਸਰਕਾਰਾਂ ਹੋਣ, ਚਾਹੇ ਰਾਜ ਸਰਕਾਰਾਂ ਹੋਣ, ਚਾਹੇ ਦੇਸ਼ ਦੀਆਂ ਸਰਕਾਰਾਂ ਹੋਣ, ਨੈਸ਼ਨਲ ਜਾਂ ਫੈਡਰਲ ਗਵਰਨਮੈਂਟ ਹੋਵੇ, ਕਿਤੇ ਨਾ ਕਿਤੇ ਸੈਡੀਸ਼ਨ ਵਰਗੇ ਰੂਲ ਦੇ ਦੁਰਉਪਯੋਗ ਕਰ ਰਹੀਆਂ ਨੇ। ਸਭ ਤੋਂ ਪਹਿਲਾਂ ਮੈਂ ਸਾਰੇ ਆਪਣੇ ਪੈਨਲਿਸਟ ਕੋਲ ਓਪਨਿੰਗ ਕਮੈਂਟ ਲੈਣਾ ਚਾਹੂੰਗਾ। ਸ਼ੁਰੂ ਕਰੂੰਗਾ ਕੁਲਵੀਰ ਜੀ ਤੋਂ। ਹਰਪ੍ਰੀਤ ਜੀ, ਅਸੀਂ ਇੱਥੇ 2 ਵਾਰ ਪਹਿਲਾਂ ਚਰਚਾ ਕਰ ਚੁੱਕੇ ਹਾਂ ਇਸ ਮੁੱਦੇ ਤੇ, ਕਿਉਂਕਿ ਜਦੋਂ ਇਹ ਮੁੱਦਾ ਆਇਆ ਸੀਗਾ ਇਹ ਮੁੱਦੇ ਦਾ ਰੰਗ ਕੁਛ ਹੋਰ ਤਰੀਕੇ ਨਾਲ ਮੀਡੀਆ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਸਰਕਾਰ ਨੇ ਇਸ ਮੁੱਦੇ ਨੂੰ ਬੜੇ ਹੀ ਇੱਕ ਅਨੋਖੇ ਤਰੀਕੇ ਨਾਲ, ਬੜੇ ਹੀ ਇੱਕ ਗੰਭੀਰ ਤਰੀਕੇ ਨਾਲ ਪੇਸ਼ ਕੀਤਾ ਸੀ। ਅਫਜ਼ਲ ਗੁਰੂ ਦੀ ਫਾਂਸੀ ਨੂੰ ਲੈ ਕੇ ਜਿਹੜਾ ਹੈਗਾ ਉਹਨੂੰ ਹਾਈਲਾਈਟ ਕੀਤਾ ਗਿਆ ਸੀ ਇਹਦੇ ਵਿੱਚੋਂ ਕਿ ਅਫਜ਼ਲ ਗੁਰੂ ਦੀ ਫਾਂਸੀ ਔਰ ਜਿਹੜੀ ਇੰਡੀਆ ਦੀ ਜਨਸੰਖਿਆ ਹੈਗੀ ਹੈ, ਜਿਹੜੀ ਭੋਲੀ ਭਾਲੇ ਲੋਕ ਨੇ ਉੱਥੇ ਦੇ, ਜਿਹੜੇ ਉਹਨਾਂ ਨੂੰ ਇੱਕ ਮੈਸੇਜ ਦਿੱਤਾ ਗਿਆ ਸੀ। ਜਿਹੜੀ ਪਹਿਲੀ ਇਹਦੇ 'ਚ ਰਿਪੋਰਟ ਪੇਸ਼ ਕੀਤੀ ਗਈ ਸੀ ਕਿ ਉੱਥੇ ਅਫਜ਼ਲ ਗੁਰੂ ਦੀ ਜਿਹੜੀ ਫਾਂਸੀ ਹੈਗੀ ਉਹਦੇ ਸੰਬੰਧ ਵਿੱਚ ਫੰਕਸ਼ਨ ਕਰਕੇ ਇੰਡੀਆ ਦੇ ਵਿਰੁੱਧ ਦੇ ਵਿੱਚ ਇਕੱਠ ਕੀਤਾ ਗਿਆ ਹੈ, ਇੰਡੀਆ ਨੂੰ ਤੋੜਨ ਦੀਆਂ ਗੱਲਾਂ ਕੀਤੀਆਂ ਗਈਆਂ ਹਨ। ਔਰ ਇਹ ਜਿਹੜਾ ਔਰ ਦੂਸਰਾ ਸੈਕੰਡ ਸਟੈਪ ਦੇ ਵਿੱਚ ਜਦੋਂ ਇਹਦੇ ਉੱਪਰ ਕਨ੍ਹਈਆ ਕੁਮਾਰ ਦੇ ਉੱਪਰ ਫਿਰ ਉਹਨੂੰ ਜਿਹੜਾ ਹੈਗਾ ਦੇਸ਼ ਧਰੋਹ ਦੇ ਚਾਰजेस ਲਾ ਕੇ ਅੰਦਰ ਕਰ ਦੇਣਾ, ਫਿਰ ਕਨ੍ਹਈਆ ਕੁਮਾਰ ਦੇ ਉੱਪਰ ਵਕੀਲਾਂ ਵੱਲੋਂ ਕੋਰਟ ਦੇ ਵਿੱਚ ਅਟੈਕ ਹੋਣਾ, ਉਸ ਅਟੈਕ ਦੇ ਵਿੱਚ ਪ੍ਰੈਸ ਦੇ ਜਿਹੜੇ ਲੋਕ ਸੀ ਉੱਥੇ ਕੋਰਸਪੋਂਡੈਂਟ ਸੀਗੇ ਉਹਨਾਂ ਦੇ ਉੱਪਰ ਵੀ ਅਟੈਕ ਹੋਣਾ, ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਪਿਛਲੇ 3-4 ਦਿਨਾਂ ਤੋਂ ਆਪਾਂ ਡਿਸਕਸ ਕਰ ਰਹੇ ਹਾਂ। ਮੁੱਦਾ ਉੱਥੇ ਹੀ ਆ ਕੇ ਖੜ ਜਾਂਦਾ ਕਿ ਜਦੋਂ ਦੀ ਬੀਜੇਪੀ ਸਰਕਾਰ ਵਿੱਚ ਆਈ ਆ ਉਹ RSS ਦੇ ਜਿਹੜਾ ਮਨਸੂਬੇ ਹੈਗੇ ਆ ਉਹਨਾਂ ਦੇ ਉੱਪਰ ਕੰਮ ਕਰਦੀ ਆ। ਮੈਨੂੰ ਜਿਹੜਾ ਇਹ ਪੂਰੇ ਦਾ ਪੂਰਾ ਇਵੈਂਟ ਹੈਗਾ ਇਹ ਵੀ RSS ਦਾ ਜਿਹੜਾ ਇੱਕ ਮਨਸੂਬਾ ਹੈ ਹਿੰਦੂ ਰਾਸ਼ਟਰ ਦਾ, ਉਸ ਮਨਸੂਬੇ ਵੱਲ ਵੱਧਦਾ ਹੋਇਆ ਇੱਕ ਕਦਮ ਲੱਗਦਾ, ਕਿਉਂਕਿ ਉਹਨਾਂ ਦਾ ਹਮੇਸ਼ਾ ਤੋਂ ਹੀ ਇਹ ਰਵੱਈਆ ਰਿਹਾ ਹੈ ਕਿ ਕਿਤੇ ਵੀ ਕੋਈ ਗੱਲ ਇਸ ਤਰ੍ਹਾਂ ਦੀ ਕੀਤੀ ਜਾਵੇ ਜਿਹੜੀ ਦੇਸ਼ ਦੇ ਵਿੱਚ ਗਲਤ ਨੀਤੀਆਂ ਦੀ ਕੀਤੀ ਜਾਵੇ, ਦੇਸ਼ ਦੇ ਵਿੱਚ ਵੱਧ ਰਹੀ ਇੰਟੋਲਰੈਂਸ ਦੀ ਕੀਤੀ ਜਾਵੇ ਜਾਂ ਦੇਸ਼ ਦੇ ਵਿੱਚ ਹੋ ਰਹੇ ਅਤਿਆਚਾਰ ਦੀ ਕੀਤੀ ਜਾਵੇ, ਉਸ ਵੇਲੇ ਜਿਹੜਾ ਵੀ ਬੰਦਾ, ਜਿਹੜਾ ਵੀ ਕੋਈ ਪ੍ਰਤੀਨਿਧ ਇਹਦੇ ਖਿਲਾਫ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਇਹ ਸਡਕਸ਼ਨ ਦੇ ਚਾਰजेस ਪਾ ਕੇ, ਉਹਨੂੰ ਇਹ ਦੇਸ਼ ਧਰੋਹ ਦੇ ਚਾਰजेस ਪਾ ਕੇ ਅੰਦਰ ਕਰ ਦਿੰਦੇ ਆ ਤੇ ਦੇਸ਼ ਨੂੰ ਇੱਕ ਮੈਸੇਜ ਦਿੰਦੇ ਆ ਕਿ ਸਾਡੇ ਦੇਸ਼ ਦੇ ਵਿੱਚ ਜਿਹੜੇ ਵੱਖਵਾਦੀ ਲੋਕ ਹੈਗੇ ਉਹਨਾਂ ਦੀ ਜਿਹੜੀ ਬਹੁਤ ਗਿਣਤੀ ਹੋ ਰਹੀ ਆ, ਦੇਸ਼ ਨੂੰ ਤੋੜਨ ਦੀਆਂ ਗੱਲਾਂ ਹੋ ਰਹੀਆਂ, ਦੇਸ਼ ਨੂੰ ਜਿਹੜਾ ਹੈਗਾ ਵੰਡਣ ਦੀਆਂ ਗੱਲਾਂ ਹੋ ਰਹੀਆਂ। ਇਹਦੇ ਵਿੱਚ 2-3 ਚੀਜ਼ਾਂ ਜਿਹੜੀ ਹੈਗੀਆਂ ਬੀਜੇਪੀ ਕਰ ਰਹੀ ਆ, ਭਾਵੇਂ ਉਹ ਆਪਣੇ ਇਲੈਕਸ਼ਨ ਜਿੱਤਣ ਕਰਕੇ ਕਰਦੀ ਹੋਵੇ, ਚਾਹੇ ਵੋਟ ਪੋਲਰਾਈਜੇਸ਼ਨ ਵੀ ਕਰਦੀ ਹੋਵੇ, ਪਰ ਉਹ ਦੇਸ਼ ਦੇ ਵਿੱਚ ਇੱਕ ਬਹੁਤ ਹੀ ਗੰਦਾ ਤੇ ਭਿਆਨਕ ਮਾਹੌਲ ਕ੍ਰੀਏਟ ਕਰ ਰਹੀ ਹੈ ਜਿਹੜਾ ਕਿ ਭਾਸ਼ਾਵਾਂ ਦੇ ਆਧਾਰ ਤੇ, ਕਲਚਰ ਦੇ ਆਧਾਰ ਤੇ, ਧਰਮ ਦੇ ਆਧਾਰ ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਿਹਾ। ਔਰ ਜਿਹੜਾ ਕਨ੍ਹਈਆ ਕੁਮਾਰ ਦੀ ਅਰੈਸਟ ਵੀ ਹੈਗੀ ਆ ਉਹ ਵੀ ਉਹਦੇ ਵੱਲ ਵੱਧਦਾ ਹੋਇਆ ਇੱਕ ਬੀਜੇਪੀ ਤੇ RSS ਦਾ ਕਦਮ ਹੈ ਜੀ। ਜੀ ਮੈਂ ਇਹ ਪੂਰੇ ਮੁੱਦੇ ਨੂੰ ਹੋਰ ਹੀ ਐਂਗਲ ਦੇ ਨਾਲ ਦੇਖਦਾ। 9 ਤਰੀਕ ਨੂੰ ਅਫਜ਼ਲ ਗੁਰੂ ਦੀ ਚਾਹੇ ਉਹਦੀ ਸ਼ਹੀਦੀ ਦਿਵਸ ਮਨਾਇਆ ਗਿਆ, ਚਾਹੇ ਉਹਦੀ ਫਾਂਸੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਗਿਆ, 20-22 ਸਟੂਡੈਂਟਸ ਨੇ ਰਲ ਕੇ ਉੱਥੇ ਨਾਅਰੇ ਲਾਏ ਤੇ ਥੋੜਾ ਬਹੁਤਾ ਗੱਲ ਹੋਈ। ਉਸ ਤੋਂ ਬਾਅਦ ਉੱਥੇ ABVP ਦੇ ਸਟੂਡੈਂਟਸ ਆ ਜਾਂਦੇ ਆ ਤੇ ਇਹਨਾਂ ਦੇ ਹੋਰ ਸਟੂਡੈਂਟਸ ਆ ਜਾਂਦੇ ਆ।
ਆਪਸ ਵਿੱਚ ਉੱਥੇ ਬਹਿਸ ਵਸਾਈ ਹੁੰਦੀ ਹੈ, ਥੋੜੀ ਬਹੁਤੀ ਧੱਕੇ ਮੁੱਕੇ ਹੁੰਦੀ ਹੈ। ਉਸ ਤੋਂ ਬਾਅਦ ਯੂਨੀਵਰਸਿਟੀ ਵਿੱਚ ਪੈਂਦੀ ਹੈ ਤੇ ਸਾਰੇ ਸਟੂਡੈਂਟਸ ਆਪਣੇ ਆਪਣੇ ਕਮਰਿਆਂ ਦੇ ਵਿੱਚ ਚਲੇ ਜਾਂਦੇ ਆ ਹੋਸਟਲ 'ਚ। ਗੱਲ ਉੱਥੇ ਹੀ ਖਤਮ ਹੋ ਗਈ। 11 ਤਰੀਕ ਨੂੰ ਜਦੋਂ ਇਹ ਥੋੜਾ ਜਿਹਾ ਭਖਦਾ ਹੈਗਾ ਮੁੱਦਾ, ਜਦੋਂ ਪੁਲਿਸ ਜਦੋਂ ABVP ਨੇ ਜ਼ੀ ਨਿਊਜ਼ ਦੇ ਮਾਧਿਅਮ ਦੇ ਨਾਲ ਇੱਕ ਵੀਡੀਓ ਦਿਖਾਈ ਕਿ ਉੱਥੇ ਜਾਂਦੀ ਹੈ ਕਨ੍ਹਈਆ ਕੁਮਾਰ ਨੂੰ ਇਨਕੁਆਇਰੀ ਲਈ ਸੱਦਦੀ ਹੈਗੀ ਹੈ, ਉਸ ਤੋਂ ਬਾਅਦ ਗ੍ਰਿਫਤਾਰ ਕਰ ਲੈਂਦੀ ਹੈ ਤੇ ਰਾਹੁਲ ਗਾਂਧੀ ਯੂਨੀਵਰਸਿਟੀ ਵਿੱਚ ਜਾਂਦੇ ਆ। ਉੱਥੋਂ ਐਸਾ ਮੁੱਦਾ ਭਖਦਾ, ਐਸਾ ਮੁੱਦਾ ਭਖਦਾ, ਪੂਰੀ ਦੁਨੀਆ ਦੇ ਵਿੱਚ ਇਹ ਮੁੱਦਾ ਛਾ ਜਾਂਦਾ। ਮੈਂ ਸਮਝਦਾ ਕਿ ਸਾਨੂੰ ਸਟੂਡੈਂਟਸ ਨੂੰ ਪਰੇਸ਼ਾਨ ਸਾਡੇ ਲੀਡਰਾਂ ਨੂੰ ਕਰਨਾ ਚਾਹੀਦਾ ਹੈਗਾ। ਉੱਥੇ ਸਿਰਫ ਲੀਡਰ ਉਹ ਹੀ ਨਹੀਂ ਹੈਗੇ ਥੋੜੇ ਜਿਹੇ ਜਿਹੜੇ ਪੜ੍ਹਦੇ ਨੇ, ਜਿਹੜੇ ਅੱਜ ਕੱਲ੍ਹ ਸੁਰਖੀਆਂ ਵਿੱਚ ਨੇ। ਉੱਥੇ ਬਹੁਤ ਗਿਣਤੀ ਐਸੀ ਹੈ ਜਿਹੜੀ ਸਿਰਫ ਤੇ ਸਿਰਫ ਪੜ੍ਹਨ ਜਾਂਦੀ ਹੈਗੀ ਹੈ। ਉਹਨਾਂ ਦੀ ਪੜ੍ਹਾਈ ਕਿੰਨੀ ਖਰਾਬ ਹੁੰਦੀ ਪਈ ਹੈ। ਨਾ ਕੇਵਲ ਉੱਥੇ 46 ਯੂਨੀਵਰਸਿਟੀਆਂ ਵਾ ਜਿਹੜੀਆਂ ਸੈਂਟਰਲ ਗਵਰਨਮੈਂਟ ਦੇ ਅੰਦਰ ਆਉਂਦੀਆਂ ਪੂਰੇ ਇੰਡੀਆ ਦੇ ਵਿੱਚ। 46 ਚੋਂ ਅੱਜ 8 ਕਨ੍ਹਈਆ ਕੁਮਾਰ ਦੀ ਸਪੋਰਟ ਵਿੱਚ ਖੜੀਆਂ ਵਾ। 8 ਯੂਨੀਵਰਸਿਟੀਆਂ ਵਿੱਚ ਪੜ੍ਹਾਈ ਬਿਲਕੁਲ ਨਹੀਂ ਹੁੰਦੀ ਪਈ। ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਸਾਰੀਆਂ ਦੇ ਵਿੱਚ ਇਨਵੋਲਵ ਹੋ ਚੁੱਕੀਆਂ, ਚਾਹੇ BJP ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਹੋਰ JDU ਹੋਵੇ, ਚਾਹੇ ਬੇਸ਼ੁਮਾਰ ਏਦਾਂ ਦੀਆਂ ਪਾਰਟੀਆਂ। ਅੱਜ ਸੜਕ ਤੇ ਹਰ ਗਲੀ ਤੇ ਹਰ ਮੁਹੱਲੇ ਤੇ, ਕੱਲ ਮੈਂ ਖਬਰ ਪੜ੍ਹ ਰਿਹਾ ਸੀ ਬਿਹਾਰ ਦੇ ਵਿੱਚ ਜਿਹੜੇ JDU ਦੇ ਸਮਰਥਕ ਸਟੂਡੈਂਟਸ ਹੈ ਤੇ ਜਿਹੜੀ BJP ਦੇ ਸਮਰਥਕ ਸਟੂਡੈਂਟਸ ਹੈ, ਉਹਨਾਂ ਵਿੱਚ ਆਪਸ ਵਿੱਚ ਪਥਰਾਅ ਹੁੰਦਾ ਹੈਗਾ। ਇਹ ਮਤਲਬ ਕੀ ਠੀਕ ਡਾਇਰੈਕਸ਼ਨ ਵਿੱਚ ਆਪਾਂ ਆਪਣੇ ਸਟੂਡੈਂਟਸ ਨੂੰ ਲੈ ਕੇ ਜਾਣੇ ਆ ਕਿ ਠੀਕ ਡਾਇਰੈਕਸ਼ਨ ਵਿੱਚ ਦੇਸ਼ ਵੱਧਦਾ ਪਿਆ? ਇਹ ਸਾਡੇ ਲੀਡਰ ਨੂੰ ਰਾਈਟ ਟਾਈਮ ਹੈ ਸੋਚਣ ਦਾ। ਏਡਾ ਕਿ ਛੋਟਾ ਮੁੱਦਾ ਜੀ ਉੱਥੇ 8-10 ਜਾਣੇ ਦੇਸ਼ ਵਿਰੋਧੀ ਵੀ ਨਾਰੇ ਲਾਉਂਦੇ ਪਏ ਸੀ, ਮੈਂ ਇਹ ਵੀ ਮੰਨਦਾ ਵਾ ਤੇ ਲਾਉਂਦੇ ਵੀ ਪਏ ਸੀਗੇ। ਕੀ ਉਹਨਾਂ ਦੇ ਨਾਰੇ ਲਾਉਣ ਦੇ ਨਾਲ ਇੰਨਾ ਕਿ ਜ਼ਿਆਦਾ ਦੇਸ਼ ਵਿਰੋਧੀ ਕੰਮ ਹੋ ਜਾਣਾ ਸੀਗਾ? ਮੈਂ ਸਮਝਦਾ ਕਿ ਸਾਡੇ ਲੀਡਰਾਂ ਨੂੰ ਇਹ ਰਾਈਟ ਟਾਈਮ ਹੈ ਸੋਚਣਾ ਚਾਹੀਦਾ ਵਾ, ਸਮਝਣਾ ਚਾਹੀਦਾ ਵਾ ਕਿ ਆਪਾਂ ਆਪਣੇ ਭਵਿੱਖ ਨੂੰ ਕਿਹੜੇ ਡਾਇਰੈਕਸ਼ਨ ਤੇ, ਕਿਹੜੇ ਐਂਗਲ ਤੇ ਕਿੱਧਰ ਲੈ ਕੇ ਜਾਣਾ ਵਾ। ਸਰਬਜੀਤ ਜੀ ਦੇਖੋ ਹਰਪ੍ਰੀਤ ਜੀ, ਜਿਸ ਤਰੀਕੇ ਦੇ ਨਾਲ ਇਹ ਸਾਰੀ ਕਾਰਵਾਈ ਚੱਲ ਰਹੀ ਹੈ, ਜਿਸ ਤਰੀਕੇ ਦੇ ਨਾਲ ਕਨ੍ਹਈਆ ਕੁਮਾਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ, ਜਿਸ ਤਰੀਕੇ ਦੇ ਨਾਲ ਕੋਰਟ ਦੇ ਵਿੱਚ ਵਕੀਲਾਂ ਨੇ ਗੁੰਡਾਗਰਦੀ ਕੀਤੀ ਆ, ਜਿਸ ਤਰੀਕੇ ਦੇ ਨਾਲ ਮੀਡੀਆ ਵਾਲਿਆਂ ਨੂੰ ਪੁੱਛ ਕੇ ਕਿ ਤੁਸੀਂ ਕਿਹੜੀ ਚੈਨਲ ਨਾਲ ਸੰਬੰਧਿਤ ਕੁੱਟਮਾਰ ਕੀਤੀ ਗਈ ਆ, ਉਸ ਸਾਰੇ ਤੋਂ ਜ਼ਾਹਰ ਹੈ ਕਿ ਹਿੰਦੂਤਵਵਾਦੀ ਰਾਜਨੀਤੀ ਚਾਹੁੰਦੀ ਹੈ ਕਿ ਦੇਸ਼ ਦੇ ਅੰਦਰ ਸਿਰਫ ਤੇ ਸਿਰਫ ਦੇਸ਼ ਭਗਤੀ ਦੀ ਉਹੀ ਪਰਿਭਾਸ਼ਾ ਪ੍ਰਵਾਨ ਹੋਵੇਗੀ ਜਿਹੜੀ RSS ਨੇ ਤੈਅ ਕੀਤੀ ਹੈ, ਜਿਹੜੀ BJP ਨੇ ਤੈਅ ਕੀਤੀ ਹੈ, ਜਿਹੜੀ ABVP ਨੇ ਤੈਅ ਕੀਤੀ ਹੈ। ਇੱਕ ਚੰਗੀ ਖਬਰ ਇਹ ਵਾਪਰੀ ਹੈ ਇਹਨਾਂ ਦਿਨਾਂ ਦੇ ਵਿੱਚ ਕਿ ABVP ਦੇ JNU ਯੂਨਿਟ ਦੇ ਵਿੱਚੋਂ ਕੁਝ ਵਿਦਿਆਰਥੀਆਂ ਨੇ ਬਗਾਵਤ ਕਰ ਦਿੱਤੀ ਹੈ ਤੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਕਾਨੂੰਨ ਦੇ ਆਧਾਰ ਉੱਤੇ ਜਿਨ੍ਹਾਂ ਨੇ ਵੀ ਨਾਅਰੇ ਲਾਏ ਨੇ ਉਹਨਾਂ ਦੇ ਖਿਲਾਫ ਆ। ਕਨ੍ਹਈਆ ਕੁਮਾਰ ਉਹਨਾਂ ਨਾਅਰੇ ਲਾਉਣ ਵਾਲਿਆਂ ਦੇ ਵਿੱਚ ਸ਼ਾਮਲ ਨਹੀਂ ਹੈ ਤੇ ਅਸੀਂ ਜਿਹੜੀ ਮੌਬ ਦੀ ਮਾਨਸਿਕਤਾ ਵਾ ਉਹਦੇ ਖਿਲਾਫ ਖੜੇ ਆ। BJP RSS ਵਕੀਲ ਇਹ ਸਾਰੇ ਭੀੜ ਦੀ ਮਾਨਸਿਕਤਾ ਨੂੰ ਇਸਤੇਮਾਲ ਕਰ ਰਹੇ ਨੇ ਤੇ ਭੀੜ ਦੀ ਮਾਨਸਿਕਤਾ ਦੇਸ਼ ਅੰਦਰ ਤੇ ਸਮਾਜ ਅੰਦਰ ਵੰਡ ਪੈਦਾ ਕਰ ਰਹੀ ਹੈ। ਦਰਅਸਲ RSS ਦਾ ਏਜੰਡਾ ਹੀ ਦੇਸ਼ ਦੇ ਅੰਦਰ ਸਮਾਜਿਕ ਪੱਧਰ ਉੱਤੇ ਵੰਡ ਪੈਦਾ ਕਰਨਾ, ਜਿਹੜੀ ਲੰਮੇ ਸਮੇਂ ਦੇ ਵਿੱਚ ਹਿੰਦੂਤਵਵਾਦ ਦੇ ਪੱਖ ਵਿੱਚ ਉਹਨਾਂ ਨੂੰ ਨਜ਼ਰ ਆਉਂਦੀ ਹੈ। ਜੇ ਅਸੀਂ ਕਨ੍ਹਈਆ ਕੁਮਾਰ ਜੀ ਦੀ ਗੱਲ ਕਰੀਏ ਤੇ ਹਿੰਦੂ ਪਰਿਵਾਰ ਨਾਲ ਤਾਲੁਕਾਤ ਰੱਖਦੇ ਨੇ, ਬਿਹਾਰ ਤੋਂ ਬਿਲੋਂਗ ਕਰਦੇ ਨੇ, CPI ਪਾਰਟੀ ਨਾਲ ਇਹਨਾਂ ਦਾ ਪਰਿਵਾਰ ਕਾਫੀ ਚਿਰ ਤੋਂ ਜੁੜਿਆ ਹੋਇਆ ਵਾ, ਪਰ ਕਿਤੇ ਨਾ ਕਿਤੇ RSS ਤੇ ਜੋ ਇਸ ਟਾਈਮ ਇੰਡੀਆ ਵਿੱਚ ਚੱਲ ਰਿਹਾ, ਜੋ RSS ਦੇ ਨਾਂ ਤੇ ਜਾਂ BJP ਤੇ RSS ਮਿਲ ਕੇ ਜੋ ਇੱਕ ਐਕਸਟ੍ਰੀਮਿਸਟ ਹਿੰਦੂ ਹੋਣ ਦਾ ਹੱਕ ਅਦਾ ਕਰ ਰਹੀਆਂ ਨੇ ਜਾਂ ਫਿਰ ਉਹਦਾ ਐਕਸਟ੍ਰੀਮਿਸਟ ਹਿੰਦੂ ਦਾ ਪ੍ਰਚਾਰ ਕਰ ਰਹੀਆਂ ਨੇ, ਦੂਜੇ ਧਰਮਾਂ ਨੂੰ ਕਿਤੇ ਲੋਕਾਂ ਨੂੰ ਮੁਸਲਿਮ ਜਾਂ ਦੂਜੇ ਧਰਮਾਂ ਦੇ ਖਿਲਾਫ ਭੜਕਾ ਰਹੀਆਂ ਨੇ, ਇਸ ਚੀਜ਼ ਦਾ ਸਰੇਆਮ ਵਿਰੋਧ ਕਰਦੇ ਨੇ। ਮੈਂ ਇੱਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਬੇਨਤੀ ਕਰਾਂਗਾ ਕਿ 21 ਮਿੰਟ ਦੀ ਸਪੀਚ ਸਾਡੇ ਫੇਸਬੁੱਕ ਪੇਜ ਤੇ ਹੀ ਪਈ ਆ, ਸਾਡੇ ਸ਼ੋਅ ਤੋਂ ਬਾਅਦ ਵੀ ਅਸੀਂ ਚਲਾਵਾਂਗੇ, ਉਹ ਜ਼ਰੂਰ ਸੁਣਿਓ। ਤੁਹਾਨੂੰ ਕਨ੍ਹਈਆ ਕੁਮਾਰ ਜੀ ਦੇ ਵਿਚਾਰਾਂ ਬਾਰੇ ਸਾਫ਼ ਪਤਾ ਲੱਗ ਜੂਗਾ ਕਿ ਕਿਸ ਵਿਚਾਰਧਾਰਾ ਦੇ ਕਨ੍ਹਈਆ ਕੁਮਾਰ ਜੀ ਉਹਦੇ ਨਾਲ ਸੰਬੰਧ ਰੱਖਦੇ ਨੇ, ਕਿਸ ਵਿਚਾਰਧਾਰਾ ਉੱਤੇ ਕੰਮ ਕਰਦੇ ਨੇ। ਇੱਕ ਚੀਜ਼ ਮੈਂ ਇੱਥੇ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹੂੰਗਾ, ਜਿੱਦਣ JNU ਵਿੱਚ
ਇੱਕ ਕਾਨਫਰੰਸ ਬੁਲਾਈ ਗਈ ਸੀ। ਜਿੱਦਣ ਇਹਦੇ ਕਾਨਫਰੰਸ ਬੁਲਾਉਣ ਬਾਰੇ ਗੱਲ ਕੀਤੀ ਗਈ ਸੀ ਉਦੋਂ ABVP ਦੁਆਰਾ ਦਿੱਲੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਇੱਥੇ JNU ਜਿਹੜੀ ਕਾਨਫਰੰਸ ਬੁਲਾਈ ਜਾ ਰਹੀ ਆ ਇਹ ਗਲਤ ਆ, ਇੱਥੇ ਗਲਤ ਗੱਲਾਂ ਹੋਣਗੀਆਂ। ਤੇ ਦਿੱਲੀ ਪੁਲਿਸ ਨੇ 3 ਪੁਲਿਸ ਮੁਲਾਜ਼ਮ ਉੱਥੇ ਕਾਨਫਰੰਸ ਭੇਜੇ ਸੀ। 3 ਪੁਲਿਸ ਮੁਲਾਜ਼ਮ ਸਿਰਫ ਕਾਨਫਰੰਸ ਦੇਖ ਰੇਖ ਕਰਨ ਵਾਸਤੇ ਭੇਜੇ ਸੀ। ਪਰ ਜਦੋਂ ਜੀ ਨਿਊਜ਼ ਤੇ ਮੈਂ ਦੱਸਦਾ ਕਿ ਜਿਹੜਾ ਵੀਡੀਓ ਤੋੜ ਮੜ ਕੇ ਚਲਾਇਆ ਸੀ ਜੀ ਨਿਊਜ਼ ਤੇ ਚਲਾਇਆ ਸੀ, ਜਦੋਂ ਜੀ ਨਿਊਜ਼ ਤੇ ਵੀਡੀਓ ਚਲਾਇਆ ਗਿਆ ਉਸ ਤੋਂ ਬਾਅਦ ਜੀ ਨਿਊਜ਼ ਦੇ ਵੀਡੀਓ ਦੇ ਆਧਾਰ ਤੇ FIR ਲਿਖੀ ਗਈ। FIR ਦੇ ਵਿੱਚ ਸਾਫ਼ ਲਿਖਿਆ ਵਾ ਵੀਡੀਓ ਚਲਾਉਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ। ਜਦਕਿ ਪੁਲਿਸ ਨੂੰ ਬੰਦਾ ਪੁੱਛਣ ਵਾਲਾ ਹੋਵੇ ਕਿ ਜਿਹੜਾ ਤੁਹਾਡੇ 3 ਆਫੀਸਰ ਉੱਥੇ ਸੀ ਤੁਸੀਂ ਉਹਨਾਂ ਕੋਲੋਂ ਕਿਉਂ ਨਹੀਂ ਪੁੱਛਤਾਛ ਕੀਤੀ, ਉਹਨਾਂ ਨਾਲ ਕਿਉਂ ਨਹੀਂ ਤੁਸੀਂ ਪੁੱਛਿਆ ਕਿ ਐਗਜ਼ੈਕਟਲੀ ਇਸ਼ੂ ਕੀ ਸੀ, ਐਗਜ਼ੈਕਟਲੀ ਉੱਥੇ ਕੀ ਗੱਲਾਂ ਹੋਈਆਂ ਨੇ। ਕਿ ਵੀ ਨਿਊਜ਼ ਚੈਨਲ ਦੇ ਤੋੜ ਮੋੜ ਕੇ ਵੀਡੀਓ ਚਲਾਉਣ ਨਾਲ ਤੁਸੀਂ FIR ਦਰਜ ਕਰ ਰਹੇ ਹੋ। ਇੱਥੇ ਕਿਤੇ ਨਾ ਕਿਤੇ ਪੁਲਿਸ ਦੀ ਕਾਰਵਾਈ ਉੱਤੇ ਬਹੁਤ ਜ਼ਿਆਦਾ ਕੁਐਸਚਨ ਮਾਰਕ ਲੱਗਦੇ ਨੇ। ਕੁਲਵੀਰ ਜੀ ਬਿਲਕੁਲ ਹਰਪ੍ਰੀਤ ਜੀ, ਮੈਂ ਤੇ ਪਹਿਲੇ ਦਿਨ ਹੀ ਕਿਹਾ ਸੀਗਾ ਕਿ ਜਿਹੜੀ ਪੁਲਿਸ ਦੀ ਕਾਰਵਾਈ ਹੈਗੀ ਆ ਉਹ ਇੱਕ ਵਰਗ ਨੂੰ ਖੁਸ਼ ਕਰਨ ਕਰਕੇ, ਰੂਲਿੰਗ ਪਾਰਟੀ ਨੂੰ ਖੁਸ਼ ਕਰਨ ਕਰਕੇ ਆਨਨ ਫਾਨਨ ਵਿੱਚ ਇਹਨੂੰ ਕਾਹਲੀ ਦੇ ਵਿੱਚ ਵੀ ਜਲਦੀ ਦੇ ਵਿੱਚ ਇੱਕ ਕਾਰਵਾਈ ਕੀਤੀ ਗਈ ਆ। ਉਹਦੇ ਪਿੱਛੇ ਸਾਫ਼ ਜਿਹੜਾ ਪਤਾ ਲੱਗਦਾ, ਸਾਫ਼ ਝਲਕ ਪੈਂਦੀ ਆ ਕਿ ਸੈਂਟਰ ਗਵਰਨਮੈਂਟ ਜੋ ਕਿ BJP ਦੀ ਹੈਗੀ ਆ ਉਹਦੇ ਕਹਿਣ ਦੇ ਉੱਤੇ ਜਾਂ ਉਹਨੂੰ ਖੁਸ਼ ਕਰਨ ਦੇ ਉੱਤੇ ਆਪਣੇ ਤੌਰ ਤੇ ਜਿਹੜੀ ਹੈਗੀ ਆ ਪੁਲਿਸ ਨੇ ਇਹ ਕਾਰਵਾਈ ਕੀਤੀ ਆ। ਪੁਲਿਸ ਨੇ ਕੋਈ ਜ਼ਰੂਰਤ ਨਹੀਂ ਸਮਝੀ ਕਿ ਇਹਦੀ ਕੋਈ ਇਨਕੁਆਇਰੀ ਕੀਤੀ ਜਾਵੇ। ਪੁਲਿਸ ਨੇ ਇਹ ਵੀ ਜ਼ਰੂਰਤ ਨਹੀਂ ਸਮਝੀ ਜਿੱਦਾਂ ਤੁਸੀਂ ਗੱਲ ਕੀਤੀ ਕਿ ਜਿਹੜੇ ਪੁਲਿਸ ਦੇ ਮੁਲਾਜ਼ਮ ਉੱਥੇ ਉਸ ਈਵੈਂਟ ਨੂੰ ਦੇਖਣ ਵਾਸਤੇ, ਉਸ ਈਵੈਂਟ ਨੂੰ ਆਬਜ਼ਰਵ ਕਰਨ ਵਾਸਤੇ ਸੀਗੇ, ਉਹਨਾਂ ਦਾ ਵੀ ਕੋਈ ਬਿਆਨ ਦੇਖਿਆ ਜਾਵੇ। ਪੁਲਿਸ ਨੇ ਸਿਰਫ ਇੱਕ ਵੀਡੀਓ ਜਿਹੜਾ ਕਿ ਮੀਡੀਆ ਦੇ ਵਿੱਚ ਨਸ਼ਰ ਕੀਤਾ ਗਿਆ ਉਹਦੇ ਆਧਾਰ ਤੇ ਜਿਹੜੀ ਹੈਗੀ ਆ ਉਹ ਉਹਨਾਂ ਨੇ ਆਪਣੀ ਕਾਰਵਾਈ ਕੀਤੀ ਆ। ਔਰ ਸਿਰਫ ਇਹ ਕਾਰਵਾਈ ਹੀ ਨਹੀਂ ਕੀਤੀ, ਉਸ ਤੋਂ ਬਾਅਦ ਜਿਹੜਾ BJP ਨੇ ਇਹਨੂੰ ਇੱਕ ਰੰਗ ਦੇਣ ਦੀ ਕੋਸ਼ਿਸ਼ ਕੀਤੀ ਆ ਪੂਰੇ ਦੇਸ਼ ਦੇ ਵਿੱਚ ਮੀਡੀਆ ਦੇ ਥਰੂ ਔਰ ਬਿਆਨਾਂ ਦੇ ਥਰੂ ਇਸ ਗੱਲ ਨੂੰ ਇਸ ਤਰੀਕੇ ਨਾਲ ਫੈਲਾਇਆ ਗਿਆ ਕਿ ਜਿੱਦਾਂ JNU ਜਿਹੜੀ ਯੂਨੀਵਰਸਿਟੀ ਹੈਗੀ ਆ ਉਹ ਦੇਸ਼ ਦੇ ਖਿਲਾਫ ਕੰਮ ਕਰ ਰਹੀ ਹੈ। JNU ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਇਸ ਤਰ੍ਹਾਂ ਨਾਲ ਵੱਖਵਾਦੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਉਹਨਾਂ ਨੂੰ ਦੇਸ਼ ਦੇ ਦੇਸ਼ ਧਰੋਹੀ ਬਣਾਉਣ ਦੀ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਇਹਦੇ ਵਿੱਚ ਪੁਲਿਸ ਦੀ ਭੂਮਿਕਾ ਜਿੱਥੇ ਬਿਲਕੁਲ ਹੀ ਜਿਹੜੀ ਆਪਾਂ ਕਹਿ ਸਕਦੇ ਨਿੰਦਣਯੋਗ ਹੈਗੀ ਆ, ਉਹਦੇ ਨਾਲ ਹੀ ਨਾਲ ਜੋ ਸੈਂਟਰ ਗਵਰਨਮੈਂਟ ਦਾ ਰਵੱਈਆ ਸੀ ਉਸ ਦੇ ਉੱਪਰ ਉਹ ਇਸ ਤੋਂ ਵੀ ਜ਼ਿਆਦਾ ਨਿੰਦਣਯੋਗ ਹੈਗਾ ਕਿ ਪੁਲਿਸ ਨੇ ਅਗਰ ਇੱਕ ਵੀਡੀਓ ਦੇਖ ਕੇ ਜਿਹੜੀ ਹੈਗੀ ਆ ਕੰਪਲੇਂਟ ਦਰਜ ਕੀਤੀ ਆ ਤੇ ਸੈਂਟਰ ਦਾ ਫਰਜ਼ ਨਹੀਂ ਬਣਦਾ ਸੀ ਕਿ ਜਿਹੜੀ ਉਹ ਹੈਗੀ ਆ ਉਹਦੀ ਕੋਈ ਇਨਕੁਆਇਰੀ ਕਰਵਾਈ ਜਾਵੇ ਜਾਂ ਉਹਦੇ ਤੇ ਉੱਪਰ ਕੋਈ ਵੀ ਰਿਐਕਸ਼ਨ ਕਰਨ ਤੋਂ ਪਹਿਲਾਂ ਜਿਹੜਾ ਹੈਗਾ ਉਹਨੂੰ ਦੇਖਿਆ ਪਰਖਿਆ ਜਾਵੇ, ਉਹਨੂੰ ਘੋਖਿਆ ਜਾਵੇ ਕਿ ਸੱਚਾਈ ਕੀ ਹੈਗੀ ਆ। ਇਹਨਾਂ ਸਾਰੀਆਂ ਗੱਲਾਂ ਨੂੰ ਅੱਖੋਂ ਪਰੋਖੇ ਕਰਕੇ ਪਾਸੇ ਕਰਕੇ ਸਿਰਫ ਉਹਨਾਂ ਨੇ ਜਲਦੀ ਦੇ ਵਿੱਚ ਇਹ ਕਾਰਵਾਈ ਕਰਤੀ ਤੇ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਹੈਗਾ ਪੋਲੀਟੀਕਲ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਜਿਹੜਾ ਕਿ ਇਹ ਵੀ ਹੋ ਸਕਦਾ ਕਿ ਜੇ ਉੱਥੇ ਜੇ ਕਿਸੇ ਨੇ ਵਾਕਿਆ ਹੀ ਸਹੀ ਮਾਇਨਿਆਂ ਦੇ ਵਿੱਚ ਕਿਸੇ ਹੋਰ ਬੰਦੇ ਨੇ ਉੱਥੇ ਨਾਰੇ ਲਗਾਏ ਹੋਣ। ਮੈਂ ਤੇ ਕੱਲ ਵੀ ਗੱਲ ਕੀਤੀ ਸੀ, ਇਹ ਵੀ ਹੋ ਸਕਦਾ ਕੋਈ BJP ਜਾਂ RSS ਦੇ ਕਿਸੇ ਬੰਦੇ ਦੀ ਸਾਜ਼ਿਸ਼ ਹੋਵੇ ਤਾਂ ਕਿ ਇਹ ਜਿਹੜਾ JNU ਦੇ ਵਿੱਚ ਜਿਹੜਾ ਸਰਕਾਰ ਦੀਆਂ ਗਲਤ ਨੀਤੀਆਂ ਦੇ ਪ੍ਰਤੀ, ਜਿਹੜਾ ਦੇਸ਼ ਨੂੰ ਧਰਮ ਦੇ ਨਾਂ ਤੇ ਵੰਡਣ ਦੇ ਪ੍ਰਤੀ, ਪੂੰਜੀਵਾਦ ਦੇ ਪ੍ਰਤੀ ਜਿਹੜਾ ਇੱਕ ਕਨਈਆ ਕੁਮਾਰ ਵੱਲੋਂ ਇੱਕ ਕਦਮ ਚੁੱਕਿਆ ਜਾ ਰਿਹਾ ਸੀ, ਉਹਦੇ ਇਹਨਾਂ ਗੱਲਾਂ ਦੇ ਖਿਲਾਫ ਸਟੂਡੈਂਟਸ ਨੂੰ ਲਾਮਬੱਧ ਕੀਤਾ ਜਾ ਰਿਹਾ ਸੀ, ਉਹਨਾਂ ਨੂੰ ਅਵੇਅਰ ਕੀਤਾ ਜਾ ਰਿਹਾ ਸੀਗਾ ਉਸ ਚੀਜ਼ ਨੂੰ ਰੋਕਣ ਵਾਸਤੇ ਕਿ ਉਹਦੇ ਵਿੱਚ BJP ਦੀ ਬਹੁਤ ਹੇਠੀ ਹੁੰਦੀ ਆ, ਉਹ BJP ਦੀ ਮੁਖਾਲਫਤ ਹੈਗੀ ਆ। ਉਸ ਚੀਜ਼ ਨੂੰ ਰੋਕਣ ਵਾਸਤੇ ਕਨਈਆ ਕੁਮਾਰ ਨੂੰ ਜਿਹੜਾ ਹੈਗਾ ਦੇਸ਼ ਧਰੋਹ ਦੇ ਮਾਮਲੇ ਵਿੱਚ ਫਸਾਇਆ ਗਿਆ ਤੇ ਦੇਸ਼ ਦੇ ਵਿੱਚ ਇਹ ਪਬਲਿਸਾਈਜ਼ ਕੀਤਾ ਗਿਆ ਕਿ ਇਹ ਲੋਕ ਜਿਹੜੇ ਹੈਗੇ ਨੇ ਦੇਸ਼ ਧਰੋਹੀ ਨੇ। कुछ लाइना मैं कन्हैया कुमार जी की जड़ी स्पीच तो जरूर पढ़ के सुनाऊंगा। भुखमरी से आजादी, संघवाद से आजादी, समतावाद से आजादी, पूंजीवाद से आजादी, ब्रह्मवाद से आजादी, मनुवाद से आजादी, हम लेके रहेंगे आजादी, तुम कुछ भी कर लो आजादी है, हक हमारा आजादी है, जान से प्यारी आजादी। इन्हां लाइनां नूं जे मैं पढ़ा ते तुहानूं किथे तुहानूं इन्हां लाइनां विच देश द्रोह दी झलक लगदी आ दिलराज जी सरदीप जी? देखो ਅਸੀਂ ਸ਼ੁਰੂ ਤੋਂ ਹੀ ਕਹਿੰਦੇ ਪਏ ਆ ਕਿ ਇਹਦੇ ਵਿੱਚ ਕੋਈ ਵੀ ਦੇਸ਼ ਧਰੋਹ ਦੀ ਝਲਕ ਨਹੀਂ ਹੈਗੀ। ਜਿਹੜੀਆਂ ਇਹ ਵੀਡੀਓ ਸਾਹਮਣੇ ਆਈਆਂ ਉਹਦੇ ਵਿੱਚ ਕੋਈ ਵੀ ਝਲਕ ਨਹੀਂ ਹੈਗੀ। ਪੁਲਿਸ ਨੇ ਜਿਹੜੀ ਜਾਤੀ ਇਹ ਪੂਰੇ ਐਪੀਸੋਡ ਦੇ ਵਿੱਚ ਕੀਤੀ ਹੈ ਉਹ ਜੱਗ ਜ਼ਾਹਿਰ ਹੋ ਚੁੱਕੀ ਹੈਗੀ ਹੈ ਕਿ ਪੁਲਿਸ ਨੇ ਸਿਰਫ ਤੇ ਸਿਰਫ ਇੱਕ ਪੋਲੀਟੀਕਲ ਪਾਰਟੀ ਨੂੰ ਖੁਸ਼ ਕਰਨ ਲਈ ਇਹ ਸਾਰੀ ਦੀ ਸਾਰੀ ਘਟਨਾਕ੍ਰਮ ਰਚਿਆ, ਕਨਈਆ ਕੁਮਾਰ ਨੂੰ ਫੜਿਆ। ਉਸ ਤੋਂ ਬਾਅਦ ਹੁਣ ਕੱਲ ਤੋਂ ਪੁਲਿਸ ਕਹਿੰਦੀ ਪਈ ਹੈ ਕਿ ਜੇ ਉਹ
ਕੋਰਟ ਦੇ ਵਿੱਚ ਲਾਉਂਦੇ ਹੈਗੇ ਆ ਤੇ ਅਸੀਂ ਅਪੋਜ਼ ਨਹੀਂ ਕਰਾਂਗੇ ਕਿ ਉਹਨਾਂ ਦਾ ਫਿਊਚਰ ਨਾ ਖਰਾਬ ਹੋ ਜਾਏ, ਉਹ ਇੱਕ ਸਟੂਡੈਂਟ ਹੈਗਾ ਵਾ। ਇਹ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਪਈਆਂ। ਮੈਂ ਨਹੀਂ ਸਮਝਦਾ ਕਿ ਦੇਸ਼ ਧਰੋਹ ਦਾ ਕੁਝ ਵੀ ਇਹਦੇ ਤੇ ਚਾਰਜਿਸ ਬਣਦੇ ਹੈਗੇ ਆ। ਪਰ ਦੂਜੀ ਚੀਜ਼ ਨਾਲ ਦੀ ਨਾਲ ਮੈਂ ਤੁਹਾਨੂੰ ਤੇ ਆਪਣੇ ਦਰਸ਼ਕਾਂ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਕੱਲ ਜਦੋਂ ਲੋਕਲ ਚੱਕ ਦੇ ਟੀਵੀ ਦੀ ਜਿਹੜੀ ਪੰਜਾਬ ਦੀ ਟੀਮ ਹੈਗੀ ਹੈ ਉਹ ਦਿੱਲੀ ਦੇ ਆਫਿਸਰ ਨਾਲ ਸੰਪਰਕ ਕਰਦੀ ਪਈ ਸੀਗੀ ਕਿ ਅਸੀਂ ਕਿਸੇ ਦਿੱਲੀ ਦੇ ਆਫਿਸਰ ਨੂੰ ਇੱਥੇ ਲਿਆ ਸਕੀਏ, ਉਦੋਂ ਮੇਰੀ ਇੱਕ ਆਪਣੀ ਗੱਲ ਕਿਸੇ ਆਫਿਸਰ ਦੇ ਨਾਲ ਹੋਈ। ਉਹਨਾਂ ਨੇ ਇਹ ਕਿਹਾ ਕਿ ਕਨਈਆ ਕੁਮਾਰ ਦਾ ਜਿਹੜਾ ਯੂਨਿਟ ਹੈ ਪਲੱਸ DSU ਜਿਹੜਾ ਇੱਕ ਅਫਜ਼ਲ ਬੰਦੇ ਦਾ ਨਾਮ ਆਉਂਦਾ ਹੈ, ਉਹਦਾ ਜਿਹੜਾ ਸਟੂਡੈਂਟਸ ਯੂਨੀਅਨ ਦਾ ਯੂਨਿਟ ਹੈਗਾ ਵਾ, ਇਹ ਕਈ ਕਾਫੀ ਦੇਰ ਤੋਂ ਪੁਲਿਸ ਇਹਨਾਂ ਤੇ ਨਜ਼ਰ ਰੱਖਦੇ ਹੋਏ ਸੀਗੀ। ਇਹ ਕਈ ਏਦਾਂ ਦੀਆਂ ਐਕਟੀਵਿਟੀ ਯੂਨੀਵਰਸਿਟੀ ਵਿੱਚ ਕਰ ਰਹੇ ਸੀਗੇ ਜਿਹਦੇ ਕਿਤੇ ਨਾ ਕਿਤੇ ਪੁਲਿਸ ਦੇ ਦਿਮਾਗ ਦੇ ਵਿੱਚ ਬੈਠ ਚੁੱਕਾ ਸੀਗਾ ਕਿ ਇਹ ਦੇਸ਼ ਵਿਰੋਧੀ ਐਕਟੀਵਿਟੀ ਕਰਦੀ ਹੈ। ਜਿੱਦਾਂ ਯੂਨੀਵਰਸਿਟੀ ਦੇ ਵਿੱਚ DSU ਨੇ ਇੱਕ ਵਾਰੀ ਹਿੰਦੂ ਦੇਵੀ ਦੇਵਤਿਆਂ ਦੀਆਂ ਨੰਗਿਆਂ ਦੀਆਂ ਫੋਟੋਆਂ ਲਾਈਆਂ ਸੀਗੀਆਂ, ਜਾਂ ਦੁਰਗਾ ਪੂਜਾ ਨਹੀਂ ਮਨਾਉਂਦੇ ਸੀਗੇ, ਇਹ ਕਿਸੇ ਹੋਰ ਬੰਦੇ ਦੀ ਪੂਜਾ ਕਰਦੇ ਸੀਗੇ। ਏਦਾਂ ਦੀਆਂ ਅਨੇਕ ਐਕਟੀਵਿਟੀਆਂ ਜਿਹਦਾ ਪੁਲਿਸ ਦੇ ਹਿਸਾਬ ਸਿਰ ਜਿਹੜੀ ਪੁਲਿਸ ਦੀ CID ਟੀਮ ਹੈ ਉਹ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਦੱਸ ਵੀ ਚੁੱਕੀ ਸੀਗੀ, ਕਾਫੀ ਵਾਰ ਦੱਸ ਚੁੱਕੀ ਸੀਗੀ। ਪਰ ਇੱਥੇ ਹਰ ਬੰਦੇ ਦਾ ਫੇਲੀਅਰ ਹੈ। ਮੈਂ ਸਮਝਦਾ ਯੂਨੀਵਰਸਿਟੀ ਪ੍ਰਸ਼ਾਸਨ ਦਾ ਵੀ ਫੇਲੀਅਰ ਹੈ ਜਿਨ੍ਹਾਂ ਨੇ ਉਹਨੂੰ ਅਫਜ਼ਲ ਗੁਰੂ ਦੀ ਬਰਸੀ ਮਨਾਉਣ ਨੂੰ ਜੇ ਇਹ ਸਾਰਾ ਕੁਝ ਗਤੀਵਿਧੀਆਂ ਚੱਲਦੀਆਂ ਪਈਆਂ ਸੀਗੀਆਂ ਤੇ ਇਜਾਜ਼ਤ ਦਿੱਤੀ। ਉਸ ਤੋਂ ਬਾਅਦ ਸਰਕਾਰ ਦਾ ਫੇਲੀਅਰ ਹੈ ਕਿ ਸਰਕਾਰ ਨੇ ਉਹਦੇ ਤੇ ਕੁਝ ਵੀ ਨਹੀਂ ਕੀਤਾ ਜੇ ਪਹਿਲੇ ਤੋਂ ਰਿਪੋਰਟਾਂ ਆਉਂਦੀਆਂ ਪਈਆਂ ਸੀ। ਉਸ ਤੋਂ ਬਾਅਦ ਪੁਲਿਸ ਦਾ ਫੇਲੀਅਰ ਹੈ ਕਿ ਪੁਲਿਸ ਨੇ ਸਿਰਫ ਤੇ ਸਿਰਫ ਵੀਡੀਓ 2-4 ਦੇਖ ਕੇ ਇਹ ਸਾਰਾ ਕੇਸ ਰਜਿਸਟਰ ਕਰਤਾ। ਜੇ ਪੁਲਿਸ ਨੂੰ ਪਹਿਲੇ ਤੋਂ ਆਉਂਦਾ ਪਿਆ ਸੀਗਾ, ਇਹ ਇਨਫੋਰਮੇਸ਼ਨ ਮਿਲਦੀ ਪਈ ਸੀਗੀ, ਪੁਲਿਸ ਪਹਿਲੇ ਐਕਸ਼ਨ ਲੈਂਦੀ, ਬਾਅਦ ਚ ਐਕਸ਼ਨ ਲੈਣ ਦਾ ਕੋਈ ਲੌਜਿਕ ਹੀ ਨਹੀਂ ਬਣਦਾ। ਤੁਸੀਂ ਸਿਸਟਮ ਦਾ ਫੇਲਿਅਰ ਕਹਿ ਰਹੇ ਹੋ, ਪਰ ਕਿਤੇ ਨਾ ਕਿਤੇ ਜੋ ਸੈਂਟਰ ਸਰਕਾਰ ਆ ਉਹ ਆਪਣੇ ਇਸ਼ਾਰਿਆਂ ਤੇ ਸਾਰਾ ਕੁਝ ਕਰਵਾ ਰਹੀ ਆ। ਤੁਸੀਂ ਇੰਨੇ ਸਾਰੇ ਡਿਪਾਰਟਮੈਂਟ ਦੇ ਫੇਲਿਅਰ ਦੀ ਕਿਉਂ ਗੱਲ ਕਰ ਰਹੇ ਹੋ? ਤੁਸੀਂ ਉਹ ਸਰਕਾਰ ਦੀ ਕਿਉਂ ਨਹੀਂ ਗੱਲ ਕਰਦੇ ਜਿਹੜੀ ਇੱਕ ਪਾਸੇ ਮੇਕ ਇਨ ਇੰਡੀਆ ਜਾਂ ਹੋਰ ਕੁਝ ਇੰਡੀਆ ਸਵੱਛ ਭਾਰਤ ਦੀਆਂ ਗੱਲਾਂ ਕਰਦੇ ਨੇ, ਕਰਪਸ਼ਨ ਫ੍ਰੀ ਗਵਰਨਮੈਂਟ ਦੀਆਂ ਗੱਲਾਂ ਕਰਦੇ ਨੇ, ਦੂਜੇ ਪਾਸੇ ਅਸੀਂ ਵੇਖ ਸਕਦੇ ਹਾਂ ਇਹਨੂੰ ਅਸੀਂ ਗੁੰਡਾ ਰਾਜ ਨਹੀਂ ਕਵਾਂਗੇ, ਹੋਰ ਕੀ ਕਵਾਂਗੇ? ਹਰਪ੍ਰੀਤ ਜੀ, ਮੈਂ ਇੱਥੇ ਇੱਕ ਚੀਜ਼ ਮੈਂਸ਼ਨ ਕਰਨੀ ਚਾਹੂੰਗਾ। IB ਨੇ 2 ਵਾਰ ਜਿਹੜੀ ਹੈਗੀ ਆ JNU ਯੂਨੀਵਰਸਿਟੀ ਦੀ ਲਿਸਟ ਜਿਹੜੀ ਹੈਗੀ ਆ ਹੋਮ ਮਿਨਿਸਟਰੀ ਨੂੰ ਦਿੱਤੀ ਹੈ, ਜਿਹਦੇ ਵਿੱਚ ਜਿਹੜੇ ਐਂਟੀ ਨੈਸ਼ਨਲਿਸਟ ਜਿਨ੍ਹਾਂ ਦੇ ਨਾਮ ਸੀਗੇ ਉਹ ਲਿਸਟ ਜਿਹੜੀ ਹੈਗੀ ਆ ਹੋਮ ਮਿਨਿਸਟਰੀ ਨੂੰ ਇੰਟੈਲੀਜੈਂਸ ਬਿਊਰੋ ਵੱਲੋਂ ਦਿੱਤੀ ਗਈ ਆ। ਦੋਨਾਂ ਲਿਸਟਾਂ ਦੇ ਵਿੱਚ ਜਿਹੜਾ ਕਨਈਆ ਕੁਮਾਰ ਦਾ ਨਾਮ ਨਹੀਂ ਸੀਗਾ। ਇਹ ਗੱਲ ਸਰਕਾਰੀ ਤੌਰ ਤੇ ਮੈਂਸ਼ਨ ਆ ਕਿ ਜਿਹੜੀਆਂ 2 ਲਿਸਟਾਂ IB ਨੇ ਦਿੱਤੀਆਂ, ਇੱਕ ਪਹਿਲਾਂ ਦਿੱਤੀ ਹੈ, ਇੱਕ ਹੁਣ ਇੰਸੀਡੈਂਸ ਦੇ ਦੌਰਾਨ ਦਿੱਤੀ ਹੈਗੀ ਆ, ਇਹਨਾਂ ਦੋਨਾਂ ਲਿਸਟਾਂ ਦੇ ਵਿੱਚ ਕਨਈਆ ਕੁਮਾਰ ਦਾ ਕਿਤੇ ਵੀ ਜਿਹੜਾ ਹੈਗਾ ਉਹ ਦੇਸ਼ ਧਰੋਹੀ ਵਾਲੇ ਮਾਮਲਿਆਂ ਦੇ ਵਿੱਚ ਜਾਂ ਦੇਸ਼ ਦੇ ਖਿਲਾਫ ਨਾਅਰੇ ਲਾਉਣ ਜਾਂ ਦੇਸ਼ ਦੇ ਖਿਲਾਫ ਐਕਟੀਵਿਟੀ ਕਰਨ ਦੇ ਵਿੱਚ ਕਿਤੇ ਵੀ ਨਾਮ ਨਹੀਂ ਸੀਗਾ। ਉਸ ਦੇ ਬਾਵਜੂਦ ਵੀ ਉਹਨੂੰ ਇਹ ਗੱਲ ਕਰਨੀ ਚਾਹੀਦੀ ਹੈ। ਦੇਖੋ, ਜੋ ਕਨਈਆ ਕੁਮਾਰ ਜੀ ਤੇ ਜੋ ਵੀਡੀਓ ਵਿਖਾ ਕੇ ਇੱਥੇ ਸਰਕਾਰ ਨੇ ਜੋ ਮੈਂ ਉਹੀ ਗੱਲ ਕਰ ਰਿਹਾ, ਮੈਂ ਦਿਲਰਾਜ ਜੀ ਦੀ ਗੱਲ ਦੇ ਉੱਪਰ ਗੱਲ ਕਰਨੀ ਚਾਹ ਰਿਹਾ ਕਿ ਉਹ ਕਹਿ ਰਹੇ ਨੇ ਕਿ ਜਿਹੜੀ ਸਰਕਾਰ ਹੈਗੀ ਆ ਉਹਨਾਂ ਦੀ ਨਾਕਾਮੀ, ਸਰਕਾਰ ਦੀ ਨਾਕਾਮੀ ਕਿੱਥੇ ਆ? IB ਤਾਂ ਕਹਿੰਦੀ ਆ ਕਿ ਕਨਈਆ ਕੁਮਾਰ ਦਾ ਨਾਮ ਹੀ ਹੈ ਨਹੀਂ ਗਾ ਇਹਦੇ ਵਿੱਚ। ਸਰਕਾਰ ਦੀ ਨਾਕਾਮੀ ਨਹੀਂ ਹੈ ਜੀ, ਸਰਕਾਰ ਦੀ ਚਲਾਕੀ ਹੈ ਇਹ। ਸਰਕਾਰ ਆਪਣੇ ਮਨਸੂਬਿਆਂ ਨੂੰ ਕਾਮਯਾਬ ਕਰਨ ਵਾਸਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਆ, ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ, ਲੋਕਾਂ ਨੂੰ ਦੇਸ਼ ਭਗਤੀ ਦੇ ਨਾਂ ਤੇ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਦਿਲਰਾਜ ਜੀ, ਇੱਥੇ ਕਿਤੇ ਨਾ ਕਿਤੇ ਦੇਸ਼ ਭਗਤੀ ਦੀਆਂ ਡੈਫੀਨੇਸ਼ਨ ਨੂੰ ਚੇਂਜ ਕੀਤਾ ਜਾ ਰਿਹਾ ਹੈ। ਦੇਸ਼ ਭਗਤੀ ਦੀ ਡੈਫੀਨੇਸ਼ਨ ਨੂੰ ਇਹ ਤੇ ਉਹ ਗੱਲ ਹੋ ਗਈ ਕਿ ਜੇ ਤੁਸੀਂ RSS ਦੀ ਗੱਲ ਕਰੋ ਤੁਸੀਂ ਦੇਸ਼ ਭਗਤ ਜੋ, ਜੇ ਤੁਸੀਂ RSS ਦੇ ਖਿਲਾਫ ਗੱਲ ਕਰੋ ਤੁਸੀਂ ਦੇਸ਼ ਭਗਤ ਨਹੀਂ ਜੋ। ਇਸ ਪੂਰੇ ਘਟਨਾਕ੍ਰਮ ਜਿਹੜੀ ਦੇਸ਼ ਭਗਤੀ ਦੀ ਗੱਲ ਕੀਤੀ ਜਾ ਰਹੀ ਆ ਬਿਲਕੁਲ ਗਲਤ ਆ। ਉਸ ਤੋਂ ਬਾਅਦ ਜੋ ਕੱਲ ਦੀ ਨਿਊਜ਼ ਆ ਰਹੀ ਆ ਕਿ ਇੱਕ ਮੀਟਿੰਗ ਕਰਕੇ ਸਮ੍ਰਿਤੀ ਇਰਾਨੀ ਜੀ ਨੇ ਇੱਕ ਮੀਟਿੰਗ ਕਰਕੇ ਜਿੰਨੇ ਵਿਸ਼ਵਵਿਦਿਆਲਿਆ ਨੇ 47 ਵਿਸ਼ਵਵਿਦਿਆਲਿਆ ਉੱਤੇ ਤਿਰੰਗਾ ਲਹਿਰਾਉਣ ਦੀ ਗੱਲ ਕੀਤੀ ਗਈ ਆ। ਇਹ ਵੀ ਇੱਕ ਡਰਾਮਾ ਵਾ। ਇੱਕ ਪਾਸੇ ਤੁਸੀਂ ਤਿਰੰਗਾ ਲਹਿਰਾਉਣ ਦੀ ਗੱਲ ਕਰਦੇ ਜੋ, ਦੂਜੇ ਪਾਸੇ ਤੁਸੀਂ ਸੱਚੇ ਲੋਕਾਂ ਨੂੰ, ਉਹ ਲੋਕ ਜੋ ਸਹੀ ਗੱਲ ਕਰਦੇ ਨੇ ਉੱਤੇ ਵੀਡੀਓ ਨੂੰ, ਐਡੀਟਡ ਵੀਡੀਓ ਨੂੰ ਆਧਾਰ ਬਣਾ ਕੇ ਉਹਨਾਂ ਦੇ ਦੇਸ਼ ਧਰੋਹੀ ਦੇ ਚਾਰਜ ਲਾਉਂਦੇ ਜੋ। ਸਰਦੀਪ ਜੀ, ਹਰਪ੍ਰੀਤ ਜੀ, ਜਗੀਰ ਜੀ ਕਹਿ ਰਿਹਾ ਕਿ ਪੁਲਿਸ ਨੇ ਬਹੁਤ ਕਾਲੀ ਦੇ ਵਿੱਚ ਜਾਂ ਸਰਕਾਰ ਨੇ ਬਹੁਤ ਕਾਲੀ ਦੇ ਵਿੱਚ ਐਕਸ਼ਨ ਲਿਆ। ਮੈਂ ਇਹਨੂੰ ਕਾਲੀ ਚ ਲਿਆ ਐਕਸ਼ਨ ਬਿਲਕੁਲ ਨਹੀਂ ਕਹਾਂਗਾ। ਮੈਂ ਵੀ ਨਹੀਂ ਮੰਨਦਾ। ਯੂ ਆਰ ਰਾਈਟ ਸਰਦੀਪ ਜੀ, ਮੈਂ ਵੀ ਨਹੀਂ ਮੰਨਦਾ ਇਹਨੂੰ ਕਾਲੀ ਚ ਲਿਆ ਐਕਸ਼ਨ। ਸੋਚੇ ਸਮਝੇ ਐਕਸ਼ਨ ਦੀ ਸ਼ਕਲ ਦੇ ਵਿੱਚ ਇਹਨੂੰ ਨੋਟ ਕਰਦਾ। ਔਰ ਇਹਦੀ ਇੱਕ ਵਜ੍ਹਾ ਇਹ ਵੀ ਹੈ ਕਿ ਸਰਕਾਰ ਬਣੀ ਨੂੰ ਲਗਭਗ 2 ਸਾਲ ਬੀਤ ਚੁੱਕੇ ਨੇ ਔਰ ਇਹਨਾਂ ਸਾਲਾਂ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਤੇਲ ਦੀਆਂ ਕੀਮਤਾਂ ਵੀ ਬਹੁਤ ਡਾਊਨ ਚਲੇ ਗਈਆਂ ਨੇ। ਇਹਦੇ ਬਾਵਜੂਦ ਭਾਰਤ ਦੀ ਆਰਥਿਕਤਾ ਦੇ ਵਿੱਚ ਕੋਈ ਬਹੁਤ ਜ਼ਿਆਦਾ ਵੱਡੀ
ਤਬਦੀਲੀ ਨਹੀਂ ਵਾਪਰ ਸਕੀ। ਜਿਹੜੀ ਤਬਦੀਲੀ ਵਾਪਰ ਜਾਣ ਦੇ ਸੁਪਨੇ ਨਰਿੰਦਰ ਮੋਦੀ ਸਰਕਾਰ ਨੇ ਜਾਂ ਮੁਹਿੰਮ ਦੌਰਾਨ ਦਿਖਾਏ ਸੀ, ਆਪਣੀ ਉਸ ਅਸਫਲਤਾ ਨੂੰ ਦਬਾਉਣ ਲਈ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕਿ ਦੇਸ਼ ਦੇ ਅੰਦਰ, ਸਮਾਜ ਦੇ ਅੰਦਰ, ਸਿਆਸਤ ਦੇ ਅੰਦਰ ਹਿੰਦੂਤਵ ਦੇ ਨਾਂ ਦੇ ਉੱਤੇ ਵੰਡ ਪੈਦਾ ਕਰ ਦਿੱਤੀ ਜਾਵੇ ਤੇ ਇਹਦੇ ਨਾਲ ਜਿਹੜੇ ਰੀਅਲ ਇਸ਼ੂ ਨੇ ਉਹਨਾਂ ਨੂੰ ਡਿਲੀਟ ਕਰ ਦਿੱਤਾ ਜਾਵੇ। ਕਨ੍ਹਈਆ ਕੁਮਾਰ ਦਾ ਕਸੂਰ ਸਿਰਫ ਇੰਨਾ ਵਾ ਕਿ ਉਹ ਰੀਅਲ ਇਸ਼ੂ ਨੂੰ ਵਾਰ-ਵਾਰ ਉਭਾਰਨ ਦਾ ਯਤਨ ਕਰ ਰਹੇ ਸਨ ਤੇ ਇਸੇ ਇਸ਼ੂ ਕਰਕੇ ਉਹਨਾਂ ਦੇ ਖਿਲਾਫ ਦੇਸ਼ ਧਰੋਹ ਦਾ ਕੇਸ ਦਰਜ ਕਰ ਦਿੱਤਾ ਗਿਆ। ਜਿਸ ਸਪੀਚ ਦੀ ਗੱਲ ਤੁਸੀਂ ਕਰ ਰਹੇ ਹੋ, ਕਨ੍ਹਈਆ ਕੁਮਾਰ ਦੀ ਸਪੀਚ ਦੀ, ਉਸ ਸਪੀਚ ਦੇ ਵਿੱਚ ਕਨ੍ਹਈਆ ਕੁਮਾਰ ਨੇ ਇੱਕ ਵਾਰ ਇਹ ਵੀ ਗੱਲ ਉਠਾਈ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਚੰਡੀਗੜ੍ਹ ਵਾਲੇ ਸ਼ਹੀਦ ਭਗਤ ਸਿੰਘ ਏਅਰਪੋਰਟ ਦਾ ਨਾਂ ਕਿਸੇ ਸੰਘੀ ਦੇ ਨਾਂ ਦੇ ਉੱਤੇ ਰੱਖਣਾ ਚਾਹੁੰਦੀ ਹੈ। ਇਹ ਤਰ੍ਹਾਂ ਵੀ ਜਿਹੜੀਆਂ ਵਾਰ-ਵਾਰ ਕਨ੍ਹਈਆ ਕੁਮਾਰ ਉਠਾ ਰਹੇ ਸਨ, ਉਹਦੇ ਖਿਲਾਫ ਇਹ ਬਹੁਤ ਵੱਡੀ ਸਾਜ਼ਿਸ਼ ਦਾ ਹਿੱਸਾ। ਦੂਸਰੀ ਗੱਲ, ਜਦੋਂ ਹੁਣ ABVP ਵਾਲੇ ਵਿਦਿਆਰਥੀਆਂ ਨੇ ਬਗਾਵਤ ਕੀਤੀ ਆਪਣੀ ਜਥੇਬੰਦੀ ਵਿੱਚੋਂ, ਉਹਨਾਂ ਨੇ ਸਭ ਤੋਂ ਵੱਡਾ ਇਲਜ਼ਾਮ ਆਪਣੀ ਜਥੇਬੰਦੀ ਉੱਤੇ ਇਹ ਲਾਇਆ ਹੈ ਕਿ ਸਾਡੀ ਜਥੇਬੰਦੀ ਨੇ ਪੂਰੀ ਦੀ ਪੂਰੀ ਯੂਨੀਵਰਸਿਟੀ ਨੂੰ ਦੇਸ਼ ਵਿਰੋਧੀ ਸਾਬਤ ਕਰਨ ਦੀ ਮੁਹਿੰਮ ਦਾ ਹਿੱਸਾ ਬਣ ਕੇ ਸੰਘਰਸ਼ ਕੀਤਾ ਤੇ ਅਸੀਂ ਇਸ ਸੰਘਰਸ਼ ਨਾਲ ਸਹਿਮਤ ਨਹੀਂ ਹਾਂ। ਇੱਕ ਗੱਲ ਜਿਹੜੀ ਜ਼ਰੂਰ ਨੋਟ ਕਰਨ ਵਾਲੀ ਆ, ਸੀ ਨਿਊਜ਼ ਨੇ 10 ਤਰੀਕ ਨੂੰ 11 ਤਰੀਕ ਨੂੰ ਇਹ ਦਾਅਵਾ ਕੀਤਾ ਕਿ ਸਾਡੀ ਵਿਖਾਈ ਗਈ ਵੀਡੀਓ ਦੇ ਆਧਾਰ ਦੇ ਉੱਤੇ ਕਨ੍ਹਈਆ ਕੁਮਾਰ ਦੇ ਖਿਲਾਫ ਕੇਸ ਹੋ ਗਿਆ। ਇਹਦੇ ਤੋਂ ਵੱਧ ਸ਼ਰਮਨਾਕ ਗੱਲ ਕੋਈ ਨਹੀਂ ਹੋ ਸਕਦੀ ਕਿ ਮੀਡੀਆ ਤੋੜ ਮਰੋੜ ਕੇ ਐਡਿਟ ਕਰਕੇ ਕੋਈ ਵੀਡੀਓ ਚਲਾਵੇ ਤੇ ਉਹਦੇ ਆਧਾਰ ਤੇ ਕੇਸ ਦਰਜ ਹੋਣ ਨੂੰ ਆਪਣਾ ਮਾਣ ਸਮਝੇ। ਚੰਗੀ ਗੱਲ ਇਹ ਵਾਪਰੀ ਹੈ ਕਿ ਦੂਸਰੇ ਮੀਡੀਆ ਹਾਊਸਿਸ ਨੇ ਰੀਅਲ ਜਿਹੜੀਆਂ ਵੀਡੀਓਜ਼ ਨੇ ਉਹਨੂੰ ਵਿਖਾ ਕੇ ਇਹ ਸਾਬਤ ਕਰ ਦਿੱਤਾ ਕਿ ਸੀ ਨਿਊਜ਼ ਵੀ ਝੂਠ ਬੋਲ ਰਿਹਾ, ਦਿੱਲੀ ਦੀ ਪੁਲਿਸ ਵੀ ਝੂਠ ਬੋਲ ਰਹੀ ਹੈ ਤੇ ਉਹਨੂੰ ਸਪੋਰਟ ਕਰ ਰਹੀ ਕੇਂਦਰ ਸਰਕਾਰ ਵੀ ਪੂਰੀ ਤਰ੍ਹਾਂ ਝੂਠ ਬੋਲ ਰਹੀ ਹੈ। ਉੱਥੇ ਤੋਂ ਕਿਹਾ ਜਾ ਰਿਹਾ ਕਿ ਅਸੀਂ ਉਹਦੀ ਜ਼ਮਾਨਤ ਦੇ ਖਿਲਾਫ ਕੋਈ ਇਤਰਾਜ਼ ਪ੍ਰਗਟ ਨਹੀਂ ਕਰਾਂਗੇ, ਪੁਲਿਸ ਵੱਲੋਂ ਕਿਹਾ ਜਾ ਰਿਹਾ। ਤਾਂ ਇਹਦਾ ਮਤਲਬ ਇਹੀ ਹੈ ਕਿ ਨੈਤਿਕ ਤੌਰ ਤੇ ਸਰਕਾਰ ਹਾਰ ਚੁੱਕੀ ਹੈ ਤੇ ਪ੍ਰੈਕਟੀਕਲੀ ਸਮਾਜ ਦੇ ਅੰਦਰ ਜਿਹੜੀ ਪੈਦਾ ਹੋਈ ਵੰਡ ਹੈ ਇਹਦਾ ਉਹ ਲਾਹਾ ਅਗਲੇ ਦਿਨਾਂ ਦੇ ਵਿੱਚ ਵੀ ਲੈਣ ਦਾ ਯਤਨ ਕਰਨਗੇ, ਕਿਉਂਕਿ ਅਗਲੇ ਸਾਲ ਦੇ ਵਿੱਚ ਕਈ ਰਾਜਾਂ ਦੇ ਵਿੱਚ ਚੋਣਾਂ ਹੋਣ ਵਾਲੀਆਂ ਔਰ ਇਹ ਤਜਰਬਾ ਦੱਸਦਾ ਕਿ ਭਾਰਤੀ ਜਨਤਾ ਪਾਰਟੀ ਹਰ ਚੋਣ ਤੋਂ ਪਹਿਲਾਂ 2, 4, 6 ਮਹੀਨੇ, ਸਾਲ ਇਸ ਤਰ੍ਹਾਂ ਦੀਆਂ ਮੁਹਿੰਮਾਂ ਛੇੜ ਲੈਂਦੀ ਆ ਜਿਹਦੇ ਵਿੱਚ ਰੀਅਲ ਇਸ਼ੂ ਗਾਇਬ ਹੋ ਜਾਣ ਤੇ ਧਰਮ ਦੇ ਨਾਂ ਦੇ ਉੱਤੇ, ਹਿੰਦੂਤਵ ਦੇ ਨਾਂ ਦੇ ਉੱਤੇ ਉਹਨਾਂ ਨੂੰ ਵੋਟਾਂ ਮਿਲ ਜਾਣ। ਬਿਲਕੁਲ, ਕਾਫੀ ਸਹੀ ਗੱਲਾਂ ਕੀਤੀਆਂ ਤੁਸੀਂ ਸਰਦੀਪ ਜੀ। ਜੀ ਨਿਊਜ਼ ਉਹ ਨਿਊਜ਼ ਚੈਨਲ ਜਿਹੜਾ ਇੱਕ ਵਾਰੀ ਥੱਪੀਆਂ ਦਿੰਦਾ ਸੀ ਆਪਣੇ ਇਸ ਸਕ੍ਰਿਪਟਡ ਵੀਡੀਓ ਨੂੰ, ਐਡਿਟ ਕੀਤੇ ਹੋਏ ਵੀਡੀਓ ਦੇ ਉੱਤੇ ਨਾਚ ਕਰਦਾ ਸੀ, ਅੱਜ ਉਹ ਜੀ ਨਿਊਜ਼ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਇਹ ਜਿਹੜਾ ਸੱਚਾ ਵੀਡੀਓ, ਜਿਹੜਾ ਅਸਲੀ ਵੀਡੀਓ ਸਾਹਮਣੇ ਆਇਆ ਵਾ, ਇਹਦੇ ਬਾਰੇ ਜੀ ਨਿਊਜ਼ ਦਾ ਕੀ ਖਿਆਲ ਆ। ਇਹਦੇ ਨਾਲ ਹੀ ਮੈਂ ਗੱਲ ਨੂੰ ਥੋੜਾ ਜਿਹਾ ਅੱਗੇ ਵਧਾਊਂਗਾ। ਜੋ ਪਟਿਆਲਾ ਹਾਊਸ ਕੋਰਟ, ਜੋ ਦਿੱਲੀ ਵਿੱਚ ਪਟਿਆਲਾ ਹਾਊਸ ਕੋਰਟ ਜਦੋਂ ਕਨ੍ਹਈਆ ਜੀ ਨੂੰ ਪੇਸ਼ ਕੀਤਾ ਜਾ ਰਿਹਾ ਸੀ, ਉੱਥੇ ਕੁਝ ਲਾਇਰਾਂ ਦੁਆਰਾ ਉਹਨਾਂ ਨਾਲ ਮਾਰਕੁੱਟ ਕੀਤੀ ਗਈ। ਉਸ ਤੋਂ ਬਾਅਦ ਚੱਲਦੇ ਸੁਪਰੀਮ ਕੋਰਟ ਵੱਲੋਂ ਇਸ ਪੂਰੀ ਘਟਨਾਕ੍ਰਮ ਦੀ ਜਾਂਚ ਕਰਨ ਦੀ ਗੱਲ ਕੀਤੀ ਗਈ। 6 ਮੈਂਬਰ ਕਮੇਟੀ ਬਣਾਈ ਗਈ। ਉਸ 6 ਮੈਂਬਰ ਕਮੇਟੀ ਦੀ ਰਿਪੋਰਟ ਆ ਚੁੱਕੀ ਆ। 6 ਮੈਂਬਰ ਕਮੇਟੀ ਨੇ ਇੱਕ ਸੀਲਡ ਐਨਵਲਪ ਵਿੱਚ ਜੱਜ ਸਾਹਿਬ ਨੂੰ ਆਪਣੀ ਰਿਪੋਰਟ ਦੇ ਦਿੱਤੀ ਹੈ ਤੇ ਕੁੱਲ ਮਿਲਾ ਕੇ ਉਸ ਰਿਪੋਰਟ ਜੋ ਮੈਂ ਤੁਹਾਨੂੰ ਕੰਕਲੂਜਨ ਕੱਢਾਂ ਜਾਂ ਸਿੱਧੀ ਮੈਂ ਗੱਲ ਤੇ ਆਵਾਂ, ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਸਿੱਧਾ ਗੱਲ ਤੇ ਆਈਏ, ਉਹ ਇਹ ਲਿਖਿਆ ਗਿਆ ਵਾ ਕਿ ਜੋ ਕੋਰਟ ਵਿੱਚ ਹੋਇਆ ਉਹ ਦਿੱਲੀ ਸਰਕਾਰ ਤੇ ਕੁਝ ਲਾਇਰਸ ਦੀ ਮਿਲੀ ਭੁਗਤ ਸੀ। ਮੈਂ ਫਿਰ ਤੋਂ ਰਿਪੀਟ ਕਰਦਾ, ਜੋ ਕਨ੍ਹਈਆ ਜੀ ਨਾਲ, ਜੋ ਜਰਨਲਿਸਟ ਨਾਲ ਹੋਇਆ, ਉਹ ਦਿੱਲੀ ਸਰਕਾਰ ਤੇ ਕਨ੍ਹਈਆ ਜੀ ਦੀ ਮਿਲੀ ਭੁਗਤ ਸੀ। ਬਿਲਕੁਲ ਜੀ ਹਾਂਜੀ, ਨੋਟ ਕਰੋ ਕਿ ਜਦੋਂ ਕਨ੍ਹਈਆ ਕੁਮਾਰ ਦੇ ਖਿਲਾਫ ਤਾਂ ਕੋਈ ਸਿੱਧਾ ਸਬੂਤ ਵੀ ਨਹੀਂ ਹੈ। ਜਿਹੜੀ ਵੀਡੀਓ ਸੀ ਨਿਊਜ਼ ਵੀ ਦਿਖਾ ਰਿਹਾ ਸੀ ਉਹਦੇ ਵਿੱਚ ਵੀ ਕਨ੍ਹਈਆ ਕੁਮਾਰ ਦੀ ਉੱਤੇ ਸਿੱਧਾ ਕੋਈ ਇਲਜ਼ਾਮ ਨਹੀਂ ਸੀ ਬਣਦਾ। ਉਹਦੇ ਚ ਵੀ ਉਹ ਕਿਤੇ ਇਹੋ ਜਿਹੇ ਨਾਅਰੇ ਲਾਉਂਦੇ ਨਜ਼ਰ ਨਹੀਂ ਆਏ। ਈਵਨ ਜਿਹੜੇ ਨਾਅਰੇ ਹੁਣ ਉੱਧਰ ਕੇ ਸਾਹਮਣੇ ਆ ਰਹੇ, ਉਹ ਕਿਸ ਚੀਜ਼ ਤੋਂ ਆਜ਼ਾਦੀ ਚਾਹੁੰਦੇ ਨੇ, ਉਸ ਵੀਡੀਓ ਦੇ ਵਿੱਚ
ਉਹ ਆਜ਼ਾਦੀ ਸ਼ਬਦ ਦੀ ਤੋੜ ਮਰੋੜ ਕੇ ਨਹੀਂ ਸੀ ਇਸਤੇਮਾਲ ਕੀਤਾ ਗਿਆ। ਫਿਰ ਵੀ ਉਹਨਾਂ ਦੇ ਉੱਤੇ ਦੇਸ਼ ਧਰੋਹ ਦਾ ਕੇਸ ਦਰਜ ਕਰ ਦਿੱਤਾ ਗਿਆ। ਜਦੋਂ ਮਾਮਲਾ ਵਕੀਲਾਂ ਵਾਲਾ ਆਇਆ ਤਾਂ ਉਦੋਂ ਪੁਲਿਸ ਦਿੱਲੀ ਦੀ ਇਹ ਕਹਿੰਦੀ ਰਹੀ ਕਿ ਅਸੀਂ ਅਜੇ ਇਨਵੈਸਟੀਗੇਟ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਕੇਸ ਦਰਜ ਕਰਾਂਗੇ। ਇਹੀ ਕਾਰਨ ਹੈ ਕਿ ਉਹ ਘਟਨਾ 2 ਦਿਨ ਬਾਅਦ ਫਿਰ ਵਾਪਰ ਗਈ। ਪਰ ਜਦੋਂ ਪੁਲਿਸ ਨੂੰ ਇਹ ਲੱਗਿਆ ਕਿ ਹਾਲਾਤ ਬਿਲਕੁਲ ਬੇਕਾਬੂ ਹੁੰਦੇ ਜਾ ਰਹੇ ਨੇ, ਵਕੀਲ ਬਹੁਤ ਵੱਡੀ ਪੱਧਰ ਉੱਤੇ ਹਿੰਸਕ ਹੋ ਗਏ ਨੇ, ਉਦੋਂ ਕਨ੍ਹਈਆ ਕੁਮਾਰ ਨੂੰ ਹੈਲਮਟ ਪਾ ਕੇ ਪੁਲਿਸ ਦੀ ਵਰਦੀ ਪਾ ਕੇ ਕੋਰਟ ਦੇ ਵਿੱਚੋਂ ਲੈ ਕੇ ਗਏ ਨੇ ਵਾਪਸ। ਇਹਦਾ ਮਤਲਬ ਪੁਲਿਸ ਉਨੀ ਕੁ ਹੱਦ ਤੱਕ ਕਨ੍ਹਈਆ ਕੁਮਾਰ ਦੇ ਉੱਤੇ ਅਟੈਕ ਪਸੰਦ ਕਰਦੀ ਸੀ ਜਿੰਨੀ ਕੁ ਹੱਦ ਤੱਕ ਉਹਦਾ ਕੋਈ ਜਾਨੀ ਨੁਕਸਾਨ ਨਾ ਹੋ ਜਾਵੇ, ਉਹਨੂੰ ਕੋਈ ਬਹੁਤ ਜ਼ਿਆਦਾ ਸੱਟਾਂ ਨਾ ਲੱਗ ਜਾਣ। ਪਰ ਜਿੱਥੇ ਲੱਗਿਆ ਕਿ ਉਹਦੀ ਪੋਜੀਸ਼ਨ ਬਿਲਕੁਲ ਖਰਾਬ ਹੋ ਸਕਦੀ ਆ, ਉਹਦੇ ਤੇ ਅਟੈਕ ਵੱਡਾ ਹੋ ਸਕਦਾ, ਉਦੋਂ ਪੁਲਿਸ ਨੇ ਉਹਨੂੰ ਬਚਾਇਆ ਵੀ ਆ। ਇਹਦਾ ਮਤਲਬ ਪੁਲਿਸ ਕਿੱਥੇ ਕਿੰਨਾ ਕੰਮ ਕਰਨਾ ਇਸ ਨੂੰ ਸਮਝ ਕੇ ਚੱਲ ਰਹੀ ਹੈ। ਹਰਪ੍ਰੀਤ ਜੀ, ਜਿੱਦਾਂ ਤੁਸੀਂ ਗੱਲ ਕੀਤੀ ਕਿ ਵਕੀਲਾਂ ਦੀ ਜਿਹੜੀ ਰਿਪੋਰਟ ਆਈ ਆ ਉਹਦੇ ਵਿੱਚ ਰਿਪੋਰਟ ਵਿੱਚ ਫਿਰ ਜਿਹੜੀ ਹੈਗੀ ਆ ਉਹ ਰਾਜਨੀਤੀ ਕੀਤੀ ਗਈ ਆ। ਉਹ ਰਿਪੋਰਟ ਦੇ ਵਿੱਚ ਸਾਫ਼ ਦਿਖ ਰਿਹਾ ਕਿ ਬੀਜੇਪੀ ਇਸ ਮੁੱਦੇ ਦੇ ਉੱਤੇ ਕੋਈ ਵੀ ਐਂਗਲ ਨਹੀਂ ਛੱਡਣਾ ਚਾਹੁੰਦੀ। ਉਹ ਹਰ ਗੱਲ ਦੇ ਉੱਪਰ ਰਾਜਨੀਤੀ ਕਰਨਾ ਚਾਹੁੰਦੀ ਆ। ਉਹ ਉਸ ਵਕੀਲਾਂ ਦੇ ਜਿਹੜਾ ਕਨ੍ਹਈਆ ਕੁਮਾਰ ਦੇ ਉੱਪਰ ਔਰ ਜਿਹੜੇ ਉੱਥੇ ਪ੍ਰੈਸ ਕੋਰਸਪੋਂਡੈਂਟ ਸੀਗੇ ਉਹਨਾਂ ਦੇ ਉੱਪਰ ਅਟੈਕ ਨੂੰ ਵੀ ਉਹ ਜਿਹੜਾ ਹੈਗਾ ਦਿੱਲੀ ਸਰਕਾਰ ਨਾਲ ਆਪ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਆ, ਤਾਂ ਕਿ ਜਿਹੜਾ ਮੁੱਦਾ ਹੈਗਾ ਇਹਨੂੰ ਦਿੱਲੀ ਦੇ ਲੋਕਾਂ ਦੇ ਵਿੱਚ ਵੀ ਇੱਕ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਜਾ ਸਕੇ। ਮੈਂ ਸ਼ੁਰੂ 'ਚ ਕਿਹਾ ਸੀਗਾ ਕਿ ਇਹ ਜਿਹੜਾ ਬੀਜੇਪੀ ਹੈਗੀ ਆ ਇਸ ਮੁੱਦੇ ਨੂੰ ਉਹ ਹਰ ਤਰੀਕੇ ਨਾਲ ਵਰਤਣਾ ਚਾਹੁੰਦੀ ਆ। ਜੇ ਔਰ ਇਹ ਗੱਲ ਜੱਗ ਜ਼ਾਹਰ ਸੀ, ਇਹ ਗੱਲ ਸਾਫ਼ ਸੀ, ਉਹ ਬੰਦੇ ਦਾ ਚਿਹਰਾ ਸਾਫ਼ ਸੀ ਜਿਸ ਬੰਦੇ ਨੇ ਕਨ੍ਹਈਆ ਕੁਮਾਰ ਦੇ ਉੱਪਰ ਅਟੈਕ ਕੀਤਾ। ਚੌਹਾਨ, ਜਿਹਦੀਆਂ ਕਿ ਬੀਜੇਪੀ ਲੀਡਰਸ ਨਾਲ ਤੁਸੀਂ ਫੋਟੋਗ੍ਰਾਫਸ ਦੇਖ ਸਕਦੇ ਹੋ, ਉਹਦੇ ਫੇਸਬੁੱਕ ਤੇ ਜਾ ਕੇ ਦੇਖ ਸਕਦੇ ਹੋ। ਉਹ ਬੀਜੇਪੀ ਦਾ ਇੱਕ ਨੁਮਾਇੰਦਾ ਹੈ ਔਰ ਉਹ ਅਟੈਕ ਕਰਦਾ ਨਾਲ 100-200 ਗੁੰਡਾ ਵਕੀਲ ਲੈ ਕੇ। ਔਰ ਉਸ ਤੋਂ ਬਾਅਦ ਰਿਪੋਰਟ ਆਉਂਦੀ ਹੈ ਕਿ ਉਹ ਜਿਹੜੀ ਹੈਗੀ ਆ ਸਾਜ਼ਿਸ਼ ਹੈਗੀ ਆ, ਦਿੱਲੀ ਗੌਰਮੈਂਟ ਦੀ ਸਾਜ਼ਿਸ਼ ਹੈਗੀ ਆ। ਇਹ ਸਾਫ਼ ਤੇ ਸਾਫ਼ ਇਹ ਗੱਲ ਸਪਸ਼ਟ ਕਰਦੀ ਹੈ ਕਿ ਬੀਜੇਪੀ ਇਹਦੇ ਵਿੱਚ 100% ਇਨਵੋਲਵ ਹੈ। ਆਰਐਸਐਸ ਦੇ ਜਿਹੜੇ ਮੈਂ ਜਿੱਦਾਂ ਸ਼ੁਰੂ 'ਚ ਕਿਹਾ ਸੀਗਾ, ਜੋ ਆਰਐਸਐਸ ਦਾ ਏਜੰਡਾ ਹੈਗਾ ਉਹਨੂੰ ਪੂਰਾ ਕਰਨ ਦੇ ਵਿੱਚ ਜਾਂ ਆਪਣੀਆਂ ਇਲੈਕਸ਼ਨ ਦੇ ਲਈ ਲੋਕਾਂ ਨੂੰ ਭਰਮਾਉਣ ਦੇ ਵਿੱਚ ਬੀਜੇਪੀ ਕੋਈ ਵੀ ਕਸਰ ਨਹੀਂ ਛੱਡਣਾ ਚਾਹੁੰਦੀ। ਉਹ ਜਿੰਨੀ ਵੀ ਸਰਕਾਰੀ ਮਸ਼ੀਨਰੀ ਨੂੰ ਵਰਤ ਸਕਦੀ ਆ, ਜਿੰਨੀ ਵੀ ਉਹ ਹਾਈ ਕੋਰਟ ਹੋਵੇ ਜਾਂ ਸੁਪਰੀਮ ਕੋਰਟ ਹੋਵੇ ਜਾਂ ਕਿਤੇ ਵੀ ਜਿਹੜੇ ਵਕੀਲ ਹੈਗੇ ਆ ਜਾਂ ਜਿੰਨੇ ਵੀ ਸਮਾਜ ਦੇ ਵਿੱਚ ਰਿਸਪੌਂਸੀਬਲ ਲੋਕ ਹੈਗੇ ਆ ਜਿਨ੍ਹਾਂ ਦੀ ਗੱਲ ਸੁਣੀ ਜਾ ਸਕਦੀ ਆ, ਜਿਨ੍ਹਾਂ ਦੀ ਗੱਲ ਤੇ ਯਕੀਨ ਕੀਤਾ ਜਾ ਸਕਦਾ, ਉਹਨਾਂ ਨੂੰ ਵੀ ਆਪਣੇ ਨਾਲ ਮਿਲਾ ਕੇ ਆਪਣੇ ਇਸ ਦੁਸ਼ਕਰਮ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਸ਼ਾਮਲ ਕੀਤਾ ਹੋਇਆ ਔਰ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੀ। ਸਾਫ਼ ਦਿਖ ਰਿਹਾ ਕਿ ਬੀਜੇਪੀ ਦੇ ਲੋਕ ਉਹਦੇ ਤੇ ਅਟੈਕ ਕਰਦੇ ਨੇ ਔਰ ਇਲਜ਼ਾਮ ਜਿਹੜਾ ਹੈਗਾ ਆਪ ਦੇ ਉੱਪਰ ਲਗਾਇਆ ਜਾਂਦਾ। ਜੇ ਯੂਨੀਵਰਸਿਟੀ ਦੀ ਗੱਲ ਕਰਦੇ ਆ, ਇਲਜ਼ਾਮ ਜਿਹੜਾ ਹੈਗਾ ਜੰਮੂ ਕਸ਼ਮੀਰ ਦੇ ਰੈਡੀਕਲ ਗਰੁੱਪਸ ਦੇ ਉੱਪਰ ਲਗਾਇਆ ਜਾਂਦਾ। ਉਹਨਾਂ ਦਾ ਮੇਨ ਪਰਪਸ ਹੀ ਇਹ ਆ ਕਿ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਬੀਜੇਪੀ ਤੇ ਆਰਐਸਐਸ ਹੀ ਸਿਰਫ ਜਿਹੜਾ ਹੈਗਾ ਉਹ ਦੇਸ਼ ਦਾ ਭਲਾ ਚਾਹੁੰਦੇ ਆ, ਉਹੀ ਸਿਰਫ ਜਿਹੜੇ ਹੈਗੇ ਨੇ ਦੇਸ਼ ਭਗਤ ਨੇ। ਬਾਕੀ ਜਿਹੜੇ ਲੋਕ ਇਹਨਾਂ ਦੋਨਾਂ ਪਾਰਟੀਆਂ ਦੀ ਵਿਚਾਰਧਾਰਾ 'ਚ ਫਿੱਟ ਨਹੀਂ ਆਉਂਦੇ, ਉਹ ਲੋਕ ਜਿਹੜੇ ਹੈਗੇ ਨੇ ਉਹ ਸਾਰੇ ਦੇਸ਼ ਧਰੋਹੀ ਨੇ, ਉਹ ਵੱਖਵਾਦੀ ਨੇ ਜੀ। ਥੈਂਕ ਯੂ ਕੁਲਵੀਰ ਜੀ। ਇੱਥੇ ਮੈਂ ਇੱਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਵੀਡੀਓ ਜ਼ਰੂਰ ਦਿਖਾਉਣਾ ਚਾਹੂੰਗਾ ਜਿਹੜੇ ਵੀਡੀਓ ਦੇ ਆਧਾਰ ਦੇ ਉੱਤੇ ਕਨ੍ਹਈਆ ਕੁਮਾਰ ਜੀ ਉੱਤੇ ਦੇਸ਼ ਧਰੋਹ ਦੇ ਚਾਰਜ ਲਾਏ ਗਏ। ਆਪਣੀ ਟੈਕਨੀਕਲ ਟੀਮ ਨੂੰ ਕਹੂੰਗਾ ਇੱਕ ਵਾਰ ਉਹ ਵੀਡੀਓ ਫਿਰ ਤੋਂ ਪਲੇ ਕਰ ਦੇਣ ਪਲੀਜ਼। फिर तो देखा कि किस तरह की नारेबाजी लाई जा रही थी, किस तरह वीडियो ਨੂੰ ਤੋੜ ਮਰੋੜ ਕੇ ਇੱਕ ਕੇਸ ਬਣਾਇਆ ਗਿਆ। ਹੁਣ ਥੋੜਾ ਜਿਹਾ ਮੈਂ ਉਸ ਗੱਲ ਵੱਲ ਆਉਣਾ ਚਾਹੂੰਗਾ ਜਿਹੜਾ ਅੱਜ ਇੱਕ ਰੂਲ ਬਣਾਇਆ ਗਿਆ ਵਾ, ਇੱਕ ਰੈਜ਼ੋਲੂਸ਼ਨ ਪਾਸ ਕੀਤਾ ਗਿਆ, ਸੈਂਟਰਲ ਲੈਵਲ ਕੰਟਰੋਲ ਕੀਤੀ ਗਿਆ ਯੂਨੀਵਰਸਿਟੀ ਉੱਤੇ ਕਿ ਉਹਨਾਂ ਉੱਤੇ ਨੈਸ਼ਨਲ ਫਲੈਗ ਲਾਇਆ ਜਾਵੇ। ਸਤੀਸ਼ ਜੀ, ਦਿਲਰਾਜ ਜੀ ਤੇ ਕੁਲਵੀਰ ਜੀ, ਥੀਏਟਰ ਵਿੱਚ ਮੂਵੀ ਦਿਖਾਉਣ ਤੋਂ ਪਹਿਲਾਂ ਰਾਸ਼ਟਰੀ ਗਾਨ ਗਾਉਣਾ, ਯੂਨੀਵਰਸਿਟੀਆਂ ਉੱਤੇ ਤਿਰੰਗਾ ਲਹਿਰਾਉਣਾ, ਕੀ ਇਹ ਤੁਹਾਨੂੰ ਦੇਸ਼ ਭਗਤੀ ਸਿਖਾਉਂਦਾ ਵਾ? ਵੰਦੇ ਮਾਤਰਮ ਗਾਉਣਾ, ਕੀ ਇਹ ਤੁਹਾਨੂੰ ਦੇਸ਼ ਭਗਤੀ ਸਿਖਾਉਂਦਾ ਵਾ? ਦੂਜੇ ਪਾਸੇ ਤੁਸੀਂ ਬੇਈਮਾਨੀ ਕਰਕੇ ਝੂਠੇ ਆਰੋਪ, ਝੂਠੇ ਕੇਸ ਬਣਾ ਕੇ ਲੋਕਾਂ ਨੂੰ ਜੇਲ੍ਹ 'ਚ ਪਾਉਣਾ, ਇਹ ਦੇਸ਼ ਭਗਤੀ ਕਿੱਥੇ ਆ? ਦੇਸ਼ ਭਗਤੀ ਦੇ ਕਨ੍ਹਈਆ ਕੁਮਾਰ ਵਰਗੇ
लोग कर रहे हैं ਜਿਹੜੇ ਗੱਲਾਂ ਕਰਦੇ ਨੇ कि पूंजीवाद के खिलाफ आजादी, जातिवाद के खिलाफ आजादी, जो इंडिया दी रियल प्रॉब्लम है उस प्रॉब्लम्स ਨੂੰ उस प्रॉब्लम ਉੱਤੇ ਗੱਲਾਂ ਕਰ ਰਹੇ ਨੇ, ਉਸ प्रॉब्लम ਨੂੰ ਤੁਹਾਡੇ ਨਾਲ ਸ਼ੇਅਰ ਕਰ ਰਹੇ ਨੇ। इंस्टेंट की ਤੁਸੀਂ ਬਾਰ-ਬਾਰ ਦੇਸ਼ ਭਗਤੀ ਦੇ ਨਾਂ ਤੇ कभी मूवियां दे अगे राष्ट्रीय गान लाना, थिएटर हर थिएटर कंपलसरी कर दो, या फिर यूनिवर्सिटी ते फ्लैग लाना कंपलसरी कर दो, ये कित्थों दी देश भक्ति है? हरप्रीत जी, जिथे तक संबंध हैगा कि मूवी तो पहला जनगण मन लाना जां यूनिवर्सिटीज़ के उपर तिरंगा लाना, मैं इनू गलत तो नहीं कहांगा, पर जिस तरीके नाल ये चीज़ां करन दी कोशिश की जा रही है, जिहड़ी भावना दे नाल ये चीज़ां करन दी कोशिश की जा रही है, और इन्हां चीज़ां नू कदों किया जा रहा, वो तरीका बहुत गलत है बीजेपी का, वो तरीका बहुत गलत है सेंटर गौरमेंट का। सेंटर गौरमेंट जदों भी जे उन्हें ये चीज़ां करनियां ने तो वो सुभाविक तौर पर एक नॉर्मल माहौल दे विच भी कर सकती है। कि देश जिन्ने भी भारती हैगे ने उन्होंने जनमन गण गाउण दे विच कोई इतराज़ नहीं हैगा, जां जिद्दां कि असीं देखदे हां, असीं बाहरलियां कंट्रियां विच भी देखदे हां, इंडिया विच भी देखदे हां, जिहड़ियां भी माणयोग बिल्डिंगां हुंदियां, माणयोग जिहड़े एसेट्स हुंदे आ, उत्थे उत्थे देशां दे जिहड़े हैगे आ ਉਹ ਜਿਹੜੇ जिस भारत का तिरंगा ਜਾਂ ਜਿਹੜੇ भी देश का झंडा ਹੁੰਦਾ ਉੱਥੇ लहराया ਜਾਂਦਾ, ਉਹਦੇ ਵਿੱਚ भी कोई इतराज़ नहीं हैगा। पर जिस तरीके नाल इन्हां चीज़ों नूं जिहड़ा हैगा ਉਹ ਅੱਗੇ ਲੈ ਕੇ ਆਂदा ਜਾਂਦਾ, कोई ना कोई इस तरह का ईवेंट किया जाता जितों फिर ਇਹੋ ਜਿਹੀ चीज़ नूं ਅੱਗੇ लिआंदा ਜਾਂਦਾ। ਉਹ ਜਿਹੜਾ हैगा बीजेपी हर गल दे विच राजनीति करके हर गल दे विच करन दी कोशिश करदी आ कि असीं लोकां नूं देश भगती नाल जोड़ना चाहुंदे आ, पर लोग जिहड़े हैगे आ, जिहड़े वक्खवादी लोग हैगे आ, ਉਹ जुड़ना नहीं चाहुंदे। गल फिर उत्थे घुम फिर के आ जाती है कि वो जिहड़ा असली देश भगती हैगी आ, देश भगती जे आपां कन्हैया कुमार नूं कहीए कि हाँ वो गल करदा, वाकई देश भगती की वो गल करदा, पर उस तरह ही होर देश दे विच भी बहुत सारे लोग ने जिहड़ियां इस तरह दीयां जिहड़ियां जातिवाद दीयां जां देश नूं खत्म करन वालियां जिहड़ियां नीतियां हैगियां उन्हां दी जिहड़ी हैगी आ उन्हां नूं निंददा, ते उन्हां नूं इह जिहड़ा हैगा हमेशा वक्खवादी बनाउण दी कोशिश करदे आ। जे कोई इंडिया दे विचों जिहड़ी उत्थे इंटॉलरेंस दी प्रॉब्लम जिहड़ी चलदी पई आ, लोग जिहड़े हैगे आ ਉਹ एक अपना ही एक कानून बना के गलियां सड़कों ते तुरे फिरदे, जे ਉਹਦੀ गल चलदी आ ਉਹਦੇ ਵਿੱਚ अगर बुद्धिजीवी अगे आउंदे आ ਤਾਂ ਉਹਨਾਂ ਨੂੰ पाकिस्तान जाण ਦੀ गल ਕੀਤੀ ਜਾਂਦੀ आ। जे कोई सैलीब्रिटी ਉਹਦੇ पर कमेंट भी कर दिंदा तो ਉਹਨੂੰ पत्थर मारे जाते हैं, ਉਹਨੂੰ कहा जाता कि तू देश छड्ड दे, तू देश धरोही हैगा। ये जिहड़ी हर गल दे नाल जिहड़ा हैगा देश धरोही ते हर गल दे अपनी हर गल दे नाल देश भगती जिहड़ी जोड़ के दिखाई जा रही है, ये एक बहुत ही वड्डा छड़यंत्र है। भारत के लोगों को देश भगती सिखाउण दी लोड़ नहीं है। भारत के लोग देश भगती बहुत वार जिहड़ी हैगी आ वो अपनी जिहड़ी सिद्ध कर चुके हैं, चाहे वो पाकिस्तान नाल वार की गल हो, चाहे वह अंग्रेज़ों तो भारत को आज़ाद कराने की गल हो। बीजेपी तो RSS नहीं सिखाऊगा भारत को कि देश भगती किहनूं कहिंदे आ। वो जो पंजाब दे विच जे सिख कुछ माड़ा मोटा कुछ करते हैं जां कोई अपनी गल रखना चाहते हैं, उन्होंने उपर भी देशद्रोह के परचे पाउंदे ने कि सिखां तो ज़्यादा देश भगती बीजेपी वाले लोग दस सकते हैं किहने कीती आ। 90% के करीब शहीदियां देने वाले लोगों को अज देशद्रोह दसदे ने, अज सेंटर दे विच पावर विच आ गए ने। ये जो कांग्रेस करदी सी, ये कांग्रेस तो भी बड़े और बुरे तरीके दे नाल देश नूं वंडण दी कोशिश कर रहे हैं। ये देश दे विच एक ही कूड़ प्रचार करने की कोशिश कर रहे हैं कि बीजेपी ही एक देश दे हक वाली है, बाकी सारी दुनिया देश दी दुश्मन है, जिहड़ा कि आउण वाले समय विच भारत लई बहुत ही नुकसानदेह हो सकता है। जो मेक इन इंडिया, हाँ जी दुराज जी को है। हाँ जी प्लीज बोलो। गो हेड दुराज जी को है। अर्पित जी मैं भी यही गल कहांगा कि जिहड़े तिरंगे लहरा रहे ने या जिहड़ा जनगण मन मूवी थिएटर इत्थे जलंधर विच भी कई थिएटर ने जिथे कोई भी मूवी शुरू होंदी है उस तो पहले जनगण मन गा जांदा हैगा ते ਉਹਦੇ ਵਿੱਚ कोई हर्ज नहीं, वधिया चीज है, लोकी जुड़दे हैगे, लोकी इकट्ठे खड़े हुंदे आ। राजी वधिया चीज है पर तरीका गलत है। ਮੈਨੂੰ ਇਹ ਦੱਸੋ ਨਾ ਕਿ मूवी शुरू होने तो पहला मूवी शुरू होने तो पहला जिथे ਤੁਸੀਂ एंटरटेनमेंट वास्ते जा रहे हो, ਤੁਸੀਂ ਉੱਥੇ जनगण मन सुना रहे हो। ਅਸੀਂ ਕੈਨੇਡਾ ਵਿੱਚ ਵੀ ਹਾਂ, ਅਸੀਂ ਜਦੋਂ ਇੱਥੇ ਥੀਏਟਰ 'ਚ ਜਾਂਦੇ ਆ ਮੂਵੀ ਦੇਖਣ ਵਾਸਤੇ, ਸਾਨੂੰ ਤਾਂ ਉਹ ਕੈਨੇਡਾ ਨਹੀਂ ਸੁਣਾਇਆ ਜਾਂਦਾ, ਸਾਨੂੰ ਤੇ ਖੜੇ ਕੀਤਾ ਨਹੀਂ ਜਾਂਦਾ ਕਿ ਅਸੀਂ ਕੈਨੇਡਾ ਦੇ ਖਿਲਾਫ ਦੇਸ਼ ਭਗਤ ਕਿ ਸਾਡੀ ਦੇਸ਼ ਭਗਤੀ ਉੱਥੇ ਘੱਟ ਹੋ ਜਾਂਦੀ ਕੈਨੇਡਾ ਦੇ ਨਾਲ। पर जे चला भी दिता जाए तो की देश भक्ति को कोई फर्क पाएगा?
कि तुहानू कुछ जो तुहानू काम करना चाहिए तुसीं वो क्यों नहीं कर रहे? क्यों नहीं कर रहे? जो तुहानू काम करना चाहिए उल्टे ट्रैक ते क्यों चल रहे हो? उल्टे ट्रैक ते क्यों चल रहे हो? तरक्की ਦੀਆਂ ਗੱਲਾਂ ਕਰਨ ਵਾਲੇ ਕਿਤੇ ਨਾ ਕਿਤੇ ਦੇਸ਼ ਭਗਤੀ ਥੋਪ ਕਿਉਂ ਰਹੇ ਨੇ? ਦਿਲਰਾਜ ਜੀ, ਦੇਸ਼ ਭਗਤੀ ਥੋਪੀ ਨਹੀਂ ਜਾਂਦੀ। मैं भी उससे भी आ रहा हरप्रीत जी, मैं समझदा कि मैनू पर्सनल तौर से ये नहीं लगता कि जी जन मन से गाया जाता वा या किसी भी यूनिवर्सिटी के उत्ते झंडा लहरा दिता जाता ਉਹਦੇ ਵਿੱਚ कोई हर्ज है। पर मैं फिर उससे भी आवांगा कि बीजेपी ਨੂੰ ਇਹ ਰਾਈਟ ਕਿਸੇ ਨੇ ਵੀ ਨਹੀਂ ਦਿੱਤਾ ਕਿ ਇਹ ਲੋਕਾਂ ਨੂੰ ਸਰਟੀਫਿਕੇਟ ਵੰਡਣ ਕਿ ਇਹ ਬੰਦਾ ਦੇਸ਼ ਭਗਤ ਹੈ ਤੇ ਇਹ ਬੰਦਾ ਨਹੀਂ ਦੇਸ਼ ਭਗਤ। बीजेपी ਤੇ आरएसएस ਨੂੰ ਇੱਥੇ ਰੀਲੁੱਕ ਕਰਨਾ ਚਾਹੀਦਾ ਆਪਣੇ ਆਪ ਨੂੰ ਤੇ ਇਹ ਸੋਚਣਾ ਚਾਹੀਦਾ ਕਿ ਇਹ ਕੋਈ ਯੂਨੀਵਰਸਿਟੀ ਨਹੀਂ ਜਾਣਦੇ ਵੀ ਦੇਸ਼ ਭਗਤੀ ਦੀ ਕਿ ਇਹ ਵੰਡਣ ਕਿ ਹਾਂ ਵੀ ਦਿਵਰਾਜ ਸਿੰਘ ਦੇਸ਼ ਭਗਤ ਹੈ ਇਹਨੂੰ ਸਰਟੀਫਿਕੇਟ ਦੇ ਦਿਓ, ਹਰਪ੍ਰੀਤ ਸਿੰਘ ਦੇਸ਼ ਭਗਤ ਨਹੀਂ ਹੈ ਇਹਨੂੰ ਸਰਟੀਫਿਕੇਟ ਨਾ ਦਿਓ। बीजेपी ਨੂੰ ਇੱਥੇ ਕੰਮ ਕਰਨਾ ਚਾਹੀਦਾ ਹੈ, ਲੋਕਾਂ ਨੂੰ ਇੱਦਾਂ ਜੋੜਨਾ ਚਾਹੀਦਾ। ਇੱਦਾਂ ਆਪਾਂ ਗੱਲਾਂ ਕਰਦੇ ਆ ਕਿ ਜੀ ਉਦਾਂ ਵੱਡੀਆਂ ਵੱਡੀਆਂ ਦੇਸ਼ ਭਗਤੀ ਦੀਆਂ बीजेपी ਦੇ ਸਾਰੇ ਲੀਡਰ ਗੱਲਾਂ ਕਰਦੇ ਆ, ਚਾਹੇ ਤਿਰੰਗੇ ਲਹਿਰਾਉਣ ਦੀ ਗੱਲ ਹੋਵੇ ਜਾਂ ਹੋਰ ਹੋਵੇ। ਉਦਾਂ ਆਪਾਂ ਫੜ ਕੇ ਸਿਰਫ ਇੱਕ ਨਿਊਜ਼ ਚੈਨਲ ਦੀ ਰਿਕਾਰਡਿੰਗ ਤੇ ਕਨਈਆ ਕੁਮਾਰ ਤੇ ਇਦਾਂ ਦੇ ਅਨੇਕਾਂ ਸਟੂਡੈਂਟ ਦਿਲਰਾਜ ਜੀ ਨਿਊਜ਼ ਚੈਨਲ ਦੀ ਰਿਕਾਰਡਿੰਗ ਨਹੀਂ, ਉਦਾਂ ਤੇ ਅਸੀਂ ਦੇਸ਼ ਦੇ ਵਿੱਚ ਬੀਫ ਬੈਨ ਕਰਦੇ ਆ, ਕਿਸੇ ਦੇ ਘਰ ਦੇ ਵਿੱਚ ਮੀਟ ਬਣ ਜਾਂਦਾ ਉਹਨੂੰ ਅਸੀਂ ਮਾਰ ਦਿੰਨੇ ਆ ਔਰ ਕਿਸੇ ਕੋਈ। ਹਾਂਜੀ ਇੱਥੇ ਮੈਂ ਤੁਹਾਨੂੰ ਟੋਕਣਾ ਚਾਹੂੰਗਾ, ਮੈਂ ਕਨਈਆ ਜੀ ਦੀ ਪੂਰੀ ਸਪੀਚ ਸੁਣੀ 1 ਮਿੰਟ ਦੀ, ਬੜੀ ਵਧੀਆ ਗੱਲਾਂ ਕੀਤੀਆਂ ਗਈਆਂ। ਸਰਦੀਪ ਜੀ ਤੁਸੀਂ ਕੁਝ ਗੱਲਾਂ ਕੀਤੀਆਂ ਸੀ ਬੜੀ ਵਧੀਆ। ਇੱਕ ਗੱਲ ਉਹਨਾਂ ਨੇ ਇਹ ਕੀਤੀ ਕਿ ਟ੍ਰੇਨਾਂ ਵਿੱਚ ਤੁਸੀਂ ਬੀਫ ਚੈੱਕ ਕਰਦੇ ਜੋ, मैं फिर तो कह रहा ट्रेना में जो कोई लेके जाता तो चेक करते जो मीट लेके जाता या बसा मीट लेके जाता है ये चेक करते हैं कि बीफ या के मांस कोई होर मांस है। आ हालत हो गई है अज बीजेपी दे राज इंडिया दी। देश भक्ति दी गल्लां करते ने, देश भक्ति दा सर्टिफिकेट आरएसएस कोलों दूजी गल एक जो कन्हैया जी ने की थी कि मैनू देश भक्ति दा सर्टिफिकेट आरएसएस कोलों नहीं चाहिए, विच इज राइट। ਅੱਜ ਦੀ ਡੇਟ ਦੇ ਵਿੱਚ ਇੰਡੀਆ ਵਿੱਚ बीजेपी ਜਾਂ ਫਿਰ बीजेपी ਦੀ ਭਾਈਵਾਲ ਸਰਕਾਰ ਜਾਂ ਫਿਰ आरएसएस ਦੇਸ਼ ਭਗਤੀ ਦੇ ਸਰਟੀਫਿਕੇਟ ਲਿਖਣ ਲਈ ਆ, ਦੇਸ਼ ਭਗਤੀ ਦੇ ਸਰਟੀਫਿਕੇਟ ਦੇਣ ਲਈ ਆ। ਆਈ ਥਿੰਕ ਕਿ ਨਾ ਕਿ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਤੁਹਾਡੇ ਦਿੱਤੇ ਗਏ ਸਰਟੀਫਿਕੇਟ ਵੈਲਿਡ ਨਹੀਂ ਆ। ਸੌਰੀ ਸਤੀਸ਼ ਜੀ ਕੋ ਹੈ। ਹਰਪ੍ਰੀਤ ਜੀ ਦੇਖੋ, ਦੇਸ਼ ਭਗਤੀ ਦੀ ਸਭ ਤੋਂ ਵੱਡੀ ਟੈਸਟਿੰਗ ਇਹ ਹੈ कि तुसी ये गल स्वीकार करो कि भारत एक बहु कौमी देश है, इतने बहुत सारे धर्मां के लोग वसते हैं कि हर कौमीयत नूं हर धर्म नूं मनण वालियां दी आज़ादी नूं स्वीकार करना ही सच्ची देश भगती है। तुसी डॉक्टर भीमराव अंबेडकर का नाम लैंदे हो, अपने आरएसएस के पर्चे ऑर्गेनाइजर ते पंच जन्ने दे विच उन्हां उत्ते विशेष अंक भी प्रकाशित करते हो। पर जदों मौका आउंदा हैदराबाद की यूनीवर्सिटी का तो यूनीवर्सिटी के विद्यार्थी जिन्हों ने अंबेडकर स्टूडेंट एसोसीएशन बनाई है उन्होंने दे तुसीं वजीफे भी रोक लेंदे हो, उन्होंने के खिलाफ तुसीं कार्रवाई करते हो। उन्होंने चों एक नौजवान फाइनली आत्म हत्या कर जाता, जो वो आत्म हत्या कर जाता तो तुसीं जिहड़े बाकी दे 4 विद्यार्थी यूनीवर्सिटी विचों सस्पेंड किए हुए सी उन्होंने वापस ले लैंदे हो। ये कोई देश भगती का पैमाना नहीं है। दूसरी गल, भारतीय संविधान ये कहता है कि साडा देश सैकुलर होवेगा, साडे देश का फाइनली एजेंडा समाजवाद की स्थापना करना, ये भारत के संविधान की प्रस्तावना कहती है। पर जेड़े लोग समाजवाद की गल करते हैं, खास करके मार्क्सवाद के आधार उत्ते समाजवाद की गल करते हैं, उन्होंने तुसीं बिल्कुल देश के गदार साबित करते हो क्योंकि JNU के विद्यार्थियों का एक बड़ा हिस्सा मार्क्सवादी व्याख्या के आधार उत्ते समाजवाद की गल करता, उन्होंने कन्हैया भी शामिल है। उन्होंने तुसीं समाजवाद की गल करने वाली यूनीवर्सिटी में तुसीं देशद्रोह का अड्डा साबित करने की कोशिश करते हो। फिर तुसीं इसे आधार उत्ते उन्हों के खिलाफ केस दर्ज करते हो। CPIM जिन्हें कन्हैया कुमार की गिरफ्तारी का सख्त विरोध किया, तुसीं उहदे दिल्ली वाले ऑफिस के उत्ते अटैक करते हो, तुसीं चंडीगढ़ वाले ऑफिस के उत्ते अटैक करते हो। तुहानूं हरप्रीत जी कल तुसीं खबरां पढ़ियां होणगियां, चंडीगढ़ दे विच भी जो भारतीय जनता पार्टी ने आरएसएस वाले लोगों ने कन्हैया कुमार के मामले के उत्ते JNU के खिलाफ एक प्रदर्शन किया तो उन्होंने
CPIM ਦੇ ਦਫ਼ਤਰ ਦੇ ਉੱਤੇ ਅਟੈਕ ਕੀਤਾ। ਤੁਸੀਂ ਇਸ ਤਰ੍ਹਾਂ ਵਿਚਾਰਧਾਰਾ ਵੱਖਰੀ ਰੱਖਣ ਵਾਲਿਆਂ ਦੇ ਉੱਤੇ ਜਾ ਕੇ ਫਿਜ਼ੀਕਲ ਅਟੈਕ ਕਰੋ ਤੇ ਫਿਰ ਇਹ ਸਾਬਤ ਕਰਨ ਦਾ ਯਤਨ ਕਰੋ ਕਿ ਅਸੀਂ ਤਿਰੰਗੇ ਲਹਿਰਾ ਕੇ ਦੇਸ਼ ਦੇ ਵਿੱਚ ਦੇਸ਼ ਭਗਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹਦੇ ਤੋਂ ਵੱਧ ਬਦਕਿਸਮਤੀ ਵਾਲੀ ਤੇ ਇਹਦੇ ਤੋਂ ਵੱਧ ਸ਼ਰਮਨਾਕ ਗੱਲ ਕੋਈ ਨਹੀਂ ਹੋ ਸਕਦੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇਸੇ ਨੂੰ ਹੀ ਦੇਸ਼ ਭਗਤੀ ਸਮਝੇ ਤੇ ਸਾਡੀ ਹਿਊਮਨ ਰਿਸੋਰਸ ਦੀ ਮੰਤਰੀ ਇਸੇ ਨੂੰ ਹੀ ਦੇਸ਼ ਭਗਤੀ ਮੰਨ ਕੇ ਝੰਡੇ ਲਹਿਰਾਉਣ ਦੀ ਮੁਹਿੰਮ ਚਲਾਉਣੀ ਸ਼ੁਰੂ ਕਰ ਦੇਵੇ। आई थिंक जो मोदी जी ने मुखोटा पाया हो या अमित शाह ने या बीजेपी ने मुखोटा पाया हो सी वो साफ सामने आ चुकिया वा। पर काफी व्हाट्सएप ते मैसेज आ रहे हैं, दर्शक बार बार ये कह रहे हैं कि वीडियो फिर तो दिखाए जान। मैं टेक्निकल टीम ਨੂੰ ਫਿਰ ਤੋਂ ਕਹੂੰਗਾ ਉਹ ਦੋਵੇਂ ਵੀਡੀਓ ਫਿਰ ਤੋਂ ਪਲੇ ਕਰਨ ਜਿਹਦੇ ਵੀ ਇੱਕ ਕਨਿਆ ਕੁਮਾਰ ਜੀ ਦਾ ਵੀਡੀਓ ਜੋ ਜਿਹਨੂੰ ਕਿ ਐਡਿਟ ਕਰਕੇ ਜੀ ਨਿਊਜ਼ ਨੇ ਇੱਕ ਤਮਾਸ਼ਾ ਰਚਿਆ ਸੀ ਜਾਂ ਫਿਰ ਕਹਿ ਸਕਦੇ ਜੋ ਸਰਕਾਰ ਦੇ ਇਸ਼ਾਰਿਆਂ ਤੇ ਇਹ ਡਰਾਮਾ ਰਚਿਆ ਸੀ। दूजा स्पीच का वीडियो जिथे तुसी स्पीच का 21 मिनट का वीडियो हुआ। जे तुसी सारा वीडियो सुनना है तुसी साडे फेसबुक ते या टीवी ते इस प्रोग्राम तो बाद सुन सकते हो, पर 2 मिनट का क्लिप असी कट के तुहानू जरूर सुनान जा रहे हैं। असी इत्थे पेश करदे हां दोवें वीडियो तुहाडे वास्ते। और सचमुच का लोकतंत्र, सचमुच की आजादी, सबकी आजादी देश में हमको स्थापित करनी है। और वो आजादी आएगी संविधान से आएगी, पार्लियामेंट से आएगी, लोकतंत्र से आएगी और संसद से आएगी, ये हम कहना चाहते हैं। और इसीलिए आप तमाम साथियों से अपील है कि तमाम तरीके का डिफरेंसेस रखते हुए जो हमारा फ्रीडम ऑफ एक्सप्रेशन है, जो हमारा कॉन्स्टिट्यूशन है, जो हमारा मुल्क है, उसकी एकता के लिए हम लोग एकजुट रहेंगे, एकमुश्त रहेंगे। और ये जो देश तोड़ने वाली ताकतें हैं, आतंकियों को पनाह देने वाले जो लोग हैं, एक सवाल, अंतिम सवाल पूछते हुए मैं अपनी बात को ख़त्म करूँगा कि कौन है कसाब, कौन है अफजल गुरु, कौन है ये लोग जो आज इस स्थिति में हैं कि अपने शरीर में बम बांधकर हत्या करने को तैयार है। अगर यह सवाल यूनिवर्सिटी में नहीं उठेगा, मुझे नहीं लगता कि यूनिवर्सिटी होने का कोई मतलब है। अगर हम वायलेंस को डिफाइन नहीं करेंगे, कैसे आप वायलेंस को देखते हैं? वायलेंस सिर्फ यही नहीं होता है कि हम बंदूक लेकर किसी को मार दें। वायलेंस यह भी होता है कि संविधान में जो दलितों को अधिकार दिया गया है, वो अधिकार जेएनयू प्रशासन देने से मना करता है। यह इंस्टीट्यूशनल वायलेंस है। वो वीडियो जो ਤੁਹਾਡੀ ਫਰਮਾਇਸ਼ ਤੇ ਇਸ ਤੁਹਾਨੂੰ ਖਾਏ ਨਾਲ ਹੀ ਸੰਦੀਪ ਜੀ ਜੁੜ ਚੁੱਕੇ ਨੇ ਸਾਡੇ ਨਾਲ। ਸੰਦੀਪ ਜੀ ਥੈਂਕ ਯੂ ਫॉर ਜੁਆਇਨਿੰਗ ਅਸ ਟੁਨਾਈਟ। ਗੱਲਬਾਤ ਚੱਲ ਰਹੀ ਸੀ ਦਿੱਲੀ ਦੇ ਕਨਈਆ ਕੇਸ ਦੀ। ਕਿਸ ਤਰ੍ਹਾਂ ਇੱਕ ਫੇਕ ਵੀਡੀਓ ਜੀ ਨਿਊਜ਼ ਨੇ ਬਣਾ ਕੇ ਇੱਕ ਨੌਜਵਾਨ ਉੱਤੇ ਜੋ ਕਿ ਦੇਸ਼ ਤੋਂ ਜਾਤੀਵਾਦ ਦੇ ਖਿਲਾਫ ਗੱਲਾਂ ਕਰਦਾ ਹੈ, ਜੋ ਕਿ ਆਰਐਸ ਦੇ ਖਿਲਾਫ ਗੱਲਾਂ ਕਰਦਾ ਹੈ, ਜੋ ਕਿ ਪੂੰਜੀਵਾਦ ਦੇ ਖਿਲਾਫ ਗੱਲਾਂ ਕਰਦਾ ਵਾ, ਉਸ ਵੀਡੀਓ ਨੂੰ ਤੋੜ ਮਰੋੜ ਕੇ ਦਿੱਲੀ ਪੁਲਿਸ ਨੇ ਸਰਕਾਰ ਦੇ ਇਸ਼ਾਰਿਆਂ ਤੇ ਇਸ ਨੌਜਵਾਨ ਉੱਤੇ ਦੇਸ਼ ਦਰੋਹੀ ਦੇ ਕੇਸ ਲਾਏ। ਸੰਦੀਪ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਵਿਚਾਰ ਜਾਨਣਾ ਚਾਹੂੰਗਾ। ਅੱਜ ਉਹ ਵੀਡੀਓ ਸਾਹਮਣੇ ਆ ਚੁੱਕਿਆ ਵਾ, ਲਗਭਗ 21 ਮਿੰਟ ਦੀ ਸਪੀਚ ਕਨਈਆ ਜੀ ਦੀ ਉਹ ਸਾਹਮਣੇ ਆ ਚੁੱਕੀ ਆ, ਜਿਨ੍ਹਾਂ ਨੂੰ ਤੋੜ ਮਰੋੜ ਕੇ ਦਿੱਲੀ ਪੁਲਿਸ ਨੇ एक झूठा केस बनाया सी बीजेपी गवर्नमेंट दी, नरेंद्र मोदी, अमित शाह ते नागपुर आरएस दे इशारियां ते। ਸੰਦੀਪ देखो जी हरप्रीत जी, ਤੁਸੀਂ ਇੱਕ ਜੀ ਨਿਊਜ਼ ਦਾ ਨਾਮ ਲਿਆ ਆ, ਮੈਂ ਹੋਰ ਵੀ ਚੈਨਲ ਦਾ ਨਾਮ ਲੈਂਦਾ ਆ। ਸਭ ਤੋਂ ਜ਼ਿਆਦਾ ਨਾਮ ਮੈਂ ਲੈਂਦਾ। ਦੇਖੋ ਮੈਂ ਸੰਦੀਪ ਜੀ ਟੋਕ ਇੱਥੇ ਮਤਲਬ ਥੋੜੀ ਜਿਹੀ ਮੈਂ ਗੱਲ ਦੱਸਣਾ ਚਾਹੂੰਗਾ। ਜੋ ਐਫਆਈਆਰ ਰਜਿਸਟਰ ਕੀਤੀ ਗਈ ਆ, ਸਭ ਤੋਂ ਪਹਿਲਾਂ ਜੀ ਨਿਊਜ਼ ਨੇ ਵੀਡੀਓ ਵਿਖਾਇਆ ਵਾ, ਐਫਆਈਆਰ ਵਿੱਚ ਲਿਖਿਆ ਵਾ जबकि दिल्ली पुलिस के 3 पुलिस मुलाजिम उस जगह ते तैनात सी। पुलिस ने उन्हां 3 पुलिस मुलाजिम की गल नहीं की। पुलिस ने कहा कि जी न्यूज़ के द्वारा जो वीडियो दिखाया गया वा उहदे बेस ते असीं सडिशन के चार्जेस ला रहे हैं। बहुत ही छेती चार्जेस फाइल किए गए, ना ही वीडियो की जांच पड़ताल की गई। मैं तां करके जी न्यूज़ का नाम ले रहा
ਬਾਕੀ ਮੀਡੀਆ ਵਾਲਿਆਂ ਨੇ ਹੋ ਸਕਦਾ ਉਹਨਾਂ ਨੂੰ ਫੋਲੋ ਕੀਤਾ ਹੋਵੇ, ਪਰ ਇਨੀਸ਼ੀਅਲੀ ਇਹ ਵੀਡੀਓ ਜੀ ਨਿਊਜ਼ ਨੇ ਵਿਖਾਇਆ ਸੀ ਤੇ ਜੀ ਨਿਊਜ਼ ਦੇ ਕਰਨ ਤੋਂ ਬਾਅਦ ਹੀ ਇਹ ਸੈਡੇਸ਼ਨ ਦੇ ਚਾਰजेस ਲੱਗੇ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਮੈਂ ਉਸੇ ਗੱਲ ਤੇ ਆ ਰਿਹਾ ਸੀਗਾ ਕਿ ਜੀ ਨਿਊਜ਼ ਤੇ ਹੋਰ ਵੀ ਕਈ ਜਰਨਲਿਸਟ ਵੱਲੋਂ ਜਿਹੜਾ ਰਵੱਈਆ ਅਪਣਾਇਆ ਗਿਆ ਇਸ ਕੇਸ ਦੇ ਵਿੱਚ ਉਹ ਬਹੁਤ ਸ਼ਰਮਨਾਕ ਆ। ਉਸ ਦੇ ਵਿੱਚ ਜੀ ਨਿਊਜ਼ ਨੇ ਤਾਂ ਜਰਨਲਿਜ਼ਮ ਦੇ ਨਾਂ ਦੇ ਉੱਤੇ ਜਿਹੜਾ ਕੰਮ ਕੀਤਾ ਆ ਉਹ ਸ਼ਾਇਦ ਮੈਨੂੰ ਲੱਗਦਾ, ਮੈਂ ਮਹਿਸੂਸ ਕਰਦਾ ਆ ਕਿ ਜੀ ਨਿਊਜ਼ ਦੇ ਉੱਤੇ ਬੈਨ ਲੱਗਣਾ ਚਾਹੀਦਾ ਹੈ। ਇਸ ਕਰਕੇ ਨਹੀਂ ਕਹਿ ਰਿਹਾ ਕਿ ਮੈਂ ਜਰਨਲਿਜ਼ਮ ਨੂੰ ਜਾਂ ਜਰਨਲਿਸਟ ਦੇ ਉੱਤੇ ਬੈਨ ਲਾਉਣ ਦੀ ਗੱਲ ਕਰ ਰਿਹਾ ਆ। ਮੈਂ ਜਰਨਲਿਸਟ ਦੀ ਤੇ ਜਰਨਲਿਜ਼ਮ ਦੀ ਕਲਮ ਦੀ ਰਿਸਪੈਕਟ ਕਰਦਾ ਆ ਅਤੇ ਆਸ ਕਰਦਾ ਕਿ ਉਹ ਬਾਇਸਡ ਨਹੀਂ, ਸੱਚ ਦਾ ਆਇਨਾ ਬਣਨਗੇ, ਸੱਚ ਨੂੰ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਨਗੇ ਜੋ ਜੀ ਨਿਊਜ਼ ਨੇ ਕੀਤਾ। ਜਾਂ ਇੱਥੇ ਮੈਂ ਇੱਕ ਗੱਲ ਹੋਰ ਕਹਾਂ, ਜੋ ਅਰਨਬ ਨੇ ਵੀ ਉਸ ਡਿਬੇਟ ਦੇ ਵਿੱਚ ਕੀਤਾ ਇਸੇ ਮੁੱਦੇ ਦੇ ਵਿੱਚ, ਉਹ ਬਹੁਤ ਵੱਡਾ ਬਾਇਸਿਜ਼ਮ ਆ ਅਤੇ ਸੱਚ ਨੂੰ ਲੁਕਾ ਕੇ ਇੱਕ ਸਿਆਸੀ ਧਿਰ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹਨੂੰ ਕਿਸੇ ਵੀ ਤਰੀਕੇ ਦੇ ਨਾਲ ਜਰਨਲਿਜ਼ਮ ਨਹੀਂ ਕਿਹਾ ਜਾ ਸਕਦਾ। ਮੈਂ ਇਹਨੂੰ ਯੈਲੋ ਜਰਨਲਿਜ਼ਮ ਦਾ ਨਾਂ ਦਿੰਦਾ ਹਾਂ। ਇਹਦੇ ਨਾਲ ਹੀ ਜਿਹੜਾ ਪੁਲਿਸ ਦਾ ਰਵੱਈਆ ਆ ਉਹ ਤਾਂ ਵੈਸੇ ਬੜਾ ਹਾਸੋਹੀਣਾ ਜਿਹਾ ਆ। ਹਾਸੋਹੀਣਾ ਇਸ ਲਈ ਹੈ ਕਿਉਂਕਿ ਪੁਲਿਸ ਦੇ ਰਵੱਈਏ ਦੇ ਉੱਤੇ ਅਰਵਿੰਦ ਕੇਜਰੀਵਾਲ ਹਮੇਸ਼ਾ ਹੀ ਦਿੱਲੀ ਪੁਲਿਸ ਤੇ ਉਂਗਲਾਂ ਚੱਕਦੇ ਆਏ ਆ ਤੇ ਮੈਂ ਕੱਲ ਵੀ ਇਹ ਗੱਲ ਕਹੀ ਤੇ ਅੱਜ ਫੇਰ ਰਿਪੀਟ ਕਰ ਰਿਹਾ ਆ ਕਿ ਦਿੱਲੀ ਪੁਲਿਸ ਦਾ ਜਿਹੜਾ ਰਵੱਈਆ ਆ ਉਹ ਇੱਕ ਵਾਰੀ ਨਹੀਂ ਕਈ ਵਾਰੀ ਇਹ ਸਾਬਿਤ ਕਰ ਚੁੱਕਾ ਹੈ ਕਿ ਅਰਵਿੰਦ ਕੇਜਰੀਵਾਲ ਵੱਲੋਂ ਉਠਾਏ ਜਾ ਰਹੇ ਘੱਟੋ ਘੱਟ ਦਿੱਲੀ ਪੁਲਿਸ ਦੇ ਉੱਤੇ ਸਵਾਲ ਤਾਂ ਕਾਫੀ ਹੱਦ ਤੱਕ ਜਾਇਜ਼ ਨਜ਼ਰ ਆਉਂਦੇ ਆ ਕਿ ਦਿੱਲੀ ਪੁਲਿਸ ਬੀਜੇਪੀ ਦੀ ਇੱਕ ਗੁੰਡਾ ਪਾਰਟੀ ਬਣ ਕੇ ਰਹਿ ਗਈ ਆ, ਨਥਿੰਗ ਮੋਰ ਦੈਨ ਡੈਟ। ਤਾਂ ਹੀ ਉਹ ਦਿੱਲੀ ਪੁਲਿਸ ਵੱਲੋਂ ਜਦੋਂ ਇਨਵੈਸਟੀਗੇਸ਼ਨ ਦੀਆਂ ਵੀ ਗੱਲਾਂ ਆਉਂਦੀਆਂ ਨੇ ਤੇ ਮੈਨੂੰ ਉਹਦੇ ਉੱਤੇ ਵੀ ਸ਼ੱਕ ਹੁੰਦਾ ਆ। ਦਿੱਲੀ ਪੁਲਿਸ ਦਾ ਕੱਲ ਦਾ ਬਾਸੀ ਜਿਹੜੇ ਉਹਨਾਂ ਦੇ ਕਮਿਸ਼ਨਰ ਨੇ ਉਹਨਾਂ ਦਾ ਜਿਹੜਾ ਬਿਆਨ ਆ ਕਿ ਸਾਡੇ ਕੋਲੇ ਬਹੁਤ ਸਟਰੋਂਗ ਐਵੀਡੈਂਸਿਸ ਨੇ, ਦੂਜੇ ਪਾਸੇ ਉਹਨਾਂ ਦਾ ਬਿਆਨ ਆ ਕਿ ਅਸੀਂ ਇਸ ਯੰਗਸਟਰ ਆ, ਇਹਦੀ ਉਮਰ ਆ, ਇਹਨੂੰ ਦੇਖਦੇ ਹੋਏ ਅਗਰ ਇਹ ਬੇਲ ਐਪਲੀਕੇਸ਼ਨ ਅਪਲਾਈ ਕਰਦੇ ਤਾਂ ਅਸੀਂ ਉਹਦਾ ਵਿਰੋਧ ਨਹੀਂ ਕਰਾਂਗੇ। ਦੋਨੇ ਹੀ ਕੰਟਰਾਡਿਕਟਰੀ ਸਟੇਟਮੈਂਟਸ ਨੇ। ਹੋਰ ਕਾਫੀ ਹੱਦ ਤੱਕ ਇਹ ਲੱਗਦਾ ਕਿ ਕੋਈ ਐਵੀਡੈਂਸਿਸ ਨਹੀਂ ਆ। ਇਸ ਪੂਰੇ ਚੈਪਟਰ ਦੇ ਵਿੱਚ ਜਿਹੜੀ ਗੱਲ ਸਾਹਮਣੇ ਆ ਰਹੀ ਆ ਉਹ ਇੱਕ ਗੱਲ ਤਾਂ ਇਹ ਹੈ ਕਿ ਉਸ ਯੰਗਸਟਰ ਨੂੰ ਇਹਨਾਂ ਨੇ ਟੈਰਰਿਜ਼ਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਡਾਇਰੈਕਟਲੀ ਜਾਂ ਇਨਡਾਇਰੈਕਟਲੀ। ਮੈਂ ਉਸ ਚੀਜ਼ ਦਾ ਵਿਰੋਧਤਾ ਕਰਦਾ ਹਾਂ। ਗਿਲਾਨੀ ਸਾਹਿਬ ਦੀ ਗ੍ਰਿਫਤਾਰੀ ਦੀ ਮੈਂ ਵਿਰੋਧਤਾ ਕਰਦਾ ਹਾਂ ਅਤੇ ਨਾਲ ਦੇ ਨਾਲ ਹੀ ਮੈਂ ਤਾਂ ਇਸ ਤੋਂ ਵੀ ਜਿਹੜਾ ਮੁੱਦਾ ਆਇਆ ਉਸ ਤੋਂ ਇੱਕ ਸਟੈਪ ਅੱਗੇ ਵੱਧਦਾ ਹਾਂ ਕਿ ਉਹ ਤਾਂ ਇਹ ਕਹਿ ਰਹੇ ਕਿ ਅਸੀਂ ਇਸ ਦੇਸ਼ ਦੇ ਵਿਰੁੱਧ ਕੁਝ ਨਹੀਂ ਬੋਲਿਆ। ਮੈਂ ਕਹਿੰਦਾ ਹਾਂ ਕਿ ਅਗਰ ਵਿਰੁੱਧ ਬੋਲਿਆ ਵੀ ਹੋਵੇ ਤਾਂ ਕਿ ਇੱਕ ਡੈਮੋਕ੍ਰੈਟਿਕ, ਇੱਕ ਸੈਕੂਲਰ ਅਤੇ ਤੁਹਾਡੇ ਫੰਡਾਮੈਂਟਲ ਰਾਈਟਸ ਜਿੱਥੇ ਰਾਈਟ ਆਫ ਸਪੀਚ ਆ ਕਿ ਤੁਸੀਂ ਉਹਨਾਂ ਚੀਜ਼ਾਂ ਦੀ ਉਲੰਘਣਾ ਕਰੋਗੇ ਅਤੇ ਕਿ ਨਾ ਕਿਸੇ ਬੰਦੇ ਨੂੰ ਇਸ ਤਰੀਕੇ ਦੇ ਨਾਲ ਟ੍ਰੀਟ ਕਰੋਗੇ ਅਗਰ ਉਹ ਤੁਹਾਡੀਆਂ ਵਿਚਾਰਧਾਰਾ ਦੇ ਨਾਲ ਸਹਿਮਤ ਨਹੀਂ ਹੈ ਤਾਂ। ਤੁਸੀਂ ਬਿਲਕੁਲ ਸਹੀ ਕਿਹਾ ਸੰਦੀਪ ਜੀ। ਜੇ ਕੋਈ ਤੁਹਾਡੀ ਵਿਚਾਰਧਾਰਾ ਦੇ ਨਾਲ ਸਹਿਮਤ ਨਹੀਂ ਆ ਤੁਸੀਂ ਉਹਨੂੰ ਇਸ ਤਰ੍ਹਾਂ ਟ੍ਰੀਟ ਕਰੋਗੇ, ਇਹ ਕਿਤੇ ਨਾ ਕਿਤੇ ਇੰਡੀਆ ਵਿੱਚ ਅੱਜ ਦੀ ਡੇਟ ਵਿੱਚ ਇੱਕ ਕੁਐਸਚਨ ਮਾਰਕ ਹੀ ਆ। ਜੇ ਅਸੀਂ ਪੰਜਾਬ ਗਵਰਨਮੈਂਟ ਦੀ ਵੀ ਗੱਲ ਕਰੀਏ, ਪੰਜਾਬ 'ਚ ਵੀ ਇਹੀ ਵੇਖਣ ਨੂੰ ਮਿਲਿਆ। ਸਰਬੱਤ ਖਾਲਸਾ ਤੋਂ ਬਾਅਦ ਜੋ ਸੈਡੇਸ਼ਨ ਦੇ ਚਾਰਜ ਲਾਏ ਗਏ, ਜਦਕਿ ਥੋੜੇ ਦਿਨ ਪਹਿਲਾਂ ਹੀ ਮੈਂ 2 ਦਿਨ ਪਹਿਲਾਂ ਦੀ ਨਿਊਜ਼ ਹੈ ਕਿ ਸਰਬੱਤ ਖਾਲਸਾ ਦੇ ਕੁਝ ਸਰਬੱਤ ਖਾਲਸਾ ਦੇ ਨਾਲ ਰਾਬਤਾ ਰੱਖਦੇ ਕੁਝ ਲੋਕਾਂ ਨੂੰ ਜ਼ਮਾਨਤ ਮਿਲ ਗਈ ਆ। ਉੱਤੇ ਵੀ ਜੱਜ ਸਾਹਿਬ ਸਾਹਮਣੇ ਇਹੀ ਗੱਲ ਕਹੀ ਗਈ ਹੈ ਕਿ ਜਿਹੜਾ ਸਾਰੇ ਦਾ ਸਾਰਾ ਸਰਬੱਤ ਖਾਲਸਾ ਹੋਇਆ ਉਹਦਾ ਵੀਡੀਓ ਮੌਜੂਦ ਆ। ਉਹ ਵੀਡੀਓ ਦੇਖ ਕੇ ਤੁਸੀਂ ਫਿਗਰ ਆਊਟ ਕਰ ਲਓ ਕਿ ਇੱਥੇ ਦੇਸ਼ ਭਗਤੀ ਦੀ ਜਾਂ ਦੇਸ਼ ਦਰੋਹੀ ਦੀ ਗੱਲ ਹੋਈ ਹੈ ਨਹੀਂ ਹੋਈ ਆ। ਪਰ ਕਿਤੇ ਨਾ ਕਿਤੇ ਇਹ ਸਰਕਾਰਾਂ ਦੇਸ਼ ਦਰੋਹੀ ਧਾਰਾ ਨੂੰ ਇਸਤੇਮਾਲ ਕਰ ਰਹੀਆਂ ਨੇ ਆਪਣੇ ਖਿਲਾਫ ਉੱਠ ਰਹੀਆਂ ਸਾਰੀਆਂ ਆਵਾਜ਼ਾਂ ਨੂੰ। ਇੱਕ ਚੀਜ਼ ਦਾ ਮੈਂ ਹੋਰ ਜ਼ਿਕਰ ਕਰਨਾ ਚਾਹੁੰਦਾ ਵਾਂ। ਇਹ ਸਾਰਾ ਮਾਮਲਾ ਸ਼ੁਰੂ ਹੋਇਆ ਸੀ ਹੈਦਰਾਬਾਦ ਰੋਹਿਤ ਵਮੂਲਾ ਦੇ ਕੇਸ ਤੋਂ। ਇਹ ਉਸ ਟਾਈਮ ਤੋਂ ਗੱਲ ਚੱਲ ਰਹੀ ਸੀ ਕਿਉਂਕਿ ਹੁਣ JNU 'ਚ ਜਾ ਕੇ ਇਹ ਚਿੰਗਾੜੀ ਜਿਹੜੀ ਆ ਅੱਗ ਬਣ ਕੇ ਉੱਤੇ ਆ ਚੁੱਕੀ ਆ। ਕਿਤੇ ਨਾ ਕਿਤੇ ਸਰਕਾਰਾਂ ABVP, BJP ਤੇ RSS ਦਾ ਰੋਲ ਅਸੀਂ ਸ਼ੁਰੂ ਤੋਂ ਹੀ ਦੇਖ ਸਕਦੇ ਹਾਂ। ਸਦੀਸ਼ ਜੀ नहीं, मेरा ख्याल हरप्रीत जी हैदराबाद को भी ये मामला असल ਦੇ ਵਿੱਚ ਪੁਣੇ ਦੇ ਫਿਲਮ ਇੰਸਟੀਚਿਊਟ ਤੋਂ ਸ਼ੁਰੂ ਹੋ ਗਿਆ ਸੀ ਜਦੋਂ ਵਿਦਿਆਰਥੀਆਂ ਨੇ
ਗਜਿੰਦਰ ਸਿੰਘ ਚੌਹਾਨ ਦਾ ਵਿਰੋਧ ਕੀਤਾ ਸੀ ਤੇ ਉਹਦੇ ਖਿਲਾਫ ਲਗਭਗ 100 ਦਿਨ ਹੜਤਾਲ ਰਹੀ ਪੁਣੇ ਦੇ ਇੰਸਟੀਚਿਊਟ ਦੇ ਵਿੱਚ। ਉਦੋਂ ਵੀ RSS ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਜਿਹੜੇ ਵਿਦਿਆਰਥੀ ਹੜਤਾਲ ਕਰ ਰਹੇ ਨੇ ਉਹ ਹਿੰਦੂਇਜ਼ਮ ਦੇ ਖਿਲਾਫ ਨੇ, ਹਿੰਦੂ ਧਰਮ ਦੇ ਖਿਲਾਫ ਨੇ। ਉਹਨਾਂ ਦਿਨਾਂ ਦੇ ਵਿੱਚ ਹੀ JNU ਦੇ ਖਿਲਾਫ ਆਰਗੇਨਾਈਜ਼ਰ ਅਤੇ ਪੰਚਜਨ ਨੇ ਜਿਹੜੇ ਪਰਚੇ ਨੇ ਦੋਨੋਂ RSS ਦੀ ਹਿੰਦੀ ਤੇ ਅੰਗਰੇਜ਼ੀ ਵਾਲੇ, ਉਹਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਚਾਰ ਕੀਤਾ ਗਿਆ JNU ਦੇ ਖਿਲਾਫ। ਉਹਨੂੰ ਇੱਕ ਤਰ੍ਹਾਂ ਨਾਲ ਜੇ ਹਿੰਦੀ ਸ਼ਬਦ ਮੈਂ ਵਰਤਾਂ ਤਾਂ ਉਸ ਨੂੰ ਦਰਾੜ ਕੇ ਯੂਨੀਵਰਸਿਟੀ ਕਹਾ ਗਿਆ। ਮਤਲਬ ਇਹ ਕਿਹਾ ਗਿਆ ਕਿ ਇਹ ਯੂਨੀਵਰਸਿਟੀ ਦੇਸ਼ ਦੇ ਅੰਦਰ ਦਰਾੜ ਪੈਦਾ ਕਰਨ ਲਈ ਕੰਮ ਕਰ ਰਹੀ ਹੈ। ਉਦੋਂ ਤੋਂ ਲੈ ਕੇ ਅੱਜ ਤੱਕ ਇਹ ਤਾਂ ਇੱਕ ਬਾਈ ਚਾਂਸ ਮੌਕਾ ਮਿਲਿਆ ਕਿ ਕੁਝ ਲੋਕਾਂ ਨੇ ਨਾਅਰੇ ਲਾਏ। ਉਸ ਤੋਂ ਵੀ ਬਦਕਿਸਮਤੀ ਦੀ ਗੱਲ ਹੈ ਕਿ ਜਿਹੜਾ ਬੰਦਾ ਨਾਅਰੇ ਲਾਉਣ ਵਾਲਿਆਂ ਕੋਲੋਂ ਉਹਨਾਂ ਦੀ ਆਇਡੈਂਟੀਫਿਕੇਸ਼ਨ ਪੁੱਛ ਲਿਆ, ਜਿਹੜਾ ਬੰਦਾ ਨਾਅਰੇ ਲਾਉਣ ਦੇ ਖਿਲਾਫ ਗੱਲਾਂ ਕਰ ਰਿਹਾ, ਜਿਹੜਾ ਬੰਦਾ ਇਹ ਕਹਿ ਰਿਹਾ ਕਿ ਸਾਨੂੰ ਦੇਸ਼ ਭਗਤੀ ਦਾ ਸਰਟੀਫਿਕੇਟ RSS ਤੋਂ ਨਹੀਂ ਚਾਹੀਦਾ, ਜਿਹੜਾ ਬੰਦਾ ਇਹ ਕਹਿ ਰਿਹਾ ਕਿ ਸਾਡੀ ਦੇਸ਼ ਭਗਤੀ ਬਿਲਕੁਲ ਵੀ ਸ਼ੱਕੀ ਨਹੀਂ ਆ ਕਿਉਂਕਿ ਅਸੀਂ ਪੂੰਜੀਵਾਦ ਤੋਂ ਆਜ਼ਾਦੀ ਚਾਹੁੰਦੇ ਹਾਂ, ਅਸੀਂ ਸਾਮੰਤਵਾਦ ਤੋਂ ਆਜ਼ਾਦੀ ਚਾਹੁੰਦੇ ਹਾਂ, ਅਸੀਂ ਜਾਤੀਵਾਦ ਤੋਂ ਆਜ਼ਾਦੀ ਚਾਹੁੰਦੇ ਹਾਂ, ਉਸ ਬੰਦੇ ਦੇ ਖਿਲਾਫ ਤੁਸੀਂ ਇਹ ਕੇਸ ਦਰਜ ਕਰਦੇ ਨੇ ਉਹ ਦੇਸ਼ ਧਰੋਹ ਕਰ ਰਿਹਾ। ਤੇ ਇਹ ਸ਼ਬਦ ਜਿਹੜੇ ਉਹਨਾਂ ਨੇ ਵਰਤੇ ਨੇ ਪੂੰਜੀਵਾਦ ਤੋਂ ਆਜ਼ਾਦੀ, ਸਾਮੰਤਵਾਦ ਤੋਂ ਆਜ਼ਾਦੀ, ਜਾਤੀਵਾਦ ਤੋਂ ਆਜ਼ਾਦੀ, ਇਹ ਕਿਸੇ ਵੀ ਤਰੀਕੇ ਨਾਲ ਭਾਰਤੀ ਸੰਵਿਧਾਨ ਦੇ ਖਿਲਾਫ ਨਹੀਂ ਬਲਕਿ ਉਹਦੀ ਪ੍ਰਸਤਾਵਨਾ ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਾ ਉਹਦੇ ਵਿੱਚ ਸਪਸ਼ਟ ਹੈ ਕਿ ਭਾਰਤ ਦਾ ਬੇਸਿਕਲੀ ਅਲਟੀਮੇਟ ਗੋਲ ਇਹੀ ਹੈ। ਬੇਸ਼ੱਕ ਸਰਕਾਰਾਂ ਨੇ ਕਦੀ ਇਸ ਅਲਟੀਮੇਟ ਗੋਲ ਵੱਲ ਵਧਣ ਦਾ ਯਤਨ ਨਹੀਂ ਕੀਤਾ, ਇਹਦੇ ਉਲਟੀ ਚੱਲੀਆਂ ਨੇ, ਪਰ ਸੰਵਿਧਾਨ ਦੇ ਵਿੱਚ ਇਹ ਗੱਲਾਂ ਉਠਾਉਣਾ ਕਿਸੇ ਵੀ ਤਰੀਕੇ ਨਾਲ ਦੇਸ਼ ਦੀ ਹੋਣੀ ਆ। ਪਰ ਕਿਉਂਕਿ ਮੈਂ ਪਹਿਲਾਂ ਵੀ ਕਹਿ ਚੁੱਕਾ ਅਸਲ ਮੁੱਦਾ ਉਹਨਾਂ ਦਾ ਸਮਾਜ ਦੇ ਅੰਦਰ ਵੰਡ ਪੈਦਾ ਕਰਨਾ ਵਾ, ਜਿਹੜੀ ਵੰਡ ਦੇਸ਼ ਦੇ ਅੰਦਰ ਪੈਦਾ ਹੋਵੇ। RSS ਦਾ ਏਜੰਡਾ ਇਹ ਹੈ ਕਿ ਅਗਲੀ ਚੋਣ ਦੇ ਵਿੱਚ BJP ਸਿਆਸੀ ਤੌਰ ਤੇ ਬੇਸ਼ੱਕ ਹਾਰ ਜਾਵੇ ਕਿਉਂਕਿ ਉਹਨਾਂ ਦਾ ਅਸਲ ਏਜੰਡਾ ਸਮਾਜ ਦੇ ਅੰਦਰ ਹਿੰਦੂ ਧਰਮ ਨੂੰ ਲਾਗੂ ਕਰਨਾ। ਉਹਦੇ ਲਈ ਉਹ ਕਿਸੇ ਵੀ ਕੀਮਤ ਤੱਕ ਤੇ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਨੇ। ਬੇਸ਼ੱਕ ਉਹਨਾਂ ਨੂੰ ਫੌਰੀ ਤੌਰ ਤੇ ਆਪਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਕੀਮਤ ਤੇ ਲਾਉਣੀ ਪਵੇ, ਪਰ ਉਹ ਹੁਣ ਇੱਥੇ ਪਹੁੰਚ ਚੁੱਕੇ ਨੇ ਕਿ ਬਰਦਾਸ਼ਤ ਨਹੀਂ ਕੀਤੇ ਜਾਣਗੇ। ਦੇਸ਼ ਦੀਆਂ ਘੱਟ ਗਿਣਤੀਆਂ ਨੇ ਲੋਕ ਬਰਦਾਸ਼ਤ ਨਹੀਂ ਕੀਤੇ ਜਾਣਗੇ, ਖਾਸ ਕਰਕੇ ਮੁਸਲਮਾਨ ਤੇ ਈਸਾਈ, ਕਿਉਂਕਿ ਇਹਨਾਂ ਨੂੰ ਉਹ ਵਿਦੇਸ਼ੀ ਧਰਮ ਦੇ ਤੌਰ ਤੇ ਲੈਂਦੇ ਨੇ। ਹਿੰਦੂ ਧਰਮ ਦੇ ਅੰਦਰ ਬੋਧੀਆਂ ਨੂੰ ਆਪਣੇ ਅੰਦਰ ਸਮੋ ਲਿਆ, ਸਿੱਖੀ ਨੂੰ ਸਮੋਣ ਦੇ ਯਤਨ ਕੀਤੇ ਜਾਂਦੇ ਨੇ, ਪਰ ਦੂਸਰੇ ਦੋ ਧਰਮਾਂ ਪ੍ਰਤੀ ਤਾਂ ਪੂਰੀ ਤਰ੍ਹਾਂ ਅਸਹਿਣਸ਼ੀਲਤਾ ਹੈ, ਉਹਨਾਂ ਨੂੰ ਤਾਂ ਬਰਦਾਸ਼ਤ ਕੀਤਾ ਹੀ ਨਹੀਂ ਜਾਏਗਾ। ਇਸ ਤਰ੍ਹਾਂ ਦੀ ਚੋਣ ਆ ਰਹੀ ਆ RSS ਦੇ ਲੋਕਾਂ ਵੱਲੋਂ, ਇਸ ਚੋਣ ਦਾ ਵਿਰੋਧ ਹੀ ਕੀਤੇ ਜਾਂਦੇ। ਇੱਕ ਕਾਲਰ ਜੁੜ ਚੁੱਕੇ ਨੇ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਫਿਜ਼ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਅਜੀਤ ਜੀ ਕੋ ਹੈ। ਹਾਂ, ਅਸਲ ਦੇ ਵਿੱਚ ਮੈਨੂੰ ਤਾਂ ਇਹ ਜਿਹੜਾ ਸਾਰਾ ਕੁਛ ਵਾਪਰਿਆ ਇੱਕ ਬਹੁਤ ਵੱਡਾ ਮੁਲਕ ਚ ਵਾਪਰ ਰਿਹਾ ਦਿਖਾਂਤ ਲੱਗ ਰਿਹਾ, ਕਿਉਂਕਿ ਇਹ ਲੋਕਾਂ ਨੂੰ ਵੰਡ ਕੇ ਵੋਟ ਬੈਂਕ ਦੀ ਰਾਜਨੀਤੀ ਕਰਕੇ ਵਿਦੇਸ਼ੀ ਖਤਰਿਆਂ ਦੇ ਮੁੱਦੇ ਉਭਾਰ ਕੇ ਕਾਂਗਰਸ ਰਾਜ ਕਰ ਰਹੀ ਸੀ। ਉਹ ਕਾਂਗਰਸ ਰਾਜ ਦੀ ਇਹਨਾਂ ਕਮਜ਼ੋਰੀਆਂ ਕਰਕੇ ਲੋਕਾਂ ਨੇ ਉਹਨਾਂ ਨੂੰ ਰਿਜੈਕਟ ਕੀਤਾ, ਉਹਦੀ ਪੋਪੂਲੈਰਿਟੀ ਘਟੀ ਹੈ, ਉਹਦੀ ਘਰ ਦੀ ਰਾਜਨੀਤੀ ਤੇ ਪ੍ਰਗਤੀ ਹੈ। ਜਦੋਂ ਮਿਸਟਰ ਮੋਦੀ ਦੇ ਰਹਿਨੁਮਾਈ ਦੇ ਵਿੱਚ BJP ਅੱਗੇ ਆਈ ਤਾਂ ਲੋਕਾਂ ਨੂੰ ਇਹ ਲੱਗਿਆ ਸੀ ਕਿ ਇਹਨਾਂ ਚੌਧ ਤਰੀਕੇ ਜਿਹੜੇ ਰਾਜਨੀਤੀ ਦੇ ਨੇ ਇਹਨਾਂ ਤੋਂ ਨਿਕਲ ਕੇ ਇੱਕ ਮੁਲਕ ਨੂੰ ਅੱਗੇ ਵਧਾਉਣ ਦੀ ਰਾਜਨੀਤੀ ਕਰਨ ਵਾਲੀ ਇੱਕ ਲੀਡਰ ਅੱਗੇ ਆ ਰਿਹਾ ਹੈ। ਪਾਰਟੀ ਦੇ ਸ਼ੱਕ ਸ਼ੁਬੇ ਸੀ, ਪਰ ਮੇਰਾ ਖਿਆਲ ਹੈ ਮੋਦੀ ਦੇ ਉੱਤੇ ਲੋਕਾਂ ਨੇ ਜ਼ਿਆਦਾ ਭਰੋਸਾ ਕੀਤਾ ਹੈ ਉਸ ਪਾਰਟੀ ਨਾਲ, ਤੇ ਉਹਨਾਂ ਦਾ ਲੋਕਾਂ ਵਿੱਚ ਭਾਵੇਂ ਕਿੰਨਾ ਕੁ ਸੱਚਾ ਕਿੰਨਾ ਕੁ ਝੂਠਾ ਇੱਕ ਪਰਸੈਪਸ਼ਨ ਬਣੀ ਸੀ ਕਿ ਉਹਨੇ ਗੁਜਰਾਤ ਦੇ ਵਿੱਚ ਬਹੁਤ ਚੰਗਾ ਕੰਮ ਕੀਤਾ ਤੇ ਇਹ ਡਿਵੈਲਪਮੈਂਟ ਓਰੀਐਂਟ ਰਾਜਨੀਤੀ ਹੋਏਗੀ। ਪਰ ਉਹ ਉਸਦੇ ਉਲਟ ਪੌਣੇ 2 ਸਾਲਾਂ ਦੇ ਵਿੱਚ ਸਾਰਾ ਕੁਛ ਉੱਤਰ ਪੁੱਤਰ ਹੋ ਗਿਆ। ਉਹੀ ਟੈਕਟਿਕਸ ਜਿਹੜੀ ਪਹਿਲੀਆਂ ਪਾਰਟੀਆਂ ਕਰ ਰਹੀਆਂ ਸੀ, ਉਹੀ ਟੈਕਟਿਕਸ ਇਸ ਪਾਰਟੀ ਵੱਲੋਂ ਸ਼ੁਰੂ ਹੋ ਗਏ ਨੇ। ਹੁਣ ਉਸ ਤੋਂ ਬਾਅਦ ਸਮਝ ਨਹੀਂ ਆਉਂਦੀ ਕਿ ਇਹ
हिंदुस्तान की राजनीति जे हिंदुस्तान ने तरक्की करनी है, जिन्हें एंबिशन दसते हैं कि असं एक वड्डी ताकत बनना है, तो इस तरह की राजनीति के विचों वड्डी ताकत बनने का जिहड़ा टीचा है उन्हें अचीव करने का कोई रास्ता नजर नहीं आता, क्योंकि यही हाइट पहला क्रिएट किया जा रहा है पहली पार्टी वालों, वही हाइट वो क्रिएट किए ने। ये बड़ी स्पष्ट हो गई है जी अज वीडियो आई है कन्हैया कुमार की कि तुसी केस अननोन परसन से कर रहे हो, केस जो रजिस्टर्ड होंगे अननोन परसन से होंगे, अरेस्ट कन्हैया कुमार में किया जाता है, भारत की जी हैगी विरुद्ध जो नारे लगते हैं कोई होर बंदे ने उन्होंने किसी को अरेस्ट नहीं किया जाता, जब हालांकि ये भी सामने दिख रहे हैं। तो इन सारिया चीज़ों के एक गल सामने आ रही है कि लोगों दी भावनावां नूं खेडण तो बिना होर तरह की राजनीति करने को कोई भी पार्टी तैयार नहीं रहती। तो उहदे विचों सारे मुल्क वास्ते विकास तो बिना कुछ भी सामने नजर आता मैनू नहीं आता है। और यही सब तो बड़ी विडंबना इस वक्त होगी है कि लोगों दी आशावां ते पौने 2 साल के ही पानी फिर गया। पहलियां पार्टियां यह काम कर दी सही, इन्हों तो आखिर ये भी उसे रास्ते में तुर गए हैं। हम एक तरह का मैंने एवोल्यूशन का समा लगता है कि वह की रिजल्ट आता है, ये आने वाला समा ही दसेगा। जरूर दस देना चाहता कि जे असीं फैमिली की गल करिए, उन्होंने फादर नूं जो उन्होंने पिता जी ने पैरालाइज होया वा ते उन्हां दी माता सिर्फ आंगणवाड़ी की वर्कर है जो कि 4000 रुपए महीने ते काम करती है। ये दसना मैं तां जरूरी समझदा सी कि अज इंडिया की मौजूदा सरकार नूं जिद्दां अजीत जी ने दस्सिया कि जिहड़े लोग ते कैमरे ते वेख रहे सी जो नारेबाजी कर रहे सी उन्हां नूं गिरफ्तार नहीं किया गया, जबकि दूजे लोगों को गिरफ्तार किया गया। वीडियो जो एडिटेड वीडियो सी उहदे बेस ते दूजे लोगों को गिरफ्तार किया गया कि अज भारत की सरकार नूं एक सीधे साधे सोच रखने वाले व्यक्ति की सोच तो कितना डर लग रहा है, चाहे नरेंद्र मोदी हो, चाहे बीजेपी हो, चाहे आरएसएस हो, चाहे इन्हां सारियां दी मिली भुगत हो, किते ना किते ये साफ दिख रहा वा कि इस टाइम दे विच इंडिया जो अजीत जी कह रहे हैं कि एवोल्यूशन या रेवोल्यूशन ऑन द टाइम आ गया। मेरे ख्याल मैं भी तो एग्री होना वा। जो पंजाब के हालात वेख लिए, जो दिल्ली के हालात वेख लिए, जिस तरह विश्वविद्यालयों में स्टूडेंट्स अगे आ रहे हैं, जो गल्लां विश्वविद्यालयों में हो रही ने, ਜਿਹੜੇ ਗੱਲਾਂ ਦੇ ਵਿਚਾਰ ਪਾਰਲੀਮੈਂਟ ਵਿੱਚ ਹੋਣੇ ਚਾਹੀਦੇ ਸੀ, ਉਹ ਪਾਰਲੀਮੈਂਟ ਹੋਣ ਦੀ ਬਜਾਏ ਪਾਰਲੀਮੈਂਟ ਚੋਂ ਗੱਲਾਂ ਹੁੰਦੀਆਂ ਨਹੀਂ, ਪਰ ਵਿਸ਼ਵਵਿਦਿਆਲਿਆ ਦੇ ਸਟੂਡੈਂਟਸ ਉਹ ਗੱਲਾਂ ਕਰ ਰਹੇ ਨੇ ਤੇ ਉੱਤੇ ਡਿਬੇਟ ਕਰਨਾ ਚਾਹੁੰਦੇ ਨੇ। ਦੂਜੇ ਪਾਸੇ ਜੋ ਇੰਡੀਅਨ ਗਵਰਨਮੈਂਟ ਹੈ ਮੇਕ ਇਨ ਇੰਡੀਆ ਜਾਂ ਪਤਾ ਨਹੀਂ ਕਿਹੜੇ ਕਿਹੜੇ ਹੋਰ ਇਦਾਂ ਦੇ ਅਭਿਆਨ ਚਲਾਏ ਹੋਏ ਨੇ ਜਿਹਨੂੰ ਤੁਸੀਂ ਕਹਿ ਸਕਦੇ ਜੋ ਕਿ ਇੱਕ ਧੋਖਾ ਦੇਣ ਵਾਸਤੇ ਇਦਾਂ ਇਹ ਸਾਰੇ ਅਭਿਆਨ ਚਲਾਏ ਹੋਏ ਨੇ। ਉਹਨਾਂ ਦਾ ਕੀ ਫਾਇਦਾ? क्योंकि जे इंडियन गवर्नमेंट पिछों कोई एक धर्म नूं प्रमोट करना चाहती है तो जेडे ये सारे मेक इन इंडिया या होर स्वच्छ भारत या होर इंडिया नूं एक मॉडर्नाइज करने की गल की जा रही है, डिजिटल इंडिया की गल्लां की जा रही ने, कि उस तो नरेंद्र मोदी कुछ खट लेंगे? संदीप जी। हरप्रीत जी देखो, कुछ गल्लां मैं ऐसियां कर जानियां ने जिहड़ियां मैनूं पता कि साडे पैनलिस्ट भी ते कई लोगों ने भी पसंद नहीं करनियां, पर सच ही हुंदा है। छोटी रखो सारे पैनलिस्ट नूं कहना चाहुंदा एक मेन टॉपिक हो रहा है जिसते शायद आपां लंबी गलबात करिए। बिल्कुल सारे नूं कहना चाहुंदा एस मेक इन इंडिया डिजिटल इंडिया छोटे कमेंट दिओ प्लीज। बिल्कुल देखो, तुसीं गल कीती सी सरबत खालसा दी भी, उस वे भाई मोहकम सिंह, बाबा बलजीत सिंह ते अमरीक सिंह अजनाला साहब नूं सिडेशन केस के उत्ते बेल मिल चुकी हैगी आ। सो इन्ना चिर लंबा जेल च रखन दा पंजाब सरकार नूं की लाहा होया मैनूं अजे तक समझ नहीं आई, बट इन्ना जरूर है कि जिहड़ी मूवमेंट सी उन्होंने किसी ना किसी तरीके नाल कैप्चर करने की कोशिश की है, उस तो वध के कोई सीन नहीं हैगा। जिथे तक सिडेशन पब्लिक सेफ्टी एक्ट पुरातन लाइक पिछले दौर दे विच टाटा कहा जाता सी, हुण पोटा कह लो, यह जिन्ने एक्ट्स ने यह इनह्यूमन ने, अपने आप की वायलेशनस ऑफ ह्यूमन राइट्स ने। तो मैं समझदा है कि किसी भी कॉन्स्टिट्यूशन दे विच इहो जिहियां धारावां दा होना ही उस संविधान दे उत्ते धब्बा आ। मैं एक गल होर कर जावां,
ਅੱਜ ਦੀ ਖਬਰ ਸੀਗੀ ਫਲੈਗ ਦੇ ਉੱਤੇ ਕਿ ਇਹਨਾਂ ਨੇ ਯੂਨੀਵਰਸਿਟੀਆਂ 'ਚ ਤਿਰੰਗਾ ਲਹਿਰਾਣਾ ਆ। ਪਿੱਛੇ ਜੇ ਇੱਕ ਖਬਰ ਆਈ ਸੀਗੀ ਜਿੱਥੇ ਨੈਸ਼ਨਲ ਐਂਥਮ ਦੇ ਵਿੱਚ ਮੂਵੀ ਥੀਏਟਰ 'ਚ ਨੈਸ਼ਨਲ ਐਂਥਮ ਸੀ ਤੇ ਇੱਕ ਬੰਦਾ ਉੱਠਿਆ ਨਹੀਂ ਸੀ। ਮੈਨੂੰ ਅਜੇ ਤੱਕ ਇਹ ਨਹੀਂ ਸਮਝਿਆ, ਮੈਂ ਕੈਨੇਡਾ 'ਚ ਰਹਿੰਦਾ, ਮੈਂ ਮੂਵੀ ਦੇਖਣ ਜਾਂਦਾ, ਇੱਥੇ ਦਾ ਕੈਨੇਡਾ ਦਾ ਨੈਸ਼ਨਲ ਐਂਥਮ ਥੀਏਟਰ 'ਚ ਲੱਗਦਾ ਨਹੀਂ। ਇਹੋ ਜਿਹੀ ਤੋਂ ਪਹਿਲਾਂ ਸਰਦੀਪ ਜੀ ਕਰ ਚੁੱਕੇ ਆ। ਹਾਂ, ਇਹੋ ਜਿਹੀ ਕਿਹੜੀ ਗੱਲ ਆ ਕਿ ਤੁਹਾਨੂੰ ਨੈਸ਼ਨਲ ਐਂਥਮ ਸਿਨੇਮਾਸ ਲਾਣੇ ਪੈਂਦੇ ਆ? ਤੁਸੀਂ ਤਿਰੰਗਾ ਉੱਥੇ ਲਹਿਰਾਣਾ ਚਾਹੁੰਦੇ ਹੋ, ਤੁਸੀਂ ਐਕਚੁਅਲ ਦੇ ਵਿੱਚ ਤੋਤੇ ਬਣਾਉਣਾ ਚਾਹੁੰਦੇ ਹੋ, ਤੁਸੀਂ ਲੋਕਾਂ ਦੀ ਸੋਚ ਨੂੰ ਪ੍ਰਫੁੱਲਤ ਨਹੀਂ ਹੋਣਾ ਦੇਣਾ ਚਾਹੁੰਦੇ, ਤੁਸੀਂ ਲੋਕਾਂ ਨੂੰ ਰੱਟੇ ਲਗਾ ਕੇ ਪਹਿਲੀ ਜਮਾਤ ਤੋਂ ਲੈ ਕੇ ਮਾਸਟਰਸ ਡਿਗਰੀਆਂ ਤੱਕ ਇਹ ਰਟਾਤਾ ਕਿ ਉਹ ਤਿਰੰਗਾ ਆ। ਤੁਹਾਨੂੰ ਆਪ ਨੂੰ ਨਹੀਂ ਪਤਾ ਕਿ ਉਹ ਤਿਰੰਗਾ ਨਹੀਂ ਹੈਗਾ, ਉਸ 'ਚ 4 ਰੰਗ ਨੇ। ਤੁਸੀਂ ਲਈ ਲੋਕਾਂ ਨੂੰ ਅਜੇ ਜਾਂ ਤਾਂ ਉਹ ਤੁਹਾਡੇ ਦੇਸ਼ ਦਾ ਝੰਡਾ ਨਹੀਂ, ਜਾਂ ਤੁਸੀਂ ਇਸ ਚੀਜ਼ ਨੂੰ ਐਕਸੈਪਟ ਕਰੋ ਕਿ ਉਸ 'ਚ 4 ਰੰਗ ਨੇ। ਬੇਸਿਕ ਗੱਲ ਜਿਹੜੀ ਹੈਗੀ ਆ। ਹੋਰ ਤਿਰੰਗੇ ਲਹਿਰਾਣ ਨਾਲ ਜਾਂ ਕਿਸੇ ਵੀ ਝੰਡੇ ਨਾਲ ਲਹਿਰਾਣ ਦੇ ਨਾਲ ਕੋਈ ਸੈਕੂਲਰਿਜ਼ਮ, ਕੋਈ ਨੈਸ਼ਨਲਿਜ਼ਮ, ਕੋਈ ਡੈਮੋਕ੍ਰੇਸੀ, ਕੋਈ ਏਕਤਾ, ਅਖੰਡਤਾ ਪੈਦਾ ਨਹੀਂ ਹੋ ਸਕਦੀ ਹੈਗੀ। ਉਹਦੇ ਲਈ ਤੁਹਾਨੂੰ ਗਰਾਊਂਡ ਲੈਵਲ ਤੇ ਕੰਮ ਕਰਨੇ ਪੈਂਦੇ ਨੇ, ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਉਹ ਬੀਜੇਪੀ ਹੋਵੇ। ਇਹਨਾਂ ਦੋਨਾਂ ਸਰਕਾਰਾਂ ਨੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਜਿਹਨਾਂ ਏਕਤਾ, ਅਖੰਡਤਾ ਜਾਂ ਜਿੰਨੇ ਆ ਭਾਰੀ ਲਫ਼ਜ਼ ਯੂਜ਼ ਕਰਦੇ ਨੇ ਉਹ ਕਿਸੇ ਵੀ ਤਰੀਕੇ ਨਾਲ ਸਾਬਤ ਹੁੰਦੀ ਹੋਵੇ। ਮੇਰੇ ਕਹਿਣ ਦਾ ਮਤਲਬ ਅਖੀਰ ਦੇ ਵਿੱਚ ਸਿਰਫ ਇੰਨਾ ਹੀ ਆ ਕਿ ਕਨ੍ਹਈਆ ਕੁਮਾਰ ਦਾ ਕੇਸ ਇੱਕ ਪਿਕਚਰ ਰਿਪਰੈਜ਼ੈਂਟ ਕਰਦਾ ਪਿਆ ਆ ਹਿੰਦੁਸਤਾਨ ਦੀ, ਕਿ ਉੱਥੇ ਗਰੀਬ ਨਾਲ ਜਾਂ ਮਿਨੋਰਿਟੀਜ਼ ਦੇ ਨਾਲ ਕਿਸ ਤਰੀਕੇ ਨਾਲ ਵਾਰਤਾ ਹੋ ਰਿਹਾ ਆ। ਅਜੀਤ ਜੀ ਨੇ ਕਿਹਾ ਸੀਗਾ ਕਿ ਜਦੋਂ ਮੋਦੀ ਸਾਹਿਬ ਆਏ ਸੀਗੇ ਉਦੋਂ ਇੱਕ ਚੇਂਜ ਦੀ ਉਮੀਦ ਸੀ, ਉਦੋਂ ਉਮੀਦ ਸੀ ਕਿ ਹਿੰਦੁਸਤਾਨ ਦੇ ਵਿੱਚ ਇੱਕ ਤਬਦੀਲੀ ਹੋਣ ਲੱਗੀ ਹੈ, ਇੱਕ ਡਿਵੈਲਪਮੈਂਟ ਵਾਲੇ ਪਾਸੇ ਚੱਲੂਗਾ। ਪਤਾ ਨਹੀਂ ਕਿਸ ਹਿਸਾਬ ਨਾਲ। ਅਸੀਂ ਤਾਂ ਉਦੋਂ ਵੀ ਕਿਹਾ ਸੀਗਾ ਕਿ ਇਹ ਟੋਟਲ ਵੋਟ ਪੋਲਰਾਈਜੇਸ਼ਨ ਆ, ਇਸ ਦੇ ਵਿੱਚ ਡਿਵੀਜ਼ਨ ਖੜੀ ਕੀਤੀ ਜਾ ਰਹੀ ਆ। ਇੱਕ ਵੋਟ ਬੈਂਕ ਨੂੰ ਮੋਦੀ ਸਾਹਿਬ ਕੈਪਚਰ ਕਰ ਰਿਹਾ ਤੇ ਬਾਕੀ ਵੋਟ ਬੈਂਕ ਜਿਹੜਾ ਉਹ ਡਿਵਾਈਡਡ ਆ। ਅੱਜ ਵੀ ਮੈਂ ਇਹ ਗੱਲ ਕਹਿ ਰਿਹਾ ਹਾਂ ਕਿ ਮੋਦੀ ਸਾਹਿਬ ਬੀਜੇਪੀ ਦੀ ਜਿਹੜੀ ਪਾਰਟੀ ਆ ਇਹ ਟੋਟਲ ਵੋਟ ਪੋਲਰਾਈਜੇਸ਼ਨ ਕਰ ਰਹੀ ਆ। ਇੱਕ ਮੈਜੋਰਿਟੀ ਗਰੁੱਪ ਨੂੰ ਆਪਣੇ ਵਾਲੇ ਪਾਸੇ ਕਰਕੇ ਬਾਕੀ ਸ਼ਡਿਊਲ ਕਾਸਟ, ਗਰੀਬ, ਮਿਨੋਰਿਟੀਜ਼ ਨੂੰ ਇੱਕ ਪਾਸੇ ਸੁੱਟਿਆ ਜਾ ਰਿਹਾ ਆ, ਜੋ ਕਿ ਬਹੁਤ ਖਤਰਨਾਕ ਆ ਉਸ ਦੇਸ਼ ਵਾਸਤੇ। ਰਾਜ ਜੀ, ਸਰਦੀਪ ਜੀ, ਕੁਲਵੀਰ ਜੀ। ਜੀ ਹਰਪ੍ਰੀਤ ਜੀ, ਮੇਕ ਇਨ ਇੰਡੀਆ ਇੱਕ ਨਾਰਾ ਹੀ ਬਣ ਕੇ ਰਹਿ ਗਿਆ। ਮੈਂ ਇਹਦੇ ਉੱਪਰ ਜ਼ਿਆਦਾ ਡਿਟੇਲ 'ਚ ਤਾਂ ਨਹੀਂ ਜਾਵਾਂਗਾ, ਪਰ ਜੋ ਮੋਦੀ ਸਾਹਿਬ ਨੇ ਮੇਕ ਇਨ ਇੰਡੀਆ ਦੇ ਸਬੰਧ ਦੇ ਵਿੱਚ ਵਰਲਡ ਟੂਰ ਕੀਤੇ ਨੇ, ਦੁਨੀਆ ਦੇ ਵਿੱਚ ਕੀਤੇ ਨੇ। ਜੇ ਆਪਾਂ ਤਿਰੰਗੇ ਦੀ ਗੱਲ ਕਰੀਏ, ਤਿਰੰਗੇ ਦੀ ਅਹਿਮੀਅਤ ਦੀ ਗੱਲ ਕਰੀਏ, ਤਿਰੰਗੇ ਦੇ ਆਦਰ ਦੀ ਗੱਲ ਕਰੀਏ, ਤਾਂ ਇਹ ਜੱਗ ਜ਼ਾਹਰ ਹੈ ਕਿ ਮੋਦੀ ਜੀ ਨੇ ਤਿਰੰਗੇ ਦਾ ਆਦਰ ਕਿੰਨਾ ਕੁ ਕੀਤਾ ਸੀ US ਵਿੱਚ ਹੁੰਦਿਆਂ। ਮੈਂ ਉਹਦੇ 'ਤੇ ਜ਼ਿਆਦਾ ਜਾਣਾ ਨਹੀਂ ਚਾਹਾਂਗਾ, ਪਰ ਜੋ ਇਸ ਵੇਲੇ ਤੁਸੀਂ ਗੱਲ ਕੀਤੀ ਹੈ ਕਿ ਮੋਦੀ ਜੀ ਕੀ ਖੱਟ ਲੈਣਗੇ, ਕੁਛ ਨਹੀਂ ਖੱਟਣਗੇ। ਮੋਦੀ ਜੀ ਨੇ ਜੋ ਕਾਂਗਰਸ ਨੇ ਸਾਲੋ ਸਾਲ 10, 20, 30, 40 ਸਾਲ ਇੰਡੀਆ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਆ, ਜਿਹਨੂੰ ਇਹ ਬੀਜੇਪੀ ਜਿਹੜੀ ਹੈਗੀ ਆ ਕੰਡੈਮ ਕਰਦੀ ਹੁੰਦੀ ਸੀ, ਉਹੀ ਬੀਜੇਪੀ ਜਿਹੜੀ ਹੈਗੀ ਆ ਅੱਜ ਜਿਹੜੀ ਹੈਗੀ ਆ ਉਹੀ ਚੀਜ਼ਾਂ ਕਰ ਰਹੀ ਆ। ਪਰ ਫਰਕ ਸਿਰਫ ਇੰਨਾ ਹੈ ਕਿ ਕਾਂਗਰਸ ਵੇਲੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਸੀ ਲੁੱਕ ਛਿਪ ਕੇ ਹੁੰਦੀਆਂ ਸੀਗੀਆਂ, ਮੈਨੂਪੂਲੇਸ਼ਨ ਕਰਕੇ ਹੁੰਦੀਆਂ ਸੀਗੀਆਂ, ਅੰਦਰ ਖਾਤੇ ਹੁੰਦੀਆਂ ਸੀਗੀਆਂ। ਬੀਜੇਪੀ ਦੇ ਆਉਣ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਧੱਕਾ ਬਣ ਗਈਆਂ, ਇਹ ਚੀਜ਼ਾਂ ਸਾਹਮਣੇ ਜੱਗ ਜ਼ਾਹਰ ਹੋ ਗਈਆਂ। ਔਰ ਇਹ ਲੋਕ ਇੰਨੇ ਜ਼ਿਆਦਾ ਪਾਵਰ ਦੇ ਵਿੱਚ ਅੰਨੇ ਹੋ ਚੁੱਕੇ, ਇਹਨਾਂ ਨੂੰ ਕਿਸੇ ਗੱਲ ਦਾ ਸ਼ਾਇਦ ਡਰ ਹੀ ਨਹੀਂ ਲੱਗਦਾ। ਇਹਨਾਂ ਨੂੰ ਲੱਗਦਾ ਕਿ ਅਸੀਂ ਜਿਹੜੀ ਹਿੰਦੂਤਵ ਦੇ ਨਾਂ ਤੇ ਉੱਪਰ ਜਿਹੜੀ 70% ਦੀ ਪਾਪੂਲੇਸ਼ਨ ਆ, 65% ਦੀ ਪਾਪੂਲੇਸ਼ਨ ਆ, ਉਹਨੂੰ ਅਸੀਂ ਆਪਣੇ ਨਾਲ ਜੋੜ ਲਿਆ ਤੇ ਸਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ। ਅਸੀਂ ਭਾਰਤ ਦੇ ਉੱਪਰ ਰਾਜ ਕਰਾਂਗੇ ਤੇ ਇਹਨੂੰ ਹਿੰਦੂ ਰਾਸ਼ਟਰ ਬਣਾ ਹੀ ਲਵਾਂਗੇ। ਇਹ ਬਹੁਤ ਵੱਡਾ ਭੁਲੇਖਾ ਜਿਹੜਾ ਮੋਦੀ ਤੇ RSS ਆਪਣੇ ਦਿਮਾਗ ਦੇ ਵਿੱਚ, ਮਨਾਂ ਦੇ ਵਿੱਚ ਪਾਲ ਬੈਠਿਆ। ਇਹਨਾਂ ਨੂੰ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਸਭ ਦਿਖ ਜਾਏਗਾ। ਜਿਸ ਤਰ੍ਹਾਂ ਇਹਨਾਂ ਨੂੰ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ, ਚਾਹੇ ਉਹ ਬਿਹਾਰ ਦੀਆਂ ਸੀਗੀਆਂ, ਵਿੱਚ ਸਾਫ਼ ਦੇਖਣ ਨੂੰ ਮਿਲਿਆ ਕਿ ਲੋਕ ਬੇਵਕੂਫ ਨਹੀਂ ਹਨ। ਭਾਰਤ ਹੁਣ ਪੜ੍ਹਿਆ ਲਿਖਿਆ ਵਰਗ, ਬਹੁਤ ਵੱਡਾ ਵਰਗ ਹੋ ਚੁੱਕਿਆ ਭਾਰਤ ਦੇ ਵਿੱਚ। ਲੋਕਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਨੀਤੀਆਂ ਹੈਗੀਆਂ ਉਹ ਸਮਝ ਆਉਂਦੀਆਂ। ਇਹ ਹੋ ਸਕਦਾ ਕਿ ਕੁਝ % ਲੋਕ ਭਾਵੁਕ ਹੋ ਕੇ, ਧਰਮ ਦੇ ਨਾਂ ਤੇ ਭਾਵੁਕ ਹੋ ਕੇ, ਜਾਂ ਪਾਰਟੀਆਂ ਦੇ ਨਾਮ ਤੇ ਭਾਵੁਕ ਹੋ ਕੇ, ਜਾਂ ਨਿੱਜੀ ਸਵਾਰਥਾਂ ਦੇ ਕਰਕੇ ਇਹਨਾਂ ਲੋਕਾਂ ਦੇ ਨਾਲ ਜੁੜੇ ਰਹਿਣ। ਪਰ ਜਿਹੜਾ ਵੀ ਬੰਦਾ ਦਿਲੋਂ ਦੇਸ਼ ਭਗਤ ਆ, ਜਿਹੜਾ ਵੀ ਬੰਦਾ ਦੇਸ਼ ਭਗਤੀ ਦੀ ਗੱਲ
ਕਰੂਗਾ ਔਰ ਭਾਰਤ ਦੇ ਹਿੱਤ ਦੀ ਗੱਲ ਕਰੂਗਾ, ਉਹ ਇਹੋ ਜਿਹੇ ਲੋਕਾਂ ਦੇ ਨਾਲ ਕਦੀ ਨਹੀਂ ਖੜਾ ਹੋਊਗਾ ਜਿਹੜਾ ਦੇਸ਼ ਨੂੰ ਧਰਮ ਦੇ ਨਾਂ ਤੇ, ਰੰਗ ਦੇ ਨਾਂ ਤੇ ਔਰ ਜਿਹੜਾ ਹੈਗਾ ਉਹਨੂੰ ਜਾਤੀਵਾਦ ਦੇ ਨਾਂ ਤੇ ਵੰਡਣ ਦੀ ਕੋਸ਼ਿਸ਼ ਕਰੂਗਾ। ਜੇ ਦੇਸ਼ ਦੇ ਵਿੱਚ ਚਾਹੁੰਦੇ ਨੇ ਕਿ ਵਾਕਿਆ ਦੇਸ਼ ਭਗਤੀ ਦਾ ਮਾਹੌਲ ਹੋਵੇ, ਭਾਰਤ ਇੱਕ ਚੰਗਾ ਰਾਸ਼ਟਰ ਬਣ ਜੇ, ਇਹਨਾਂ ਨੂੰ 2-3 ਚੀਜ਼ਾਂ ਜਿਹੜੀਆਂ ਕਰਨੀਆਂ ਪੈਣਗੀਆਂ। ਇਹਨਾਂ ਨੂੰ ਝੰਡੇ ਲਾਉਣ ਦੀ ਲੋੜ ਨਹੀਂ, ਇਹਨਾਂ ਨੂੰ ਜਨਮਨ ਗਣ ਜਿਹੜਾ ਹੈਗਾ ਜ਼ਬਰਦਸਤੀ ਬੁਲਾਉਣ ਦੀ ਲੋੜ ਨਹੀਂ, ਇਹਨਾਂ ਨੂੰ ਏਡੇ ਏਡੇ ਲੰਬੇ ਚੌੜੇ ਭਾਸ਼ਣ ਦੇਣ ਦੀ ਲੋੜ ਨਹੀਂ, ਇਹਨਾਂ ਨੂੰ ਕਿਸੇ ਨੂੰ ਸਰਟੀਫਿਕੇਟ ਦੇਣ ਦੀ ਲੋੜ ਨਹੀਂ। ਜੇ ਲੋੜ ਹੈਗੀ ਆ ਤਾਂ ਸਮਾਨਤਾ ਦਾ ਅਧਿਕਾਰ ਦੇਣ ਇੰਡੀਆ ਦੇ ਵਿੱਚ, ਮਾਈਨੋਰਟੀਜ਼ ਨੂੰ ਬੋਲਣ ਦਾ ਹੱਕ ਦੇਣ ਇੰਡੀਆ ਦੇ ਵਿੱਚ। ਜਿਹੜਾ ਧਰਮ ਦੇ ਨਾਂ ਤੇ ਇਹ ਡਿਵਾਈਡ ਕਰ ਰਿਹਾ ਲੋਕਾਂ ਨੂੰ, ਉਹ ਬੰਦ ਕਰਨ, ਤਦ ਜਾ ਕੇ ਭਾਰਤ ਦਾ ਕੁਝ ਹੋਊਗਾ। ਨਹੀਂ ਤਾਂ ਮੋਦੀ ਜਿਸ ਤਰ੍ਹਾਂ ਕਾਂਗਰਸ ਅੱਜ ਖੂੰਜੇ ਲੱਗੀ ਬੈਠੀ ਆ, ਮੋਦੀ ਇਸ ਤੋਂ ਵੀ ਬੁਰੀ ਤਰ੍ਹਾਂ ਖੂੰਜੇ ਲੱਗ ਕੇ ਬੈਠੂਗਾ। ਰਾਜ ਜੀ, ਸਤੀਸ਼ ਜੀ। ਹਰਪ੍ਰੀਤ ਜੀ, ਮੈਂ ਵੀ ਇਹੀ ਸਮਝਦਾ ਕਿ ਮੇਕ ਇਨ ਇੰਡੀਆ ਤੇ ਸਵੱਛ ਭਾਰਤ ਤੇ ਜਿਹੜਾ ਡਿਜੀਟਲਾਈਜੇਸ਼ਨ ਇੰਡੀਆ ਦਾ ਅਭਿਆਨ ਮੋਦੀ ਨੇ ਚਲਾਇਆ ਵਾ, ਉਹਦੇ ਵਿੱਚ ਕੋਈ ਮਾੜੀ ਚੀਜ਼ ਨਹੀਂ ਹੈਗੀ, ਚੰਗੀ ਚੀਜ਼ ਹੈ। ਇੰਡੀਆ ਦੀ ਤਰੱਕੀ ਉਹਦੇ ਨਾਲ ਹੋਏਗੀ, ਬਹੁਤ ਵਧੀਆ ਚੀਜ਼ ਹੈ। ਪਰ ਗੱਲ ਆ ਕੇ ਫਿਰ ਉੱਥੇ ਆ ਜਾਂਦੀ ਹੈ ਕਿ ਜਿਹੜਾ ਵੋਟ ਪੋਲਰਾਈਜੇਸ਼ਨ ਕਰਦੀ ਪਈ ਹੈ ਬੀਜੇਪੀ ਸਰਕਾਰ ਤੇ RSS ਨਾਲ ਮਿਲ ਕੇ, ਨਾਲ ABVP, ਇੱਥੇ ਕੰਮ ਕਰਨ ਦੀ ਲੋੜ ਹੈ। ਇਹ ਸਿਰਫ ਆਪਾਂ ਮਤਲਬ ਮੁਲਕ ਨੂੰ ਧਰਮ ਦੇ ਹੇਠ ਡਿਵਾਈਡ ਨਾ ਕਰੀਏ, ਸਿਰਫ ਹਿੰਦੂਤਵ ਦੀਆਂ ਗੱਲਾਂ ਨਾ ਕਰੀਏ। ਹਰ ਇੱਕ, ਚਾਹੇ ਮਿਨੋਰਿਟੀ ਹੈ ਚਾਹੇ ਮੈਜੋਰਿਟੀ ਹੈ, ਹਰ ਬੰਦੇ ਦਾ ਇੰਡੀਆ ਵਾ, ਹਰ ਬੰਦੇ ਦੇ ਵਿੱਚ ਉਨੀ ਹੀ ਦੇਸ਼ ਭਗਤੀ ਹੈ ਜਿੰਨੀ ਹਿੰਦੂਆਂ ਵਿੱਚ ਹੈ। ਮੈਂ ਸਮਝਦਾ ਮੁਸਲਮਾਨਾਂ ਵਿੱਚ ਵੀ ਉਨੀ ਹੈ, ਸਿੱਖਾਂ ਦੇ ਵਿੱਚ ਵੀ ਉਨੀ ਹੈ ਤੇ ਈਸਾਈਆਂ ਵਿੱਚ ਵੀ ਉਨੀ ਹੈ। ਹਰ ਬੰਦਾ ਆਪਣੀ ਦੇਸ਼ ਭਗਤੀ ਜਾਣਦਾ ਵਾ। ਜਿਹੜੇ ਡਿਜੀਟਲਾਈਜੇਸ਼ਨ ਤੇ ਇੰਡੀਆ ਦੀ ਤਰੱਕੀ ਦੀਆਂ ਗੱਲਾਂ ਕਰਦੀਆਂ ਉਹ ਬਿਲਕੁਲ ਕਰਨ, ਪਰ ਵੋਟ ਪੋਲਰਾਈਜੇਸ਼ਨ ਲਈ ਇਹ ਸਾਰੇ ਹੱਥਕੰਡੇ ਮੋਦੀ ਸਰਕਾਰ ਨੂੰ ਅਪਣਾਉਣੇ ਨਹੀਂ ਚਾਹੀਦੇ। ਸਤੀਸ਼ ਜੀ। ਹਰਪ੍ਰੀਤ ਜੀ, ਦੇਖੋ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਇਹ ਸਾਰਾ ਕੁਝ ਇਸ ਕਰਕੇ ਵਾਪਰ ਰਿਹਾ ਕਿ ਲਗਭਗ 2 ਸਾਲ ਬੀਤਣ ਵਾਲੇ ਨੇ ਤੇ ਮੋਦੀ ਸਰਕਾਰ ਆਪਣੇ ਉਸ ਏਜੰਡੇ ਨੂੰ ਅਮਲ ਦੇ ਵਿੱਚ ਸਾਬਤ ਨਹੀਂ ਕਰ ਸਕੀ ਜਿਨ੍ਹਾਂ ਸੁਪਨਿਆਂ ਦੀ ਲੋਕਾਂ ਨੇ ਉਹਨਾਂ ਨੂੰ ਵੋਟ ਦਿੱਤੀ ਸੀ। ਬੇਸ਼ੱਕ ਭਰਵੋਂ ਦੇ ਬਸ ਵੋਟ ਦਿੱਤੀ ਸੀ, ਪਰ ਲੋਕਾਂ ਦੇ ਸੁਪਨਿਆਂ ਨੂੰ ਅਸੀਂ ਸੱਚੇ ਹੀ ਮੰਨੀਓ ਕਿਉਂਕਿ ਉਹਨਾਂ ਨੇ ਇੱਕ ਚੰਗੀ ਭਾਵਨਾ ਨਾਲ ਹੀ ਵੋਟ ਕੀਤੀ ਸੀ। ਹੁਣ ਜਦੋਂ ਅਸੀਂ ਮੇਕ ਇਨ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਇਹਦਾ ਸਿੱਧਾ ਮਤਲਬ ਇਹ ਹੈ ਕਿ ਬਾਹਰੋਂ ਆਓ, ਨਿਵੇਸ਼ ਕਰੋ, ਇੰਡੀਆ ਦੇ ਵਿੱਚ ਪ੍ਰੋਡਕਸ਼ਨ ਕਰੋ ਤੇ ਅਸੀਂ ਤੁਹਾਨੂੰ ਉਹਦਾ ਲਾਹਾ ਦੇਵਾਂਗੇ। ਜੇ ਦੇਸ਼ ਨੇ ਆਪਣਾ ਕੋਈ ਸਾਧਨ ਨਹੀਂ ਕ੍ਰੀਏਟ ਕਰਨੇ, ਜੇ ਉਹਨੇ ਆਪਣੇ ਸਾਧਨਾਂ ਦਾ ਇਸਤੇਮਾਲ ਆਪ ਨਹੀਂ ਕਰਨਾ, ਵਿਦੇਸ਼ੀ ਕਾਰਪੋਰੇਟ ਜਗਤ ਨੂੰ ਹਿੰਦੁਸਤਾਨ ਦੇ ਸਾਰੇ ਸਾਧਨ ਮੁਹੱਈਆ ਕਰ ਦੇਣੇ ਨੇ। ਤੁਸੀਂ ਆਟਾ 40 ਰੁਪਏ ਕਿਲੋ ਵੇਚ ਰਹੇ ਹੋ, ਪਰ ਆਦੀਵਾਸੀ ਖੇਤਰਾਂ ਦੇ ਵਿੱਚੋਂ ਬਾਕਸਾਈਟ ਜਿਹੜੀ ਹੈ ਇੰਨੀ ਮਹਿੰਗੀ ਧਾਤ ਆ, ਉਹਨੂੰ ਤੁਸੀਂ 12 ਜਾਂ 14 ਰੁਪਏ ਕਿਲੋ ਵਿਦੇਸ਼ੀ ਕੰਪਨੀਆਂ ਨੂੰ ਵੇਚਣਾ ਚਾਹੁੰਦੇ ਹੋ ਤੇ ਇਹਨੂੰ ਤੁਸੀਂ ਮੇਕ ਇਨ ਇੰਡੀਆ ਕਹਿੰਦੇ ਹੋ। ਤਾਂ ਫਿਰ ਮੇਕ ਇਨ ਇੰਡੀਆ ਦਾ ਮਤਲਬ ਸਿੰਪਲ ਇਹ ਹੈ ਕਿ ਵਿਸ਼ਵੀ ਪੱਧਰ ਦੇ ਉੱਤੇ ਜਿਹੜੀ ਲੁੱਟ ਵੱਡੀਆਂ ਕੰਪਨੀਆਂ ਨੇ, ਵੱਡੇ ਮੁਲਕਾਂ ਨੇ ਮਚਾ ਰੱਖੀ ਆ, ਮੋਦੀ ਸਾਹਿਬ ਉਹਨੂੰ ਸਪੋਰਟ ਕਰ ਰਹੇ ਨੇ ਤੇ ਇਸੇ ਕਰਕੇ ਭਾਰਤ ਦੇ ਕਿਰਤ ਕਾਨੂੰਨਾਂ ਨੂੰ ਤਬਦੀਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਇਹ ਮਾਮਲਾ ਮਨਮੋਹਨ ਸਿੰਘ ਵੇਲੇ ਵੀ ਸੇਮ ਸੀ, ਇਹ ਮਾਮਲਾ ਨਰਸਿਮਹਾ ਰਾਓ ਵੇਲੇ ਵੀ ਸੇਮ ਸੀ। ਬਲਕਿ ਕਿਹਾ ਜਾਣਾ ਚਾਹੀਦਾ ਕਿ ਹਿੰਦੁਸਤਾਨ ਦੇ ਵਿੱਚ 25 ਸਾਲ ਹੋ ਗਏ ਨੇ ਮਨਮੋਹਨ ਸਿੰਘ ਦੀਆਂ ਨੀਤੀਆਂ ਲਾਗੂ ਹੋਈਆਂ ਨੂੰ ਤੇ ਉਹਨਾਂ ਨੀਤੀਆਂ ਦਾ ਹੀ ਸਿੱਟਾ ਵਾ। ਜੇਤਲੀ ਇੱਕ ਤੋਂ ਵੱਧ ਵਾਰ ਕਹਿ ਚੁੱਕੇ ਨੇ ਕਿ ਕਾਂਗਰਸ ਪਾਰਟੀ ਨੇ ਮਨਮੋਹਨ ਸਿੰਘ ਦੀਆਂ ਨੀਤੀਆਂ ਨੂੰ, ਨਰਸਿਮਹਾ ਰਾਓ ਦੀਆਂ ਨੀਤੀਆਂ ਨੂੰ ਪ੍ਰੈਕਟੀਕਲੀ ਲਾਗੂ ਨਹੀਂ ਕੀਤਾ। ਅਸੀਂ ਉਹਨਾਂ ਨੂੰ ਤੇਜ਼ੀ ਬਖਸ਼ਾਂਗੇ ਤੇ ਮੇਰੀ ਬੜੀ ਸਪਸ਼ਟ ਰਾਏ ਹੈ ਕਿ ਜੇ ਉਹਨੂੰ ਤੇਜ਼ੀ ਬਖਸ਼ੋਗੇ ਤਾਂ ਦੇਸ਼ ਦਾ ਉਲਟਾ ਨੁਕਸਾਨ ਹੋਏਗਾ। ਦਿਲਰਾਜ ਜੀ ਇਹ ਕਹਿ ਰਹੇ ਨੇ ਕਿ ਹਿੰਦੂਤਵ ਦੀ ਗੱਲ ਨਾ ਕਰੋ। ਅਸੀਂ ਹਿੰਦੂਤਵ ਨੂੰ ਹਿੰਦੂ ਦੇ ਵਿਰੋਧ ਦੇ ਵਿੱਚ ਨਹੀਂ ਵਰਤ ਰਹੇ। ਹਿੰਦੂਤਵ ਦਾ ਮਤਲਬ ਜੇ ਹਿੰਦੂ ਦੀ ਗੱਲ ਹੋਵੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ। ਹਿੰਦੂਤਵ ਦਾ ਮਤਲਬ ਇਹ ਕਿ ਅਸੀਂ ਇਸ ਬਹੁ ਕੌਮੀ ਮੁਲਕ ਦੀਆਂ ਪਛਾਣਾਂ ਨੂੰ ਸਵੀਕਾਰ ਨਹੀਂ ਕਰਦੇ, ਅਸੀਂ ਇਹਦੀਆਂ ਭਾਸ਼ਾਈ ਪਛਾਣਾਂ ਨੂੰ ਸਵੀਕਾਰ ਨਹੀਂ ਕਰਦੇ, ਅਸੀਂ ਇਹਦੀਆਂ ਘੱਟ ਗਿਣਤੀ ਦੀਆਂ ਪਛਾਣਾਂ ਨੂੰ ਸਵੀਕਾਰ ਨਹੀਂ ਕਰਦੇ। ਮੈਂ ਪਹਿਲਾਂ ਵੀ ਕਹਿ ਚੁੱਕਾ, ਹਿੰਦੂਤਵ ਨੂੰ ਈਸਾਈਅਤ ਨਾਲ ਤੇ ਇਸਲਾਮ ਨਾਲ ਖਾਸ ਨਫ਼ਰਤ ਹੈ ਕਿਉਂਕਿ ਉਹ ਵਿਦੇਸ਼ੀ ਧਰਮ ਨੇ ਤੇ ਦੇਸੀ ਧਰਮਾਂ ਨੂੰ ਉਹ ਆਪਣੇ ਅੰਦਰ ਸਮੋ ਲੈਣਾ ਚਾਹੁੰਦੇ ਨੇ। ਜਿਵੇਂ ਉਹ ਧਰਮ ਤੇ ਪੰਥ ਨੂੰ ਵੱਖੋ ਵੱਖਰੇ ਤੌਰ ਤੇ ਦੇਖਦੇ ਨੇ, ਉਹ ਸਿੱਖੀ ਨੂੰ ਇੱਕ ਧਰਮ ਨਹੀਂ ਵੱਖਰਾ ਪੰਥ ਸਮਝਦੇ ਨੇ। ਤੇ ਦਿਲਚਸਪ ਗੱਲ ਇਹ ਵੀ ਹੈ
ਕਿ ਪੰਜਾਬ ਦੇ ਵਿੱਚ ਬਹੁਤ ਗਿਣਤੀ ਸਿੱਖ ਵੀ ਆਪਣੇ ਆਪ ਨੂੰ ਇੱਕ ਵੱਖਰਾ ਪੰਥ ਹੀ ਮੰਨਦੇ ਨੇ, ਜਿਹੜਾ RSS ਦਾ ਏਜੰਡਾ ਵੀ ਇਹੀ ਹੈ ਕਿ ਸਿੱਖ ਧਰਮ ਨਾ ਮੰਨਣ, ਆਪਣੇ ਆਪ ਨੂੰ ਪੰਥ ਹੀ ਮੰਨਣ। ਇਹਨਾਂ ਗੱਲਾਂ ਦਾ ਜ਼ਰੂਰ ਸਾਨੂੰ ਮੈਂ ਆਬਜੈਕਟ ਕਰਨਾ ਚਾਹਾਂਗਾ। ਹਾਂਜੀ ਸੰਦੀਪ ਜੀ। ਦੇਖੋ ਜੀ, ਮੈਨੂੰ ਨਹੀਂ ਪਤਾ ਕਿਹੜੇ ਪੰਜਾਬ ਦੀ ਗੱਲ ਕੀਤੀ ਜਾ ਰਹੀ ਆ। ਅਸੀਂ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ ਕਿ RSS ਜਿਹੜਾ ਆ ਉਹ ਮਾਈਨੋਰਿਟੀਜ਼ ਨੂੰ ਖਾ ਜਾਂਦਾ ਆ, ਹਿੰਦੂਤਵ ਨੂੰ ਮੁਹਾਰੀਅਤ ਹਾਸਲ ਆ, ਹਾਂਜੀ ਮੁਹਾਰੀਅਤ ਹਾਸਲ ਆ ਕਿ ਉਹ ਜਿਹੜੇ ਘੱਟ ਗਿਣਤੀ ਵਾਲੇ ਧਰਮ ਆ ਉਹਨਾਂ ਨੂੰ ਦਬੋਚ ਲੈਂਦਾ, ਉਹਨਾਂ ਨੂੰ ਖਤਮ ਕਰ ਦਿੰਦਾ। ਔਰ ਇਹਦੀਆਂ ਕਈ ਐਗਜ਼ਾਮਪਲਸ ਮਿਲਦੀਆਂ ਨੇ। ਪਰ ਜਿੱਥੇ ਤੱਕ ਸਿੱਖੀਜ਼ਮ एक सेकंड हाँ एक सेकंड मैं आ रहा मैं इस गल ते एक सेकंड जी, मैं जिस चीज़ ऑब्जेक्ट कर रहा वो गल ध्यान लगे। जिथे तक सिखिज़म की गल हैगी आ कि वो अलग पंथ आ, बिल्कुल भी नहीं, वो एक अलग धर्म आ और उसी अलग धर्म की लड़ाई करके ही 25-20 धारा के अगेंस्ट हर सिख आवाज उठाता है। पंजाब दे विच कोई भी नहीं, सवदीश जी ने कहा कि पंजाब दे विच सिख जेरे पंजाब दे विच संदीप जी उन्होंने कहा कुछ सिख इस गल नूं मनदे आ। मैं मानदा, मैं सवदीप जी नाल सहमत हां कि वाकई कुछ सिख ऐसे ने जिहड़े सिख अज दी डेट दे विच भी कांग्रेस दी सपोर्ट च खड़दे ने, जिहड़े सिख अज दी डेट दे विच भी बीजेपी को खड़दे ने। ਉਹ ਕਿਹੜੇ ਲੋਕ ਨੇ ਯਾਰ? नहीं पॉलिटिकली ਤੁਸੀਂ ਜਿਹੜੀਆਂ ਲੜਾਈਆਂ ਨੇ ਉਹ ਅਲੱਗ ਗੱਲ ਹੈਗੀ ਹੈ, ਪਰ ਹਰ ਸਿੱਖ ਆਪਣੇ ਆਪ ਨੂੰ ਇਹ ਕਹਿੰਦਾ ਹੈ ਕਿ ਸਿੱਖ ਇੱਕ ਅਲੱਗ ਧਰਮ ਹੈ। ਕੋਈ ਵੀ ਸਿੱਖ ਹੈ ਨਹੀਂ ਕਹਿੰਦਾ ਹੈਗਾ ਕਿ ਉਹ ਹਿੰਦੂਇਜ਼ਮ ਦਾ ਅੰਗ ਹੈ। ਕੋਈ ਵੀ ਸਿੱਖ ਆਪਣੇ ਮੂੰਹੋਂ ਕਦੀ ਵੀ ਨਹੀਂ ਇਹ ਗੱਲ ਕਹੇਗਾ। ਸੋ ਇਹ ਜਿਹੜੀ ਪੋਲੀਟੀਕਲ ਆਈਡੀਓਲੋਜੀਜ਼ ਆ ਉਹ ਅਲੱਗ-ਅਲੱਗ ਹੋ ਸਕਦੀ ਹੈ। ਇਹ ਡਿਬੇਟ ਨਹੀਂ ਅੱਜ ਦੀ ਸੰਦੀਪ ਜੀ, ਬਿਲਕੁਲ ਸਿੱਖ ਧਰਮ ਇੱਕ ਰਿਲੀਜਨ ਆ, ਉਹ ਚ ਆਪਾਂ ਅੱਜ ਡਿਬੇਟ ਨਹੀਂ ਕਰਨੀ। ਪਰ ਇੱਕ ਜੋ ਡਿਬੇਟ ਮੈਂ ਉਹ ਨਹੀਂ ਕਹਿ ਰਿਹਾ, ਪੁਆਇੰਟ ਰੱਖਿਆ ਗਿਆ ਤਾਂ ਕਰਕੇ ਮੈਂ ਉਹਦਾ ਡਿਬੇਟ ਕੀਤਾ ਜੀ। ਉਹਦੀ ਵਿਰੋਧਤਾ ਕਰਨੀ ਮੈਨੂੰ ਲੱਗੀ ਜੀ। ਇੱਕ ਜੋ ਇੱਕ ਤੋਂ ਰਲਦੀ ਮਿਲਦੀ ਡਿਬੇਟ ਬਣਦੀ ਆ ਸਿੱਖਾਂ ਨੂੰ ਲੈ ਕੇ, ਉਹ ਬਹੁਤ ਇੰਪੋਰਟੈਂਟ ਪੁਆਇੰਟ ਹੈ, ਉਹ ਅਸੀਂ ਮਿਸ ਕਰ ਰਹੇ ਹਾਂ। ਇੱਕ ਚੀਜ਼ ਮੈਂ ਫਿਰ ਤੋਂ ਸਾਰੇ ਪੈਨਲਿਸਟ ਕੋਲੋਂ ਮੈਂ ਜਵਾਬ ਲੈਣਾ ਚਾਹੂੰਗਾ, ਮੈਨੂੰ ਹਾਂ ਜਾਂ ਨਾ ਚ ਜਵਾਬ ਦਿਓ। ਇਹ ਤੁਸੀਂ ਸਾਰੇ ਮੰਨਦੇ ਜੋ ਕਿ ਕਨਈਆ ਕੁਮਾਰ ਹਿੰਦੂ ਨੇ, ਹਿੰਦੂ ਹੋਣ ਤੋਂ ਬਾਵਜੂਦ ਉਹ RSS ਦਾ ਵਿਰੋਧ ਕਰ ਰਹੇ ਨੇ, ਤੇ ਇੱਕ ਇੰਡੀਆ ਨੂੰ ਤੁਸੀਂ ਇੱਕ ਹਿੰਦੂ ਰਾਸ਼ਟਰ ਮੰਨਦੇ ਜੋ ਕਿ ਜ਼ਿਆਦਾ ਹਿੰਦੂ ਪੋਪੂਲੇਸ਼ਨ ਜ਼ਿਆਦੀ ਹੈ, ਇਸ ਗੱਲ ਨੂੰ ਮੰਨਦੇ ਜੋ ਸਾਰੇ ਜਿਹੜੇ ਨਹੀਂ ਮੰਨਦੇ? ਮੈਂ ਇਸ ਉੱਤੇ ਜ਼ਰੂਰ ਕਮੈਂਟ ਕਰਾਂਗਾ ਜੀ। ਇਸ ਦੇ ਉੱਤੇ ਗੱਲ ਹੈਗੀ ਆ ਕਿ ਜਿੱਥੇ ਤੱਕ ਹਿੰਦੂਇਜ਼ਮ ਨਾਲ ਇਹਨੂੰ ਤੁਸੀਂ ਜੋੜਦੇ ਪਏ ਹੋ, ਮੈਂ ਪਹਿਲਾਂ ਹੀ ਇਹ ਗੱਲ ਦੱਸ ਦਵਾਂ ਕਿ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੋਨਾਂ ਜਥੇਬੰਦੀਆਂ ਨੇ ਇਸ ਮੌਕੇ ਦੇ ਉੱਤੇ ਇਸ JNU ਦੇ ਸਟੂਡੈਂਟਸ ਦੇ ਨਾਲੋਂ ਖੜੇ ਹੋਏ ਨੇ ਤੇ ਉਹਨਾਂ ਨੇ ਇਹਨਾਂ ਲਈ ਹਾਂ ਦਾ ਨਾਰਾ ਮਾਰਿਆ। ਜਿੱਥੇ ਤੱਕ ਕਨਈਆ ਕੁਮਾਰ ਦਾ ਇਸ ਦੇ ਵਿੱਚ ਨਾਮ ਆਇਆ, ਉਸ ਦੇ ਵਿੱਚ ਆ ਗਿਆ ਜਿੱਥੇ ਕਨਈਆ ਕੁਮਾਰ ਦਾ ਨਾਮ ਆ ਰਿਹਾ। ਮੈਂ ਪਹਿਲਾਂ ਹੀ ਜਦੋਂ ਆਪਣੀ ਗੱਲ ਰੱਖੀ ਸੀ ਉਦੋਂ ਮੈਂ ਕਿਹਾ ਫਾਈਨੈਂਸ਼ੀਅਲੀ ਵੀਕ, ਜਿਹਨੂੰ ਹਿੰਦੁਸਤਾਨ ਦੇ ਵਿੱਚ ਛੋਟੀਆਂ ਜਾਤਾਂ ਕਿਹਾ ਜਾ ਰਿਹਾ ਆ, ਅਤੇ ਮਾਈਨੋਰਿਟੀਜ਼, ਮੈਂ ਤਿੰਨੋਂ ਚੀਜ਼ਾਂ ਪਹਿਲਾਂ ਹੀ ਕਵਰ ਕਰ ਗਿਆ ਸੀਗਾ। ਸੋ ਜਿਹੜਾ ਕਨਈਆ ਕੁਮਾਰ ਵਾਲਾ ਜਿਹੜਾ ਵਰਡਿਕਟ ਆ, ਕਨਈਆ ਕੁਮਾਰ ਵਾਲਾ ਜਿਹੜਾ ਗ੍ਰਾਫ ਆ ਫਾਈਨੈਂਸ਼ੀਅਲੀ ਵੀਕ ਲੈ ਕੇ JNU ਦੇ ਪ੍ਰੈਜ਼ੀਡੈਂਟ ਬਣੇ ਨੇ, ਮੈਂ ਨਹੀਂ ਮੰਨਦਾ ਕਿਉਂਕਿ ਉਹ ਦੇਖੋ ਚਾਹੂੰਗਾ ਮੈਂ ਕੁਐਸਚਨ ਥੋੜਾ ਜਿਹਾ ਹੋਰ ਪੁੱਛਣਾ ਚਾਹੁੰਦਾ ਜੀ। ਤੁਸੀਂ ਮੇਰੀ ਪੁਆਇੰਟ ਜ਼ਰੂਰ ਸੁਣ ਲਓ। ਕਨਈਆ ਕੁਮਾਰ ਜਿਨ੍ਹਾਂ ਦੀਆਂ ਵੋਟਾਂ ਲੈ ਕੇ ਇੱਥੇ ਪਹੁੰਚੇ ਨੇ ਜਾਂ ਜਿਨ੍ਹਾਂ ਦੀ ਉਹਨਾਂ ਨੂੰ ਸਪੋਰਟ ਹੈ, ਉਹ ਸਾਰੇ ਛੋਟੀ ਜਾਤ ਨਾਲ ਤਾਲੁਕਾਤ ਨਹੀਂ ਰੱਖਦੇ। ਰੋਹਿਤ ਮਮੂਲਾ ਦੀ ਗੱਲ ਕਰੀਏ ਜੋ ਕਿ ਮੇਰੀ ਗੱਲ ਸੁਣੋ ਸੰਦੀਪ ਜੀ, ਲੈਟ ਮੀ ਫਿਨਿਸ਼। ਜੋ ਇੱਕ ਆਈਡੀਓਲੋਜੀ ਤੇ ਜੋ ਕਿ ਸਮਾਜਵਾਦ ਨੂੰ ਖਤਮ ਕਰਨ ਨੂੰ, ਜਾਤੀਵਾਦ ਨੂੰ ਖਤਮ ਕਰਨ ਦੀ ਜੋ ਇੰਡੀਆ ਦੀ ਮੇਨ ਪ੍ਰੋਬਲਮ ਆ, ਉਹਦੀਆਂ ਗੱਲਾਂ ਕਰ ਰਹੇ ਨੇ। ਪਰ ਕੁਐਸਚਨ ਮੈਂ ਹੁਣ ਇਹ ਪੁੱਛਣਾ ਚਾਹੁੰਦਾ ਵਾਂ ਕਿ ਜਿਹੜੇ ਸਾਡੇ ਸਿੱਖ ਭਰਾ ਬਾਹਰ ਬਹਿ ਕੇ ਖਾਲਿਸਤਾਨ ਦੀ ਗੱਲਾਂ ਕਰਦੇ ਨੇ, ਕੀ ਖਾਲਿਸਤਾਨ ਉਹਨਾਂ ਵਾਸਤੇ ਅਜੇ ਵੀ ਸੋਲੂਸ਼ਨ ਆ? ਕਿ ਜੋ ਇੰਡੀਆ ਵਿੱਚ ਪ੍ਰੋਬਲਮ ਇਸ ਟਾਈਮ ਹੈਗੀ ਹੈ ਕਿ ਖਾਲਿਸਤਾਨ ਤੋਂ ਬਾਅਦ ਸਾਨੂੰ ਇਹ ਪ੍ਰੋਬਲਮ ਫੇਸ ਨਹੀਂ ਕਰਨੀ ਪਊਗੀ ਖਾਲਿਸਤਾਨ ਦੇ ਵਿੱਚ? ਮੈਂ ਅੱਗੇ ਹਾਂਜੀ ਹਰਪ੍ਰੀਤ ਜੀ, ਤੁਸੀਂ ਅੱਗੇ ਵੀ ਇੱਕ ਵਾਰੀ ਇਹ ਗੱਲ ਕੀਤੀ ਸੀ ਤੇ ਮੈਂ ਉਦੋਂ ਵੀ ਇਹੀ ਜਵਾਬ ਦਿੱਤਾ ਸੀ, ਅੱਜ ਵੀ ਉਸੇ ਜਵਾਬ ਨੂੰ ਦੁਹਰਾਉਣ ਲੱਗਿਆ ਆ। ਹਿੰਦੁਸਤਾਨ ਨੂੰ ਜਦੋਂ ਆਜ਼ਾਦੀ ਮਿਲੀ ਸੀ ਕਿ ਉਦੋਂ ਇਹ ਸੋਚ ਕੇ ਲਿੱਤੀ ਗਈ ਸੀ ਆਜ਼ਾਦੀ ਕਿ ਇਹ ਵਾਲੀਆਂ ਪ੍ਰੋਬਲਮਸ ਫੇਸ ਕਰੋਗੇ? ਤੁਸੀਂ ਉਦੋਂ ਜਾਣਦੇ ਸੀ ਕਿ ਇਹ ਪ੍ਰੋਬਲਮਸ ਆਉਣਗੀਆਂ ਜਾਂ ਤੁਸੀਂ ਇਹ ਸੋਚਦੇ ਸੀ ਕਿ ਸਾਰੀਆਂ ਚੀਜ਼ਾਂ ਦਾ ਹੱਲ? ਜੋ ਸੰਦੀਪ ਜੀ ਆਜ਼ਾਦੀ ਨਹੀਂ ਮਿਲੀ, ਤੁਸੀਂ ਇਸ ਗੱਲ ਨੂੰ ਮੰਨਦੇ ਜੋ? ਫਿਰ ਜਦੋਂ ਆਜ਼ਾਦੀ ਮਿਲੀ ਨਹੀਂ, ਤੁਸੀਂ ਇੱਕ ਵਾਰ ਫਿਰ ਤੋਂ ਆਜ਼ਾਦੀ ਚਾਹੁੰਦੇ ਜੋ, ਵੀ ਧਰਮ ਦੇ ਨਾਂ ਤੇ ਆਜ਼ਾਦੀ ਚਾਹੁੰਦੇ ਜੋ, ਜਦਕਿ ਸੋਚ ਇਹਨਾਂ ਮੁੰਡਿਆਂ ਵਰਗੀ ਹੋਣੀ ਚਾਹੀਦੀ ਹੈ ਜੋ ਕਿ ਗਲਤ ਗੱਲ ਨੂੰ ਗਲਤ ਆਂਦੇ ਆ। ਨਹੀਂ, ਮੈਂ ਬਿਲਕੁਲ ਇਹ ਗੱਲ ਕਰ ਰਿਹਾ ਜੀ। ਜਿੱਥੇ ਤੱਕ ਸਿੱਖਾਂ ਦੀ ਗੱਲ ਹੈਗੀ ਆਜ਼ਾਦੀ ਦੀ, ਉਹ ਉਸੇ ਦਿਨ ਨੀਂਹ ਰੱਖੀ ਗਈ ਜਿਸ ਦਿਨ ਅਕਾਲ ਤਖਤ ਸਾਹਿਬ ਦੇ ਨੂੰ ਢਾਹ ਢੇਰੀ ਕਰ ਦਿੱਤਾ ਗਿਆ। ਔਰ ਜਿਸ ਦਿਨ ਨੀਂਹ ਰੱਖੀ ਗਈ ਤੇ ਉਹ ਰੱਖੀ ਗਈ।
और मैं कल भी डिबेट च गई सी, अज फिर दोहरा रहा, आज़ादी हर बंदे दा हक है। आज़ादी हरप्रीत जी ਢਾਟੇ ਦੀ ਕਰਨ ਦੀ ਗੱਲ ਕਰ ਰਹੇ ਹੋ ਕਿ ਉਹ ਵੀ ਇਸ ਗੰਦੀ ਪੋਲਿਟਿਕਸ ਦਾ ਹਿੱਸਾ ਨਹੀਂ ਆ। ਤੁਸੀਂ ਉਹਨੂੰ ਪੋਲਿਟਿਕਸ ਕਹੋ, ਅਗਰ ਪੋਲਿਟਿਕਸ ਸੀ ਤੇ ਕਿ ਨਾਮ ਉਸ ਚੀਜ਼ ਨੂੰ ਨੰਗਾ ਕਰ ਰਿਹਾ, ਮੈਂ ਗੰਦੀ ਪੋਲਿਟਿਕਸ ਕਹਿ ਰਿਹਾ ਹਾਂ। ਤੁਸੀਂ ਉਹਨੂੰ ਜੋ ਮਰਜ਼ੀ ਨਾਮ ਦੇਵੋ, ਉਹ ਤੁਹਾਡੇ ਉੱਤੇ ਆ। ਅਸੀਂ ਉਹਨੂੰ ਐ ਮੰਨਦੇ ਆ ਕਿ ਸਾਡੇ ਅਗਰ ਉਹਨੂੰ ਤੁਸੀਂ ਗੰਦੀ ਰਾਜਨੀਤੀ ਦਾ ਹਿੱਸਾ ਕਹਿੰਦੇ ਹੋ ਤੇ 25 ਧਾਰਾ ਨੂੰ ਕੀ ਕਹੋਗੇ? ਤੁਸੀਂ ਮੈਨੂੰ ਜਵਾਬ ਦਿਓ ਕਿ 25 ਧਾਰਾ ਨੂੰ ਕੀ ਕਹੋਗੇ? ਬਿਲਕੁਲ ਰੋਂਗ, ਬਿਲਕੁਲ ਗਲਤ ਆ। ਜਦੋਂ ਤੱਕ ਤੁਹਾਡੇ ਕਨਸਟੀਟਿਊਸ਼ਨ ਦੇ ਵਿੱਚ ਸਾਨੂੰ ਕੋਈ ਮਾਨਤਾ ਹੀ ਨਹੀਂ, ਜਦੋਂ ਅਜੀਤ ਜੀ 1 ਮਿੰਟ ਮੈਨੂੰ ਕੰਪਲੀਟ ਕਰਨ ਦਿਓ, ਜਦੋਂ ਤੱਕ ਉਹ ਇਹ ਗੱਲ ਹੈ ਕਿ ਜੇ ਧਾਰਾ 25 ਜਾਂ ਹੋਰ ਇਹੋ ਜਿਹੀਆਂ ਜਿਹੜੀਆਂ ਇਤਰਾਜ਼ਯੋਗ ਧਾਰਾ ਜਿਹੜੀਆਂ ਹੋ ਸਕਦੀਆਂ ਸਿੱਖ ਕੌਮ ਵਾਸਤੇ, ਜੇ ਉਹਨਾਂ ਨੂੰ ਦੂਰ ਕਰ ਦਿੱਤਾ ਜਾਵੇ ਤਾਂ ਫਿਰ ਤੁਸੀਂ ਸੋਚੋਗੇ ਕਿ ਖਾਲਿਸਤਾਨ ਦੀ ਲੋੜ ਨਹੀਂ ਹੈਗੀ ਆ। देखो जी कि ना, मैं गल तो है ही नहीं कि खालिस्तान की लोड़ है कि नहीं है। मैं तो कह रहा कि मैं गल तो है, हरप्रीत जी गल तो है यार। अगर कोई बंदा आज़ादी का नारा मारेगा कि तुसी उसनू देश द्रोही कह के जेल सुट्टोगे? मैं कल भी यह गल कही सी कि स्कॉटलैंड ने अलग आज़ादी की गल की, स्कॉटलैंड ने अलग आज़ादी की गल की कि उन्होंने मैंबर ऑफ स्कॉटलैंड पार्टी के उन्होंने सडेशन के केस पे, क्यूबैक अलग आज़ादी की मांग करता है कि उन्होंने उत्ते सडेशन के केस पे अगर पंजाब कश्मीर नागालैंड ਜਾਂ ਹੋਰ ਮੰਗੇ ਮੰਗਦੇ ਤੁਹਾਨੂੰ ਪ੍ਰੋਬਲਮ ਕੀ ਉਸ ਦੇ ਵਿੱਚ? ਕਹਿ ਰਿਹਾ ਸੰਦੀਪ ਜੀ, ਇਹੀ ਮੈਂ ਕਹਿ ਰਿਹਾ ਜੇ ਅਸੀਂ ਗੱਲ ਕਰਨੀ ਹੈ ਇੱਕ ਵਧੀਆ ਸਿਸਟਮ ਦੀ ਗੱਲ ਕਰੀਏ, ਇੱਕ ਪ੍ਰੋਪਰ ਸਿਸਟਮ ਦੀ ਗੱਲ ਕਰੀਏ, ਪ੍ਰੋਬਲਮ ਦੇਸ਼ਾਂ 'ਚ ਨਹੀਂ ਆ, ਪ੍ਰੋਬਲਮ ਉਹ ਲੋਕਾਂ 'ਚ ਆ ਜੋ ਉਹ ਦੇਸ਼ ਚਲਾ ਰਹੇ ਨੇ। ਪ੍ਰੋਬਲਮ ਕਾਨੂੰਨ 'ਚ ਨਹੀਂ ਆ, ਪ੍ਰੋਬਲਮ ਉਹ ਲੋਕਾਂ 'ਚ ਆ ਜੋ ਗਲਤ ਕਾਨੂੰਨ ਬਣਾ ਰਹੇ ਨੇ ਤੇ ਉਹਨੂੰ ਆਪਣੇ ਫਾਇਦੇ ਵਾਸਤੇ ਇੰਪਲੀਮੈਂਟ ਵੀ ਕਰ ਰਹੇ ਨੇ। ਹਰਪ੍ਰੀਤ ਜੀ ਤੁਸੀਂ ਇਹ ਗੱਲ ਕੀਤੀ ਸਟੱਡੀ ਦੀ ਪਲੀਜ਼ ਇੱਕ ਮਿੰਟ। ਰਸਤੇ ਤੇ ਚੱਲਣਾ ਚਾਹੀਦਾ ਕਿ ਉਹ ਨਹੀਂ ਚੱਲੀ। ਅਫਸੋਸ ਇਸ ਗੱਲ ਦਾ ਹੋਇਆ ਹੈ ਕਿ ਜਿਹੜੀ ਨਵੀਂ ਪਾਰਟੀ ਆਈ ਹੈ ਬੀਜੇਪੀ, ਉਹ ਵੀ ਉਸੇ ਰਸਤੇ ਤੇ ਚੱਲ ਪਈ ਹੈ, ਉਹਨੇ ਕੋਈ ਮੋੜ ਨਹੀਂ ਲਿਆਂਦਾ ਹੈਗਾ। ਦੇਖੋ ਜਿਹੜੇ ਹਿੰਦੂਤਵਾਦੀ ਦੀ ਗੱਲ ਕਰਦੇ ਆ, ਜਦੋਂ ਤੁਸੀਂ ਹਿੰਦੂਤਵਾਦੀ ਦੀ ਗੱਲ ਕਰੋਗੇ ਤਾਂ ਮੁਸਲਮਾਨ ਕਿਉਂ ਆਪਣੇ ਮੁਸਲਮਾਨਾਂ ਦੀ ਗੱਲ ਨਹੀਂ ਕਰਨਗੇ? ਸਿੱਖ ਕਿਉਂ ਮੁਸਲਮਾਨ ਸਿੱਖਾਂ ਵਾਸਤੇ ਉਹਦੇ ਇੰਟਰਸਟ ਦੀ ਗੱਲ ਕਿਉਂ ਨਹੀਂ ਕਰਨਗੇ? ਤੇ ਜਦੋਂ ਸਾਰੇ ਆਪਣੇ ਧਰਮ ਦੇ ਆਧਾਰ ਤੇ ਗੱਲਾਂ ਕਰਨਗੇ ਤਾਂ ਇੱਕ ਮੁਲਕ ਦਾ ਇੱਕ ਰਸਤੇ ਤੇ ਤਰੱਕੀ ਦੇ ਰਸਤੇ ਤੇ ਚੱਲਣ ਦੀ ਤਾਂ ਕੋਈ ਸੰਭਾਵਨਾ ਰਹਿੰਦੀ ਹੀ ਨਹੀਂ ਨਾ। ਜੇ ਤੁਸੀਂ ਅਸੀਂ ਤਾਂ ਖੂਨ ਦੇ ਚੁੱਕੇ ਹਾਂ, ਅਸੀਂ ਤਾਂ ਆਪਣੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁਟਵਾ ਚੁੱਕੇ ਹਾਂ। ਹੁਣ ਤਾਂ ਸਾਡੇ ਤੋਂ ਹੋਰ ਕੀ ਚਾਹੁੰਦੇ ਹੋ? ਕਿ ਨਾਲ ਜਿੰਨਾ ਕੁ ਕੁਛ ਕਰਨਾ ਸੀਗਾ ਉਹ ਤਾਂ ਹੋ ਚੁੱਕਾ ਸਾਡੇ ਨਾਲ, ਇਸ ਤੋਂ ਵੱਧ ਕੇ ਸਾਡੇ ਤੋਂ ਤੁਸੀਂ ਚਾਹੁੰਦੇ ਕੀ ਹੋ? संदीप जी बोलो, संदीप जी अपनी बात पूरी कर लो, पहला संदीप जी को बोलने का मौका दिया जाए। संदीप जी को पहला बोलने का मौका दिया जाए। संदीप जी को गल पूरी कर रहे हैं, संदीप जी तुसी बोल दो है। संदीप जी सिंपल की गल है हरप्रीत जी, यूएन का रेजोल्यूशन, यूएन हर देश नूं, हर बंदे नूं, हर इंसान नूं आज़ादी का हक दिंदा है। अगर सिख ਜਿਹੜੇ ਨੇ ਉਹ ਖਾਲਿਸਤਾਨ ਦੀ ਮੰਗ ਕਰਦੇ ਨੇ ਜਾਂ ਕਸ਼ਮੀਰੀ ਜਿਹੜੇ ਨੇ ਉਹ ਆਜ਼ਾਦ ਕਸ਼ਮੀਰ ਦੀ ਗੱਲ ਕਰਦੇ ਨੇ ਜਾਂ ਨਾਗਾਲੈਂਡ ਦੀ ਗੱਲ ਅਲੱਗ ਨਾਗਾਲੈਂਡ ਦੀ ਗੱਲ ਕਰਦੇ ਨੇ ਜਾਂ ਤਾਮਿਲਸ ਦਾ ਅਗਰ ਰੌਲਾ ਆ ਜਾਂ ਹੋਰ ਅਨੇਕਾਂ ਜਿਹੜੀਆਂ ਸਟੇਟਸ ਨੇ ਉਹਨਾਂ ਦਾ ਅਗਰ ਰੌਲੇ ਨੇ, ਉਸ ਦੇ ਵਿੱਚ ਅਗਰ ਕੋਈ ਵੀ ਆਵਾਜ਼ ਭਾਵੇਂ ਆਜ਼ਾਦੀ ਦੀ ਆਵਾਜ਼ ਉੱਠੇ ਜਾਂ ਕੋਈ ਵੀ ਆਵਾਜ਼ ਉੱਠੇ, ਉਹਨੂੰ ਕਿਸੇ ਵੀ ਤਰੀਕੇ ਨਾਲ ਡੀਫੇਮ ਨਹੀਂ ਕੀਤਾ ਜਾ ਸਕਦਾ ਹੈਗਾ, ਪਹਿਲੀ ਗੱਲ। ਦੂਸਰੀ ਗੱਲ, ਹਾਂਜੀ एज कुछ पैनलिस्ट है कह सकते कि वो मंग गलत है, कुछ पैनलिस्ट कह सकते हैं कि वो मंग सही है। उन्होंने हाइपोथेटिकल सिचुएशनस दे पा के तुसी एनालाइज नहीं कर सकते। हाइपोथेटिकल सिचुएशनस दे विच तां पोलिटिकल पार्टीज़ नूं नहीं एनालाइज कर सकते, क्योंकि अज तो 4 साल पहलां तक आम आदमी पार्टी नूं सी कि ना कुछ गिनदे ही नहीं सी। अज आम आदमी पार्टी दिल्ली दे विच सरकार बनाई बैठी है। सो हाइपोथेटिकल सिचुएशनस जिहड़ियां हुंदियां ने वो काफ़ी हद तक सही जां गलत जिहड़ा वो समा डिसाइड करदा हुंदा है। जिथे तक आज़ादी की गल आ, हर बंदे का हक है, हर बंदे नूं हक होना चाहिए आ कि वह अपनी गल रखन। हाँ, वह तरीका सही होना चाहिए आ, असी इस चीज़ नाल बिल्कुल सहमत हाँ। जिथे तक अजीत जी होनी यह गल कह रहे हैं
कि जिथे अलग-अलग कम्युनिटीज़ होन उन्हां नूं एकता ते अखंडता की जिहड़ी गल करदे आ, एकता ते अखंडता की गल कल्ली सिखां लई ते मुसलमानां लई जां ईसाइयां लई नहीं हैगी। अगर सीगी तो जो अक्टूबर 2002 दे विच जो उड़ीसा दे विच जो होया, सॉरी गुजरात जो होया, जो मुसलमानां नाल होया, जो क्रिश्चियंस दे नाल उड़ीसा दे विच होया, जो पंजाब दे विच सिखां दे नाल जां के नाम है दिल्ली दे विच होया, जां किसी नाल भी होया होवे, किसी नाल भी ह्यूमन राइट्स वायलेशन होए होन, उन्होंने तुसी उस देश दे विच एकता कित्थे रह जांदी आ, उदों अखंडता कित्थे चली जांदी आ। जो दिल्ली दे विच धीआं भैणां दीआं इज्जतां लुट्टियां जानियां सी, उदों कित्थे सी तुहाडी एकता है वाली, उदों क्यों नहीं किसी ने हा दा नारा मारिया? ये ਅਸੀਂ देखिए तो संदीप जी तुसी अगे तो शायद ये भी कहोगे कि जो कन्हैया कुमार जी नाल भी होया, जो कि मैं क्वेश्चन पूछा सी, हाँ जो मैं क्वेश्चन पूछा सी, रीजन है कि किते ये धर्म की लड़ाई नहीं है, ये लड़ाई पावर दी आ। आरएसएस बीजेपी आज दी डेट विच क्योंकि कन्हैया जो उन्हां दी भाषा नहीं बोल रहे, उन्हां नूं सडेशन दे चार्ज ला के अंदर बंद करन दी उन्होंने प्लानिंग की या फिर कीता। शब्दीश जी गो हैड। शब्दीश जी, आई थिंक शब्दीश जी की लाइन कुछ प्रॉब्लम आ रही है। दिलराज जी, आई थिंक दिलराज जी की भी लाइन इशू आ रहा है। कुलवीर जी जी, हरप्रीत जी, जब तुसी सवाल किया सीगा, मैं एक्चुअली इस डिबेट च पैना नहीं चाहूँगा जिस विच अजीत जी ते संदीप जी सी कि खालिस्तान मंगना गलत है जां जे आज़ादी मंगनी गलत है जां नहीं, पर जिहड़ी तुसी गल कीती सी कि भारत एक हिंदू राष्ट्र है, मैं नहीं मानदा। भारत में बहुत गिणती हिंदुओं की हो सकती है, पर भारत एक हिंदू राष्ट्र नहीं है, उहदे विच बहुत सारे धर्म ने, और जे असी उहनूं एक राष्ट्र मानते हैं तो उहदे विच सारे धर्मां दा आदर मान सत्कार बराबर है, सारियां जातां दा आदर मान सत्कार बराबर है, तो वह सारियां दा भारत है, वो हिंदू राष्ट्र नहीं हैगा। वो एक भारत है, वो एक अखंड भारत है, जिन्हों अखंड भारत कहा जाता, जिहदे विच साडे कोल मेरा ख्याल आ 25 तो 30 तरीके दी जिहड़ी संस्कृतियां और धर्म जिहड़े हैगे ने, उत्थे धर्मां दी तां लिस्ट ही नहीं हैगी, इन्ने धर्म उत्ते हैगे ने, असीं उहनूं किसी भी एक धर्म दे नाल जोड़ के नहीं देखते। दूसरी गल है कि तुसीं गल कीती सी कि कन्हैया कुमार तां हिंदू है, तो फिर ये गल क्यों? कन्हैया कुमार हिंदू जरूर है, पर जिहड़ी उहदी सोच हैगी है, उहदी सोच जिहड़ी है वो आज़ाद सोच का मालक है। दूजा वो पार्टी CPI नाल संबंध भी रखता, तो दोनों गल्लां जिहड़ियां हैगियां RSS नूं ते BJP नूं चंगियां नहीं लग सकदियां, क्योंकि CPI हमेशा जिहड़ी हैगी आ ਉਹ ਪੂੰਜੀਵਾਦੀ ਦੀ ਜਿਹੜੀ ਗੱਲ ਕਰਦੀ ਆ, ਉਹ ਹਮੇਸ਼ਾ ਜਿਹੜੀ ਹੈਗੀ ਆ ਉਹ ਜਾਤੀਵਾਦ ਨੂੰ ਖਤਮ ਕਰਨ ਦੀ ਗੱਲ ਕਰਦੀ ਆ, ਉਹ ਹਮੇਸ਼ਾ ਦੇਸ਼ ਦੇ ਵਿੱਚ ਇਕਸਾਰਤਾ ਦੀ ਗੱਲ ਕਰਦੀ ਆ, ਛੋਟੇ ਤੇ ਵੱਡੇ ਦਾ ਫਰਕ ਮਿਟਾਉਣ ਦੀ ਗੱਲ ਕਰਦੀ ਆ, ਔਰ BJP ਨੂੰ ਇਹ ਗੱਲ ਕਦੀ ਚੰਗੀ ਨਹੀਂ ਲੱਗ ਸਕਦੀ। ਦੂਜੀ ਗੱਲ ਆ, ਜੇ ਆਪਾਂ ਇਹ भी लैके चलीए कि कन्हैया कुमार हिंदू है, पर जिहड़ा उहदा बोलण दा तरीका है, जिहड़ा वो सच बोलदा है, सच वो ये बोल रहा कि BJP किस रास्ते ते तुरी हुई आ, वो जिहड़ी साडी सेंटर गौरमेंट आ उहनूं कदी पसंद नहीं आउणा। इत्थे गल जे असीं माइनॉरिटीज़ दी करदे हां ते एक माइनॉरिटी इंडिया दे विच असीं उहनूं भी अज मन के चलीए, जिहड़ी एक माइनॉरिटी, एक नवें किस्म दी माइनॉरिटी उत्थे बन गई है, जिहड़ी वाकया ही इंडिया नूं तरक्की दे राह ते देखना चाहुंदी आ, धर्म दे, समाज दे, जाति दे नाम तो उपर उठ के भारत का नक्शा देखती है। वह भी अज भारत के माइनॉरिटी है। मैं उन्होंने माइनॉरिटी इस करके कह रहा क्योंकि इस तरह की सोच रखने वाले, इस तरह की चंगी सोच रखने वाले लोग जोड़े भारत में हैगे ने, उन्होंने परसेंटेज बहुत ज़्यादा नहीं हैगी, बहुत थोड़ी परसेंटेज होने करके मैं उन्होंने लोगों को माइनॉरिटी मानदा। तो क्योंकि वो लोग अजे माइनॉरिटी में ने जोड़े भारत की हक सच की गल करते हैं, भारत में शांति की गल करते हैं, भारत दे जातिवाद खत्म करने की गल करते हैं, पूंजीवाद खत्म करने की गल करते हैं, गरीबों को ऊपर चक्कण की गल करते हैं, भारत की तरक्की की गल करते हैं, क्योंकि वो लोग परसेंटेज में थोड़े ने, माइनॉरिटी ने, तो वह भी माइनॉरिटी जिहड़ी हैगी आ साडी सेंटर गौरमेंट BJP नूं चुभदी आ। ते कन्हैया कुमार भी भावें वो हिंदू आ, पर वो एक खास किस्म की माइनॉरिटी नाल जुड़िया होया, इस करके उहनूं भी वो उसे लिस्ट में रखते हैं जिथे बाकी माइनॉरिटीज़ नूं रखते हैं। मैं जरूर पढ़ना चाहूंगा जो कन्हैया कुमार जी दिया, मैं फिर तो पढ़ना चाहूंगा। हुक्मरी से आजादी, संघवाद से आजादी, समतवाद से आजादी, पूंजीवाद से आजादी, ब्रह्मवाद से आजादी, मनुवाद से आजादी, हम लेके रहेंगे आजादी, तुम कुछ भी कर लो आजादी, हम है हक हमारा आजादी, है जान से प्यारी आजादी। संदीप जी जो आ लाइना ने इस लाइना चो के धर्म
कि धर्म की गल नहीं हो रही, कि जाति की गल नहीं हो रही, एक अच्छी सोच की गल हो रही है। नहीं, इस दे विच भी गल हो रही है। मनुवाद की है? नहीं, हाउ डू यू डिफाइन मनुवाद? नहीं, पर मैं तुसी मेरी गल नहीं समझी। उन्होंने मैं समझिया पर मैं पूछना चाहता कि मनुवाद की कर रहे ने जो बंदा एक गल कर रहा वा, वो कि धर्म नूं हक च रख के नहीं गल कर रहा, वो एक निरपक्ष तरीके नाल गल कर रहा। बिल्कुल सही गल है। वो अपने आप दे विच वो जिहड़ियां गल्लां ने उन्हां दा वो जिहड़ी मैं तां कह रहा कि जिहड़ी उन्हां दी आइडियोलॉजी है उन्हां नूं मुबारक है और बहुत वधिया तरीके दे नाल उन्होंने अपने स्टैंड जिहड़े आ वो लोकां अगे रखे आ ते मैं इस गल लई कन्हैया घुबार नूं सलूट करदा हां। पर मैं नाल ही कह रहा कि जिहड़ियां बाकी भी हर बंदे दा अपना गल रखण दा एक तरीका आ। जिहड़ियां गल्लां कन्हैया कुमार ने कही कि मनुवाद तो आज़ादी, असीं भी कहंदे आ मनुवाद तो आज़ादी, असी कह रहे हैं, असी कहते हैं कास्टिज्म तो आज़ादी, वो भी कहते हैं जात पात तो आज़ादी। सो कई चीज़ों के उत्ते रिजेंबलेंस है, कई चीज़ों के उत्ते हो सकता है कि साडी विरोधता हो, वो डिफरेंट इशू आ कि साडी किस गल ते संदीप सिंह जी तुसीं कित्थे कहंदे हो कास्टिज्म तो आज़ादी? तुसीं तां कहंदे हो कि खालिस्तान ही अड्ड सिक्खां दा बना देना। क्योंकि बेगम भाजी दिलराज जी कहंदे कि आपां नूं इक वधिया सिस्टम दी लोड़ हैगी है। आपां इह दिलराज जी ये गल कित्थे तुसीं सुन ली? दिलराज जी ये गल तुसीं कित्थे सुन ली कि किसी ने खालिस्तान की गल कीती होवे, भावें मैं कि ਉਹਦੇ ਹੱਕ ਵਿੱਚ ਨਹੀਂ ਆ ਤੇ ਉਹਨੇ ਇਹ ਗੱਲ ਕਿਹਾ ਕਿ ਉਹਦੇ ਹਿੰਦੂ ਜਾਂ ਮੁਸਲਮਾਨ ਜਾਂ ਕ੍ਰਿਸਚੀਅਨ ਨਹੀਂ ਰਹਿਣਗੇ। ਹਾਂ दिलराज जी मैं किस दिन यह गल कही सी कि खालिस्तान दे विच हमेशा किया जांदा वा, कदी तुसीं मुसलमान या किसी होर नूं सुनिया वा? जिन्नी वार भी गल बिल्कुल लो मैं तुहानूं हिंदू ਜਿਹੜੇ ਪੰਜਾਬ ਵਿੱਚ ਵਸਦੇ ਆ ਉਹਦਾ ਵਿਰੋਧ ਕਰਦੇ ਆ ਕਿ ਕਿਉਂ ਕਰਦੇ ਆ ਖਾਲਿਸਤਾਨ ਵਿੱਚ ਉਹਨਾਂ ਨੂੰ ਸੁਣਤਾ ਲਾ ਹੁਣ ਮਿੱਤਰਾ ਜਾਤਾਂ ਨੂੰ ਡਰ ਹੈਗਾ। ਦਿਲਰਾਜ ਜੀ ਮੈਂ ਤੁਹਾਡੇ ਕਿਸੇ ਵੀ ਪੁਆਇੰਟ ਦੇ ਉੱਪਰ ਡਿਬੇਟ ਨਹੀਂ ਕਰਨੀ ਕਿਉਂਕਿ ਤੁਸੀਂ ਡੇਲੀ ਕੁਝ ਆਊਟ ਆਫ ਦਾ ਵੇ ਜਾ ਕੇ ਮੁੱਦਾ ਚੁੱਕਣਾ ਹੁੰਦਾ। ਜੇ ਬਾਰੀ ਬਾਰੀ ਨਾਲ ਗੱਲ ਕਰੋ ਤੇ ਥੋੜਾ ਜਿਹਾ ਇੱਕ ਮਿੰਟ ਜੇ ਬਾਰੀ ਬਾਰੀ ਨਾਲ ਗੱਲ ਕਰੋ ਤੇ ਮੇਰੇ ਖਿਆਲ ਗੱਲ ਸਮਝ ਵੀ ਆ ਜਾਊਗੀ। ਸੰਦੀਪ ਜੀ ਤੁਸੀਂ ਆਪਣੀ ਗੱਲ ਪੂਰੀ ਕਰ ਲਈ ਸੀ। ਦਿਲਰਾਜ ਜੀ ਉਹਨਾਂ ਨੇ ਜਿਵੇਂ ਆਦਤ ਆ ਉਵੇਂ ਉਹਨਾਂ ਨੇ ਇੰਟਰਪਟ ਕੀਤਾ। ਲੈ ਸੰਦੀਪ ਜੀ ਨੂੰ ਆਪਣੀ ਗੱਲ ਪੂਰੀ ਕਰਨ ਦਿਓ। ਦਿਲਰਾਜ ਜੀ ਜੇ ਤੁਸੀਂ ਕੁਝ ਬੋਲਣਾ ਆਪਣੀ ਵਾਰੀ ਤੁਸੀਂ ਜੋ ਮਰਜ਼ੀ ਬੋਲਿਓ। ਗੋ ਹੈਡ ਸੰਦੀਪ ਜੀ। ਮੈਨੂੰ ਨਹੀਂ ਪਤਾ ਕਿ ਦਿਲਰਾਜ ਜੀ ਉਹਨਾਂ ਨੇ ਇਤਿਹਾਸ ਦੀਆਂ ਕਿਹੜੀਆਂ ਕਿਤਾਬਾਂ ਪੜ੍ਹੀਆਂ ਜਿਸ ਦੇ ਵਿੱਚ ਉਹਨਾਂ ਨੇ ਇਹ ਪੜ੍ਹਿਆ कि खालिस्तान सिर्फ सिखा वास्ते आ। मैनूं लगदा है कि उन्होंने थोड़ा जिहा इस दे उत्ते अपनी ज्ञान च वाधा करने की लोड़ आ। उदाहरण के तौर पर एक दो एग्जाम्पल दे दिंदा आ। डॉक्टर मोहम्मद हुसैन साहब होनी मुसलमान ने पर वो खालिस्तान की हमायत करते हैं। पिछे जे वो टोरंटो च भी आए सी, उस तो पहला यूके दे विच भी तो प्रोफैसर ने PhD उन्होंने इस मुद्दे ते कीती आ। सो मेरे हिसाब नाल इन्हां नूं थोड़ा जिहा अपना ज्ञान च वाधा करने की लोड़ आ। दूजी गल ਜਿਹੜੀ ਖਾਲਿਸਤਾਨ ਦੀ ਗੱਲ ਇਹ ਕਰਦੇ ਅਸੀਂ ਉਸ ਦੇ ਵਿੱਚ ਕਦੋਂ ਕਿਹਾ ਕਿ ਅਸੀਂ ਮਨੂਵਾਦ ਲਿਆਉਣਾ ਆ? ਅਸੀਂ ਕਿਸ ਦਿਨ ਕਿਹਾ ਸੀ ਕਿ ਅਸੀਂ ਜਾਤ ਪਾਤ ਲਿਆ ਕੇ ਆਉਣੀ ਆ? ਅਸੀਂ ਕਿਸ ਦਿਨ ਤੁਹਾਨੂੰ ਕਿਹਾ ਸੀਗਾ ਕਿ ਉੱਥੇ ਫਾਈਨੈਂਸ਼ੀਅਲ ਡਿਵੀਜ਼ਨਸ ਨੂੰ ਅਲੱਗ-ਅਲੱਗ ਅੱਖ ਨਾਲ ਦੇਖਿਆ ਜਾਊਗਾ? ਸੋ ਮੈਨੂੰ ਅਸੀਂ ਕਿਸ ਦਿਨ ਕਿਹਾ ਸੀ ਕਿ ਅਸੀਂ ਮਰਦ ਤੇ ਔਰਤ ਨੂੰ ਡਿਵਾਈਡ ਕਰਾਂਗੇ? ਅਸੀਂ ਤਾਂ ਇਹ ਗੱਲ ਹੋਰ ਜਿਹੜੇ ਵੀ ਬੰਦੇ ਕਿਸੇ ਵੀ ਗੱਲ 'ਚ ਕਿਸੇ ਵੀ ਚੀਜ਼ ਦੀ ਮੰਗ ਕਰਦੇ ਹੁਣ ਭਾਵੇਂ ਆਜ਼ਾਦ ਕਸ਼ਮੀਰ ਦੀ ਹੋਵੇ, ਭਾਵੇਂ ਖਾਲਿਸਤਾਨ ਦੀ ਹੋਵੇ, ਭਾਵੇਂ ਨਾਗਾਲੈਂਡ ਦੀ ਹੋਵੇ, ਭਾਵੇਂ ਤਾਮਿਲ ਦੀ ਹੋਵੇ ਜਾਂ ਹੋਰ ਕਿਸੇ ਦੀ ਵੀ ਹੋਵੇ, ਗੱਲ ਤਾਂ ਇਹ ਆ ਕਿ ਤੁਸੀਂ ਉਹਦੇ ਲਈ ਤੁਸੀਂ ਆਪਣੇ ਮਨ ਦੇ ਵਿੱਚ ਉਹਨਾਂ ਅਗੇਂਸਟ ਈਰਖਾ ਕਿਉਂ ਰੱਖਦੇ ਹੋ? ਤੁਸੀਂ ਆਪਣੇ ਮਨ ਦੇ ਵਿੱਚ ਉਹਨਾਂ ਅਗੇਂਸਟ ਨਫ਼ਰਤ ਕਿਉਂ ਰੱਖਦੇ ਹੋ? ਗੱਲ ਤਾਂ ਹੈ ਤੁਸੀਂ ਉਹਨਾਂ ਨਾਲ ਟੇਬਲ ਟਾਕ ਕਿਉਂ ਨਹੀਂ ਕਰ ਸਕਦੇ? ਤੁਸੀਂ ਉਹਨਾਂ ਨਾਲ ਬੈਠ ਕੇ ਦਿੱਲੀ ਨੂੰ ਚਾਹੀਦਾ ਕਿ ਉਹਨਾਂ ਬੈਠ ਕੇ ਗੱਲ ਕਰੇ। ਸੰਦੀਪ ਜੀ ਇੱਥੇ ਮੈਂ ਤੁਹਾਨੂੰ ਟੋਕਣਾ ਚਾਹੂੰਗਾ ਕਿ ਇਹ ਉਹ ਨਹੀਂ ਆ ਜੋ ਤੁਸੀਂ ਕਹਿ ਰਹੇ ਜੋ ਕਿ ਜੋ ਆਜ਼ਾਦੀ ਮੰਗਦੇ ਜੋ ਉਹਦੇ ਨਾਲ ਗੱਲ ਕਿਉਂ ਨਹੀਂ ਕਰਦੇ? ਇਹ ਜੋ RSS ਕਰ ਰਹੀ ਹੈ ਉਹੀ ਰੋਕੀ ਹੈ ਕਿ ਦੂਜਾ ਰੋਕਿਆ ਕੋਈ? ਕਿਉਂਕਿ RSS ਇਹੀ ਕਰ ਰਹੀ ਆ ਜਾਂ ਇੰਡੀਆ ਦੀ ਸਰਕਾਰ ਵੀ ਇਹੀ ਕਰ ਰਹੀ ਆ। ਜੋ ਖਿਲਾਫ ਬੋਲਦਾ ਹੈ ਜੇ ਗੱਲ ਵੀ ਕਰਦਾ ਉਹਨੂੰ ਚੱਕ ਕੇ ਸੈਡੇਸ਼ਨ ਦੇ ਚਾਰਜ ਅੰਦਰ ਕਰ ਦੋ। ਮੈਂ ਸਮਝਿਆ ਨਹੀਂ ਤੁਹਾਡਾ ਸਵਾਲ। मेरा सवाल ये मैं रिपीट कर रहा जो तुसी गल कर रहे जो कि आजादी का हक सब नूं है, बिल्कुल सही आ। आजादी मंगण का हक सब नूं आ, उन्हां नाल बैठ के गल कीती जानी चाहिए है। पर प्रॉब्लम तो यही है कि इंडिया दे विच अज दी डेट दे विच जे गल करन दी कोई कोशिश करदा वा उहनूं तो सेडेशन दी चार्ज ला के अंदर कीता जा रहा वा। मैं तो पहले ही यह गल कही है जी जेरे कॉन्स्टिट्यू मैं इस चीज़ के उत्ते जो मैं यह गल कही तो उदों कईयां नूं चुभनी आ, पर सच्चाई यही आ कि सडेशन का जिहड़ा एक्ट आ वो गोरियां दे बारे बनिया सीगा।
ਉਦੋਂ ਇਹ ਆਪਣੇ ਆਪ ਨੂੰ ਗੁਲਾਮ ਕਹਿੰਦੇ ਨੇ। ਜਿਹੜਾ ਹਿੰਦੁਸਤਾਨ ਆ ਉਹ ਆਪਣੇ ਆਪ ਨੂੰ ਗੋਰਿਆਂ ਦੇ ਅਧੀਨ ਗੁਲਾਮ ਕਹਿੰਦਾ ਸੀ। ਅਗਰ ਉਹ ਗੁਲਾਮ ਸੀ ਤੇ ਇਹ ਸੈਡੀਸ਼ਨ ਦੇ ਕੇਸ ਉਦੋਂ ਗੁਲਾਮ ਲੋਕਾਂ ਲਈ ਰੱਖੇ ਗਏ ਸੀ ਜਿਹੜੇ ਬ੍ਰਿਟਿਸ਼ਰਸ ਦੇ ਅਗੇਂਸਟ ਬਗਾਵਤ ਕਰਦੇ ਸੀ ਜਾਂ ਉਹਨਾਂ ਦੇ ਅਗੇਂਸਟ ਕੁਝ ਕਰਦੇ ਸੀ, ਉਹਨਾਂ ਲਈ ਸੈਡੀਸ਼ਨ ਦੇ ਕੇਸਿਸ ਸੀ। ਮੈਂ ਜਾਣਨਾ ਚਾਹੁੰਦਾ ਹਾਂ ਕਿ ਇਹ ਸੈਡੀਸ਼ਨ ਦਾ ਜਿਹੜਾ ਇਸ ਕੇਸਿਸ ਪੈਂਦੇ ਆ, ਇਹ ਗੋਰੇ ਜਾਣ ਤੋਂ ਬਾਅਦ ਚੋਂ ਜਿਹੜੇ ਬਾਬੂ ਨੇ ਉਹਨਾਂ ਦੀ ਵਾਰੀ ਕਾਹਤੋਂ ਲੱਗ ਰਹੇ ਨੇ? ਸੈਡੀਸ਼ਨ, ਪਬਲਿਕ ਸੇਫਟੀ ਐਕਟ, टाटा पोटा ਜਾਂ ਅਨੇਕਾਂ ਹੀ ਇਹੋ ਜਿਹੇ ਐਕਟ ਇਹ ਕਨਸਟੀਟਿਊਸ਼ਨ ਦੇ ਉੱਤੇ ਧੱਬਾ ਨੇ। ਜਿੱਥੇ ਜਿੱਥੇ ਇਹੋ ਜਿਹੇ ਐਕਟਸ ਹੋਣਗੇ ਉੱਥੇ ਉੱਥੇ ਸੈਕੂਲਰਿਜ਼ਮ, ਡੈਮੋਕ੍ਰੇਸੀ, ਫਰੀडम ਟੂ ਸਪੀਚ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਰੋਕ ਲੱਗੇਗੀ। ਔਰ ਇਹ ਇੱਕ ਸੱਚਾਈ ਆ, ਇਹਨੂੰ ਅੱਜ ਸਮਝ ਲਓ ਜਾਂ ਅੱਜ ਤੋਂ 10 ਸਾਲ ਬਾਅਦ ਸਮਝ ਲਓ, ਪਰ ਇਹਦੀ ਸੱਚਾਈ ਜਿਹੜੀ ਆ ਇਹ ਸਾਨੂੰ ਡਾਈਜੈਸਟ ਕਰਨੀ ਪਵੇਗੀ ਔਰ ਤੁਹਾਨੂੰ ਆਪਣੇ ਕਨਸਟੀਟਿਊਸ਼ਨ ਦੇ ਉੱਤੇ ਉਂਗਲਾਂ ਚੱਕਣੀਆਂ ਪੈਣਗੀਆਂ, ਉਹਨਾਂ ਉੱਤੇ ਸਵਾਲ ਖੜੇ ਕਰਨੇ ਪੈਣਗੇ ਅਗਰ ਤੁਸੀਂ ਸੱਚੀ ਕੁਝ ਅਚੀਵ ਕਰਨਾ ਚਾਹੁੰਦੇ ਹੋ। ਨਹੀਂ ਤਾਂ ਗੱਲੀ ਬਾਤੀ ਕੜਾਹ ਬਣਾਉਣ ਵਾਲੇ ਬਥੇਰੇ ਬੈਠੇ ਨੇ, 2-4 ਆਪਣੇ ਪੈਨਲ 'ਚ ਵੀ ਨੇ। ਉਹੀ ਕਨਸਟੀਟਿਊਸ਼ਨ ਹੈਗਾ ਵਾ ਜਿੱਥੇ ਬੜੇ ਆਰਾਮ ਦੇ ਨਾਲ ਕਨਈਆ ਕੁਮਾਰ ਜਾਂ ਜਿਹੜੇ ਵੀ ਖਾਲਿਸਤਾਨੀ ਜਾਂ ਕੋਈ ਵੀ ਆ ਕੇ ਬੜੇ ਆਰਾਮ ਦੇ ਨਾਲ ਗੱਲ ਕਰਦਾ ਵਾ ਤੇ ਕੋਈ ਕੁਝ ਕਹਿੰਦਾ ਵੀ ਨਹੀਂ ਹੈਗਾ। ਹਾਂ, ਕੋਈ ਕੁਝ ਕਹਿੰਦਾ ਨਹੀਂ, ਬੜੇ ਗਏ ਹੈਗੇ ਤੇ ਸਰਕਾਰ ਨੇ ਸਹੀ ਫੜਿਆ ਵਾ। ਵੈਸੇ ਤੁਹਾਨੂੰ ਦੱਸਾਂ, ਨਾਰਥ ਕੋਰੀਆ ਦੇ ਵਿੱਚ ਚਲੇ ਜਾਓ, ਮਜ਼ਾਲ ਆ, ਤੁਸੀਂ ਬੋਲ ਵੀ ਸਕਦੇ ਹੈਗੇ ਹੋ। ਏਦਾਂ ਦੇ ਅਨੇਕਾਂ ਦੁਨੀਆ ਦਿਲਰਾਜ ਜੀ, ਨਾਰਥ ਕੋਰੀਆ ਦੀ ਐਗਜ਼ਾਮਪਲ ਕਿਉਂ ਲੈਂਦੇ ਹੋ? ਤੁਸੀਂ ਏਦਾਂ ਕਰੋ, ਇਰਾਕ ਦੀ ਐਗਜ਼ਾਮਪਲ ਲਓ, ਸੀਰੀਆ ਦੀ ਐਗਜ਼ਾਮਪਲ ਲਓ, ਅਫਗਾਨਿਸਤਾਨ ਦੀ ਐਗਜ਼ਾਮਪਲ ਲਓ, ਨਾਰਥ ਕੋਰੀਆ ਦੀ ਐਗਜ਼ਾਮਪਲ ਕਿਉਂ ਲੈਂਦੇ ਹੋ? ਤੁਸੀਂ ਜਾਓ ਉਹਨਾਂ ਦੇਸ਼ਾਂ ਵੱਲ ਜਿਨ੍ਹਾਂ ਦੇ ਵਿੱਚ ਘਾਣ ਕੀਤਾ ਪਿਆ। ਮੈਨੂੰ ਮੇਰੀ ਗੱਲ ਬੋਲਣ ਦਿੱਤੀ ਜਾਏਗੀ? ਤੁਸੀਂ ਕਹਿੰਦੇ ਬੋਲੋ, ਫਿਰ ਮੈਂ ਬੋਲੂੰਗਾ। ਨਹੀਂ, ਮੈਂ ਤਾਂ ਸਿੰਪਲ ਮੈਂ ਤਾਂ 2-3 ਕੰਟਰੀਆਂ ਹੋਰ ਦੱਸੀਆਂ ਜਿਨ੍ਹਾਂ ਦੀ ਐਗਜ਼ਾਮਪਲ ਲਓ। ਕੁਲਵੀਰ ਜੀ ਆਪਾਂ ਇੱਕ ਪ੍ਰੋਟੋਕੋਲ ਬਣਾਇਆ ਵਾ ਕਿ ਇੱਕ ਬੰਦਾ ਬੋਲੇਗਾ, ਦੂਜੇ ਚੁੱਪ ਕਰਕੇ ਬੈਠਣਗੇ, ਤੁਸੀਂ ਤੁਹਾਨੂੰ ਬੋਲਣਾ ਪਏਗਾ ਪਹਿਲੇ। ਗੋ ਹੈਡ ਜੀ, ਗੋ ਹੈਡ ਦਿਲਰਾਜ ਜੀ, ਗੋ ਹੈਡ। ਅਨੇਕਾਂ ਏਦਾਂ ਦੀਆਂ ਕੰਟਰੀਜ਼ ਹੈ ਜਿੱਥੇ ਬੋਲਣ ਦੀ ਵੀ ਨਹੀਂ ਆਜ਼ਾਦੀ ਦਿੱਤੀ ਗਈ। ਇਹ ਸਿਰਫ ਉਹੀ ਕਨਸਟੀਟਿਊਸ਼ਨ ਰਾਈਟ ਦਿੰਦਾ ਵਾ ਕਈਆਂ ਨੂੰ ਜਿਹੜੇ ਤੇ ਬੋਲਦੇ ਹੈਗੇ ਆ। ਤੇ ਇਹ ਜਿਹੜਾ ਅੱਜ ਆਪਾਂ ਲੋਕੀ ਬੋਲਦੇ ਪਏ ਆ ਨਾ, ਇਹ ਉਸੇ ਕਨਸਟੀਟਿਊਸ਼ਨ ਦਾ ਰਾਈਟ ਹੈ। ਇੱਥੇ ਜਿਹੜਾ ਮੀਡੀਆ, ਇੱਕ ਮੀਡੀਆ ਜੇ ਮਾੜਾ ਬੋਲਦਾ ਪਿਆ ਤਾਂ 10 ਮੀਡੀਆ ਚੰਗੇ ਵੀ ਬੋਲਣ ਵਾਲੇ ਖੜੇ ਹੈਗੇ ਆ। ਜੇ ਰੀ ਟੀਵੀ ਨੇ ਗਲਤ, ਰੀ ਨਿਊਜ਼ ਨੇ ਗਲਤ ਚੀਜ਼ ਦਿਖਾਈ ਤੇ 10 ਟੀਵੀ ਚੈਨਲ ਹੋਰ ਕਿਹੜੇ ਹੋਏ ਜਿਹਨਾਂ ਨੇ ਸਹੀ ਨਿਊਜ਼ ਦਿਖਾਈ ਹੈਗੀ ਹੈ। ਜਿਹੜੀ ਮਾੜੀ ਚੀਜ਼ ਹੈ ਉਹ ਮਾੜੀ ਚੀਜ਼ ਹੈ, ਜਿਹੜੀ ਚੰਗੀ ਹੈ ਚੰਗੀ ਹੈ। ਕਨਸਟੀਟਿਊਸ਼ਨ ਵਿੱਚ ਬਿਲਕੁਲ ਬਹੁਤ ਖਾਮੀਆਂ ਹੈਗੀਆਂ। ਮੈਂ ਆਪ ਮੰਨਦਾ ਵਾ ਕਿ ਖਾਮੀਆਂ ਏਦਾਂ ਵਾ ਕਿ ਬਹੁਤ ਪੁਰਾਣੇ ਕਈ ਜਿਹੜੇ ਲਾਅ, ਇਹ ਮੋਦੀ ਸਾਹਿਬ ਆਪ ਵੀ ਮੰਨਦੇ, ਜਿਹੜੇ ਪ੍ਰਧਾਨ ਮੰਤਰੀ ਹੈ, ਕਿ ਕਈ ਐਸੇ ਲਾਅ ਵਾ ਕਨਸਟੀਟਿਊਸ਼ਨ ਵਿੱਚ ਜਿਹੜੇ ਹੁਣ ਖਤਮ ਹੋਣੇ ਚਾਹੀਦੇ ਆ, ਜਿਹਨਾਂ ਦੀ ਲੋੜ ਨਹੀਂ ਹੈਗੀ, ਉਹ ਆਪ ਮੰਨਦੇ ਹੈਗੇ ਆ। ਹੌਲੀ ਹੌਲੀ ਟਾਈਮ ਆਏਗਾ, ਉਹ ਵੀ ਚੇਂਜ ਹੋਣਗੇ, ਉਹ ਵੀ ਖਤਮ ਹੋਣਗੇ। ਪਰ ਆਪਾਂ ਜੇ ਕਹੀਏ ਕਿ ਉਹ ਸਾਰੇ ਲਾਅ ਖਤਮ ਕਰ ਦਿਓ, ਉਹ ਕੋਈ ਸੈਂਸ ਨਹੀਂ ਬਣਦੀ। ਨਹੀਂ, ਹੋਣਗੇ ਜ਼ਰੂਰ ਹੋਣਗੇ। ਜਿੱਥੇ ਵੀ ਕਿਤੇ ਕਿਸੇ ਨੂੰ ਦੱਬਣ ਦੀ ਗੱਲ ਹੋਊਗੀ ਜਾਂ ਵਧੀਆ ਜਾਂ ਕਿਸੇ ਹਿੰਦੂਤਵ ਨੂੰ ਵਧਾਉਣ ਦੀ ਗੱਲ ਹੋਊਗੀ, ਉੱਥੇ ਜ਼ਰੂਰ ਖਤਮ ਹੋਣਗੇ ਲਾਅ। ਦੇਖੋ ਹਰਪ੍ਰੀਤ ਜੀ, ਮੈਨੂੰ 1 ਮਿੰਟ ਦਾ ਸਮਾਂ ਦੇ ਦਿਓ। ਮੈਂ ਦਿਲਰਾਜ ਜੀ ਹੋਰਾਂ ਦੇ ਕੁਝ ਸਵਾਲਾਂ, ਕੁਝ ਚੀਜ਼ਾਂ ਦਾ ਜਵਾਬ ਦੇਣਾ ਚਾਹਾਂਗਾ ਤੇ ਕੁਝ ਸਵਾਲ ਖੜੇ ਕਰਨਾ ਚਾਹਾਂਗਾ। ਦਿਲਰਾਜ ਜੀ ਹੋਰਾਂ ਨੇ ਕਿਹਾ ਕਿ ਉੱਥੇ ਸਾਰਿਆਂ ਨੂੰ ਏਕਤਾ ਹੈਗੀ ਹੈ, ਉਸ ਕਨਸਟੀਟਿਊਸ਼ਨ ਕਿਸੇ ਨਾਲ ਵੀ ਵਿਖਰੇਵਾ ਨਹੀਂ ਕਰਦਾ। ਮੈਨੂੰ ਸਮਝ ਨਹੀਂ ਆਈ ਕਿ ਅੱਜ ਦਾ ਆਪਾਂ ਜਿਹੜੇ ਹੁਣ ਦੀ ਗੱਲ ਕਰਦੇ ਪਏ, ਸੈਡੀਸ਼ਨ ਦਾ ਕੇਸ ਪੈ ਗਿਆ ਆ ਅਤੇ ਉਹ ਸੈਡੀਸ਼ਨ ਜਿਹੜਾ ਕੇਸ ਆ ਉਹ ਹੱਕ ਤਾਂ ਕਨਸਟੀਟਿਊਸ਼ਨ ਤੋਂ ਹੀ ਮਿਲਦਾ ਪਿਆ। ਅਗਰ ਉਹ ਸੈਡੀਸ਼ਨ ਹੋਵੇ ਹੀ ਨਾ, ਅਗਰ ਉਹ ਐਕਟ ਹੀ ਨਾ ਹੋਵੇ, ਅਗਰ ਉਹ ਧਾਰਾ ਹੀ ਨਾ ਹੋਵੇ ਤਾਂ ਪਏਗਾ ਕਿਵੇਂ ਉਹ ਕੇਸ? ਸੋ ਪਹਿਲੀ ਗੱਲ ਹੈ ਕਿ ਉਹ ਮੈਨੂੰ ਚਲੋ ਦਿਲਰਾਜ ਜੀ ਤੁਸੀਂ ਬੋਲੋ। ਦਿਲਰਾਜ ਜੀ ਪਹਿਲਾਂ ਤਾਂ ਕਲੀਅਰ ਕਰ ਲਓ, ਸਰਕਾਰ ਦੇ ਖਿਲਾਫ ਕਿ ਇੰਡੀਆ ਦੇ ਖਿਲਾਫ? ਇਹ ਚੀਜ਼ ਪਹਿਲਾਂ ਤੁਸੀਂ ਕਲੀਅਰ ਕਰ ਲਓ। ਸਰਕਾਰ ਦੇ ਖਿਲਾਫ ਬੋਲਣਾ ਨਾਗਰਿਕ ਦਾ ਹੱਕ ਆ। ਹੁਣ ਭਾਈ ਜੇ ਤੁਸੀਂ ਮੈਂ ਗੱਲ ਕਰ ਰਿਹਾ, ਕੀ ਬੋਲਿਆ ਕਿਸ਼ਨ ਕੁਮਾਰ ਜੀ ਨੇ ਇੰਡੀਆ ਦੇ ਖਿਲਾਫ? ਕਨਈਆ ਕੁਮਾਰ ਜੀ ਨੇ ਦੱਸੋਗੇ ਜਰਾ ਕੀ ਬੋਲਤਾ ਇੰਡੀਆ ਦੇ ਖਿਲਾਫ ਜੋ ਇਹ ਗੱਲਾਂ ਕਰ ਰਿਹਾ ਕਿ ਇਹ ਜਿਹੜੀ ਗ੍ਰਿਫਤਾਰੀ ਹੋਈ ਮੈਂ ਤਾਂ ਆਪ ਉਹਦਾ ਅਪੋਜ਼ ਕਰਦਾ। ਉਹ ਗਲਤ ਹੋਈ, ਉਹਨੇ ਕੁਝ ਨਹੀਂ ਬੋਲਿਆ ਸੀਗਾ, ਪਰ ਆਪਾਂ ਉਹਨੂੰ ਹੀਰੋ ਵੀ ਨਾ ਬਣਾਈਏ। ਉਹ ਕੋਈ ਹੀਰੋ ਨਹੀਂ ਸੀਗਾ ਕਨਈਆ ਕੁਮਾਰ ਸੀਪੀਐਸ ਬॉयਜ਼ ਦਾ ਇੱਕ ਫਰੰਟ ਤੇ ਲੜਨ ਵਾਲਾ, ਸਟੂਡੈਂਟ ਯੂਨੀਅਨ ਵਿੱਚ ਲੜਨ ਵਾਲਾ ਬੰਦਾ ਵਾ। ਸੀਪੀਐਸ ਬॉयਜ਼ ਸਾਨੂੰ ਸਾਰਿਆਂ ਨੂੰ ਜਗ ਚਾਹੀਦਾ ਕਿ ਉਹ ਨਕਸਲਾਈਜ਼ ਹੈਗੇ ਆ। ਕਈ ਬੰਦੇ, ਕਈ ਫੌਜੀ ਸਾਡੇ ਸ਼ਹੀਦ ਕੀਤੇ ਹੈਗੇ ਆ। ਉਹ ਨਹੀਂ ਹੈ, ਕੋਈ ਹੀਰੋ ਨਹੀਂ ਹੈਗਾ। I condemn this ਕਿਉਂਕਿ ਦਿਲਰਾਜ ਜੀ ਟੈਰਰਿਜ਼ਮ ਤੇ ਨੈਕਸਲਾਈਟਸ ਨਾਲ ਜੋੜ ਕੇ ਇਹਨੂੰ ਕਿਸੇ ਹੋਰ ਦਿਸ਼ਾ ਵੱਲ ਜੋੜਨਾ ਚਾਹ ਰਿਹਾ। ਜਦੋਂ ਨੈਕਸਲਾਈਟਸ ਦੀ ਗੱਲ ਕਰਨਗੇ ਉਹਨੂੰ ਟੈਰਰਿਜ਼ਮ ਨਾਲ ਜੁੜੇਗਾ।
ਗਵਰਨਮੈਂਟ ਆਫ ਇੰਡੀਆ ਵੱਲੋਂ CPI ਜਿਹੜੇ ਮੌਲਸ ਹੈਗੀ CPIM ਉਹ ਇੱਕ ਟੈਰਰਿਸਟ ਗਤੀਵਿਧੀਆਂ ਨੂੰ ਵਧਾਵਾ ਦੇਣ ਲਈ ਇੱਕ ਸੰਗਠਨ ਬਣਿਆ ਹੋਇਆ ਗਵਰਨਮੈਂਟ ਆਫ ਇੰਡੀਆ ਦਾ ਰੈਕੋਗਨਾਈਜ਼ ਉਹਨਾਂ ਨੇ ਉਹਨੂੰ ਟੈਰਰਿਸਟ ਸੰਗਠਨ ਗਿਆ ਹੋਇਆ ਵਾ ਉਹਦੇ ਫਰੰਟ ਤੇ ਆ ਕੇ ਗਵਰਨਮੈਂਟ ਆਫ ਇੰਡੀਆ ਤੁਹਾਡਾ ਕਨਸਟੀਟਿਊਸ਼ਨ ਨਹੀਂ ਹੈਗਾ ਗਵਰਨਮੈਂਟ ਆਫ ਇੰਡੀਆ ਤੁਹਾਡਾ ਕਨਸਟੀਟਿਊਸ਼ਨ ਨਹੀਂ ਹੈਗਾ ਦਿਲਰਾਜ ਜੀ CPI ਤੇ CPIM ਇਲੈਕਸ਼ਨ ਲੜਦੀ ਹੈ ਇੰਡੀਆ ਦੇ ਵਿੱਚ ਇਲੈਕਟਡ ਬੰਦੇ ਹੀ ਗਵਰਨਮੈਂਟ ਆਫ ਇੰਡੀਆ ਚ ਆਉਂਦੇ ਆ ਸਰ ਗਵਰਨਮੈਂਟ ਆਫ ਇੰਡੀਆ ਚ ਇਲੈਕਟਡ ਬੰਦੇ ਆਉਂਦੇ ਆ ਉਹ ਕੋਈ ਤੁਹਾਡੀ ਕੋਈ ਕਿਤਾਬ ਨਹੀਂ ਆ ਜਿਹਨੂੰ ਤੁਸੀਂ ਫੋਲੋ ਕਰਨਾ ਆ ਭਾਈ ਸਾਹਿਬ ਮੈਂ ਵੀ ਉਹੀ ਕਹਿਣਾ ਪਿਆ देखो जो ਕੀ ਸੱਚਾਈ ਹੈ ਜੀ CPI की टेररिस्ट पार्टी है ਉੱਥੇ ਹੱਦ ਹੈ ਜੀ ਉਹਨਾਂ ਨੂੰ ਕਿਉਂ ਇਲੈਕਸ਼ਨ ਲੜਨ ਦੀ ਇਜਾਜ਼ਤ ਮਿਲੀ ਹੋਈ ਹੈ ਕਿਉਂ ਉਹ ਸੀਟਾਂ ਲੈ ਕੇ ਪਾਰਲੀਮੈਂਟ ਵਿੱਚ ਬੈਠਦੇ ਨੇ ਜਾਂ ਰਾਜ ਸਭਾਵਾਂ ਵਿੱਚ ਬੈਠਦੇ ਨੇ ਜੀ ਉਹ देखो ऐ ना हरप्रीत जी माफ़ करियो मैं एक गल कह के कि मैं समाप्ति करांगा क्योंकि कि मैं तत्थां दे आधार दे उत्ते गल करनी बहुत औखी हो जाती हैगी है कई बारी जो कि मैं बाकियों को तत्थ हो ना CPI नूं जां किसी भी कम्युनिस्ट धरे नूं अगर तुसीं जां लैफ्ट्स नूं अगर नैक्सलाइट्स नाल जोड़दे हो मैं नैक्सलाइट्स की हो सकता कि किसी होर नैक्सलाइट्स विचारधारा नूं अगे रिप्रजेंट करना चाहते हो दिलराज जी होनी पर नैक्सलाइट्स की अपने हकों की गल सी उन्होंने किसी भी तरीके कंडैम नहीं किया जा सकता हाँ यह लोग जोड़े ने यह नैक्सलाइट्स का वर्ड जोड़ के इनू टैररिज्म ना जोड़ना चाहते हैं जिन्हों मैं कंडैम करता हाँ क्योंकि तुसी किसी भी विचारधारा तुसी हिंदू टैररिज्म की गल भी करो फिर वो RSS की हिंदू टैररिज्म इन्होंने नज़र नहीं आई कभी वो क्यों नहीं तुहाडी गवर्नमेंट ऑफ इंडिया के पैनल किताब के आई कि हाँ वो हिंदू टैररिज्म फैला रहे हैं जिथे तक इन्होंने यह गल कही कि कॉन्स्टिट्यूशन ने कभी भी किसी नाल धक्का नहीं किया मैं एग्जाम्पल्स देवांगा सिडेशन के केसेस जिन्ने भी पे वो कॉन्स्टिट्यूशनल धक्का ने और जुडिशियली धक्के ने खालरा साहब एक मिनट दिलराज जी हरप्रीत जी दिलराज जी 5 मिनट दो पहला क्लीयर कर लें कहना की चाहते हैं कदी कह देंगे धक्का किया कदी कह देंगे नहीं पहला क्लीयर कर लें कहना की चाहते हैं भाई साहब कुलवीर जी संदीप जी तुसीं ना दूजे बंदे दी जेहड़ियां गल्लां वा ओ तोड़ मरोड़ के पेश ना करो मैं एक चीज कहना पिया कि आपां कन्हैया कुमार नूं आपां कोई हीरो ना बनाइए ओ क्यों ना बनाइए जेड़ा बंदा देश दिलराज जी संदीप जी जेड़ा बंदा देश दे हक्कां दी देश के हकों की गल करूगा जेड़ा बंदा सच्चाई की गल करूगा जेड़ा बंदा मोहरे खड़ के देखो कुलवीर जी एक मिनट आपां डिबेट अपनी नु उस लेवल ते ना लेके जाइए जो इंडिया चल रहा वा दिलराज जी एक क्वेश्चन पूछना चाहूंगा सडेशन दे चार्ज कन्हैया जी नु अंदर कीता ओनू तुसी गलत कह रहे हो जे टेररिज्म दे चार्ज अंदर कीता जांदा जो तुसी आप कह रहे हो ओनू तुसी सही आंदे सर मैं ये नहीं कह रहा कि वो टेररिस्ट हैगा मैं एक बार नहीं तुसी हुणे थोड़े चेर पहला क्या ਉਹਨੂੰ ਹੀਰੋ ਨਾ ਬਣਾਈਏ ਉਹਨਾਂ ਦੀ ਵਿਚਾਰਧਾਰਾ ਜੋ ਹੈ ਨਕਸਲਵਾਦ ਨਾਲ ਜੁੜੀ ਹੋਈ ਹੈ ਨਕਸਲਵਾਦ ਹੁਣੇ ਕਹਿ ਕੇ ਹਟਿਓ ਇੱਕ ਮਿੰਟ ਪਹਿਲਾਂ ਤੁਸੀਂ ਕਹੋਗੇ ਨਕਸਲਵਾਦ ਦੇ ਬੰਦੇ ਨੇ मैं एक बार नहीं कह के टेररिस्ट हैगा वा वो बिल्कुल स्टूडेंट हैगा वा जिन्हों धक्का करके अंदर किया गया मैं इस गल ते नहीं एग्री था गल ते भी नहीं मान रहे सी जिद्दां आपां इत्थे ओनू हीरो बनाने पे आ कि उन्हें बहुत ही वधिया काम कीते उन्हें ये चीज़ां कहियां इस चीज़ की आज़ादी इस चीज़ की आज़ादी ये वो आपां वो ना कहिए आपां दी सोच ਤੁਹਾਨੂੰ ਉਹਦੇ ਹੀਰੋ ਬਣਨ 'ਚ ਕੀ ਤਕਲੀਫ ਹੈ ਜਿਹੜਾ ਬੰਦਾ ਸੱਚ ਦੀ ਗੱਲ ਕਰੂਗਾ ਮੈਂ ਤੁਹਾਡੇ ਹੀਰੋ ਮੈਂ ਇੱਕੋ ਜਵਾਬ ਦੇਣਾ ਮੈਂ ਹੀਰੋ ਵਾਲੀ ਗੱਲ ਤੇ ਜਵਾਬ ਦਊਂਗਾ ਉਸ ਤੋਂ ਬਾਅਦ ਤੁਸੀਂ ਕੰਟੀਨਿਊ ਕਰ ਲਿਓ ਮੈਂ ਉਹਨੂੰ ਹੀਰੋ ਮੰਨੂਗਾ ਉਸ ਬੰਦੇ ਨੇ ਕੌਮ ਨੂੰ ਜਗਾਇਆ ਉਸ ਬੰਦੇ ਨੇ ਕੁਲਵੀਰ ਜੀ ਤੁਸੀਂ ਮੈਨੂੰ ਬੋਲਣ ਦਾ ਮੌਕਾ ਨਹੀਂ ਦੇ ਰਹੇ ਜੀ ਉਸ ਤਰ੍ਹਾਂ ਦਾ ਹੀਰੋ ਕਰ ਰਹੇ ਨੇ ਹਰਪ੍ਰੀਤ ਜੀ ਮੈਂ ਉਸ ਵੇਲੇ ਕੁਲਵੀਰ ਜੀ ਗੋ ਹੈਡ ਕੁਲਵੀਰ ਜੀ ਨੂੰ ਆਪਣੀ ਗੱਲ ਪੂਰੀ ਕਰੋ ਮੈਂ ਕਾਫੀ ਦੇਰ ਤੋਂ ਸਿਰਫ ਇੰਨੀ ਗੱਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹਨੂੰ ਹੀਰੋ ਕਿਉਂ ਨਾ ਮੰਨਿਆ ਜਾਵੇ ਜਿਹੜਾ ਬੰਦਾ ਦੇਸ਼ ਨੂੰ ਇੱਕ ਥਾਂ ਤੇ ਲਿਆਉਣ ਦੀ ਗੱਲ ਕਰੂਗਾ ਦੇਸ਼ ਦੀ ਤਰੱਕੀ ਦੀ ਗੱਲ ਕਰੂਗਾ ਦੇਸ਼ ਵਿੱਚੋਂ ਮਾੜੀਆਂ ਚੀਜ਼ਾਂ ਨੂੰ ਖਤਮ ਕਰਨ ਦੀ ਗੱਲ ਕਰੂਗਾ ਔਰ ਉਹਦੇ 'ਚ ਹਿੰਮਤ ਹੈਗੀ ਆ ਕਿ ਉਹ ਬੰਦਿਆਂ ਦੇ 100 ਬੰਦੇ ਦੇ ਮੂਹਰੇ ਖੜ ਕੇ ਗੱਲ ਕਰੂਗਾ ਜਿਹੜੀ ਸਰਕਾਰ ਗਲਤ ਕੰਮਾਂ ਤੇ ਗਲਤ ਰਾਹ ਤੇ ਚੱਲੀ ਹੋਈ ਉਹਦੇ ਖਿਲਾਫ ਬੋਲਣ ਦੀ ਉਹਦੇ 'ਚ ਹਿੰਮਤ ਹੈਗੀ ਆ ਉਹ ਹੀਰੋ ਆ ਉਹਨੂੰ ਆਪਾਂ ਹੀਰੋ ਮੰਨਾਂਗੇ मैं कुछ चीज़ा हरप्रीत जी उदों बोल रहा सी मैनू विच कट कर दिता गया मैं गल कहना चाह रहा सीगा कि कॉन्स्टिट्यूशनल मर्डरस कई हुए ने और उन्हां दी अनेक एग्जाम्पल्स ने प्रोफैसर भुल्लर साहब का केस जां कि नाम है अफजल गुरु वाला केस जां कि ना केर सिंह वाला केस जां जिन्ने भी सिडेशन केसिस ने
ਇਹਨੂੰ ਤੁਸੀਂ ਜੁਡੀਸ਼ੀਅਲ ਕਨਸਟੀਟਿਊਸ਼ਨਲ ਧੱਕਾ ਨਹੀਂ ਕਹਿੰਦੇ, ਤੈਨੂੰ ਕੀ ਕਹੋਗੇ? ਦਿਲਰਾਜ ਜੀ ਨੇ ਪਹਿਲਾਂ ਇਹ ਗੱਲ ਜ਼ਰੂਰ ਕਹੀ ਸੀਗੀ ਕਿ ਕਨਸਟੀਟਿਊਸ਼ਨ ਦੇ ਵਿੱਚ ਕੁਝ ਰਹਿਤਾਂ ਨੇ, ਬਟ ਕਨਸਟੀਟਿਊਸ਼ਨ ਦੇ ਵਿੱਚ ਇਹ ਚੀਜ਼ਾਂ ਹੋਣੀਆਂ ਜ਼ਰੂਰੀ ਨੇ। ਮੈਨੂੰ ਸਮਝ ਨਹੀਂ ਆਉਂਦਾ ਕਿ ਉਹ ਜਦੋਂ ਯੂ ਟਰਨ ਲੈਂਦੇ ਹੈਗੇ ਆ ਤੇ ਉਸ ਤੋਂ ਕੀ ਭਾਵ ਨਿਕਲਦੇ ਹੈਗੇ ਆ। ਸਿੰਪਲ ਜੀ ਗੱਲ ਇਹ ਆ ਕਿ ਜਿੱਥੇ ਜਿੱਥੇ ਇਹ ਧਾਰਾਵਾਂ ਹੋਣ, ਇਹ ਧਾਰਾ ਜਾਂ ਇਹੋ ਜਿਹੀਆਂ ਧਾਰਾਵਾਂ ਹੋਣਗੀਆਂ, ਉੱਥੇ ਤਰੱਕੀਆਂ ਨਹੀਂ ਹੋ ਸਕਦੀਆਂ ਹੈਗੀਆਂ। ਹਾਂ, ਐਗਜ਼ਾਮਪਲਸ ਲਈ ਕੋਈ ਵੀ ਐਗਜ਼ਾਮਪਲਸ ਲੈ ਸਕਦਾ। ਮੈਂ ਕੱਲ ਵੀ ਇੱਕ ਗੱਲ ਕਹੀ ਸੀ ਕਿ ਨੈਸ਼ਨਲਿਜ਼ਮ ਨੂੰ ਗਲਤ ਤਰੀਕੇ ਨਾਲ ਤੁਸੀਂ ਜਿਵੇਂ ਮਰਜ਼ੀ ਰਿਪਰੈਜ਼ੈਂਟ ਕਰ ਲਓ। ਨੈਸ਼ਨਲਿਜ਼ਮ ਨੂੰ ਰਿਪਰੈਜ਼ੈਂਟ ਕਰਨਾ, ਤੁਸੀਂ ਗਦਾਫੀ ਰਾਜ ਨੂੰ ਵੀ ਨੈਸ਼ਨਲਿਜ਼ਮ ਨਾਲ ਜੋੜ ਸਕਦੇ ਹੋ, ਤੁਸੀਂ ਸਦਾਮ ਹੁਸੈਨ ਦੇ ਰਾਜ ਨੂੰ ਵੀ ਨੈਸ਼ਨਲਿਜ਼ਮ ਨਾਲ ਜੋੜ ਸਕਦੇ ਹੋ, ਤੁਸੀਂ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੰਦਿਆਂ ਨੂੰ ਚੈਂਬਰਾਂ 'ਚ ਸਾੜਿਆ ਗਿਆ ਉਹਨੂੰ ਵੀ ਨੈਸ਼ਨਲਿਜ਼ਮ ਦੇ ਨਾਲ ਜੋੜ ਲਓ, ਤੁਸੀਂ ਅੱਜ ਦੀਆਂ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਜੋ ਗਤੀਵਿਧੀਆਂ ਹੋ ਰਹੀਆਂ ਉਹਨੂੰ ਨੈਸ਼ਨਲਿਜ਼ਮ ਨਾਲ ਜੋੜ। ਸੋ ਨੈਸ਼ਨਲਿਜ਼ਮ ਦਾ ਜਿਹੜੀ ਐਨਕ ਹੈ ਉਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿਸ ਐਨਕ ਨਾਲ ਦੇਖਦੇ ਹੋ। ਇਹ ਉਹੀ ਗੱਲ ਹੈ ਕਿ ਕਿਸੇ ਲਈ ਅੱਧਾ ਗਲਾਸ ਪਾਣੀ ਦਾ ਜਿਹੜਾ ਆ ਭਰਿਆ ਹੋਵੇ ਤੇ ਕੋਈ ਕਹੂਗਾ ਕਿ ਉਸ 'ਚ ਅੱਧਾ ਗਲਾਸ ਪਾਣੀ ਆ ਤੇ ਕੋਈ ਕਹੂਗਾ ਕਿ ਉਹ ਅੱਧਾ ਗਲਾਸ ਖਾਲੀ ਆ। ਇਹ ਦੇਖਣ ਵਾਲੀ ਅੱਖ ਤੇ ਹੈ ਕਿ ਉਹ ਉਸ ਨੈਸ਼ਨਲਿਜ਼ਮ ਨੂੰ ਕਿਸ ਤਰੀਕੇ ਨਾਲ ਦੇਖਦਾ ਆ। ਉਸ ਕਨਸਟੀਟਿਊਸ਼ਨ ਦੇ ਵਿੱਚ ਕਈ ਇਹੋ ਜਿਹੀਆਂ ਕੁਰੀਤੀਆਂ ਨੇ ਜਿਹਦੇ ਨਾਲ ਧੱਕੇ ਹੁੰਦੇ ਨੇ, ਭਾਵੇਂ ਉਹਨੂੰ ਤੁਸੀਂ ਗਵਰਨਮੈਂਟ ਆਫ ਇੰਡੀਆ ਦੇ ਨਾਂ ਤੇ ਧੱਕੇ ਕਹਿ ਦਿਓ, ਭਾਵੇਂ ਉਹਨੂੰ ਕਨਸਟੀਟਿਊਸ਼ਨ ਦੇ ਨਾਂ ਤੇ ਧੱਕੇ ਕਹਿ ਦਿਓ, ਭਾਵੇਂ ਉਹਨੂੰ ਕਿਸੇ ਕਨਈਆ ਕੁਮਾਰ ਨਾਲ ਧੱਕੇ ਕਹਿ ਦਿਓ, ਧੱਕੇ ਧੱਕੇ ਹੀ ਨੇ। ਉਹ ਧੱਕਿਆਂ ਦੀ ਜਿਹੜੀ ਜੜ ਆ ਉਹ ਕਨਸਟੀਟਿਊਸ਼ਨ ਆ। ਓਕੇ, ਅਜੀਤ ਜੀ ਵੀ ਆਪਣੇ ਨਾਲ ਜੁੜੇ ਹੋਏ ਨੇ। ਮੈਂ ਇੱਥੇ ਅਜੀਤ ਜੀ ਨੂੰ ਵਿੱਚ ਲਿਆਉਣਾ ਚਾਹੂੰਗਾ। ਅਜੀਤ ਜੀ ਗੋ ਹੈਡ ਨਾਓ। ਹਾਂ ਸੰਦੀਪ ਜੀ, ਅਸਲ ਗੱਲ ਇਹ ਹੈ ਕਨਸਟੀਟਿਊਸ਼ਨ 'ਚ ਕਮੀਆਂ ਨਹੀਂ ਹੈਗੀਆਂ, ਕਮੀਆਂ ਉੱਥੇ ਦੇ ਪੋਲੀਟੀਸ਼ੀਅਨ ਦੀਆਂ ਨੀਤਾਂ ਦੇ ਵਿੱਚ ਹੈ, ਔਰ ਨੀਤਾਂ ਕਰਕੇ ਉਹਦੀਆਂ ਨੀਤੀਆਂ ਦੇ ਵਿੱਚ ਕਮੀਆਂ ਹੋਈਆਂ ਨੇ। ਹੁਣ ਜਿਹੜੇ ਤੁਸੀਂ ਸਖਤ ਕਾਨੂੰਨਾਂ ਦੀ ਗੱਲ ਕਰਦੇ ਹੋ, ਉਹ ਕੀ ਹੁੰਦਾ ਹੈ? ਕਾਂਗਰਸ ਆਉਂਦੀ ਹੈ, ਉਹ ਆਪਣੇ ਵਿਰੋਧੀਆਂ ਤੇ ਕੇਸ ਕਰਦੀ ਹੈ, ਬੀਜੇਪੀ ਆਉਂਦੀ ਹੈ, ਉਹ ਆਪਣੇ ਵਿਰੋਧੀਆਂ ਤੇ ਕੇਸ ਕਰਦੀ ਹੈ। ਜੇ ਪੱਛਮੀ ਬੰਗਾਲ 'ਚ ਚਲੇ ਜਾਓ, 25 ਸਾਲ ਕਮਿਊਨਿਸਟਾਂ ਦਾ ਰਾਜ ਰਿਹਾ, ਉਹਨਾਂ ਨੇ ਆਪਣੇ ਵਿਰੋਧੀਆਂ ਤੇ ਇਹੋ ਕਾਨੂੰਨ ਲਾਗੂ ਕੀਤੇ ਨੇ। ਪਰ ਜੇ ਸਖਤ ਕਾਨੂੰਨ ਨਾ ਹੋਣ ਉੱਥੇ, ਤਾਂ ਜਿਕਣਾ ਪਠਾਨਕੋਟ ਵਿੱਚ ਹਮਲਾ ਕਰਨ ਵਾਲੇ ਬਾਹਰੋਂ ਲੋਕ ਆ ਰਹੇ ਨੇ, ਜਾਂ ਉਹ ਆਪਣੇ ਇੱਥੇ ਬੰਦੇ ਇੰਪਲਾਂਟ ਕਰਨ ਦੀ ਕੋਸ਼ਿਸ਼ ਕਰਦੇ ਨੇ ਹਿੰਦੁਸਤਾਨ 'ਚ, ਉਹਨਾਂ ਦੀ ਕਿਹੜੇ ਕਾਨੂੰਨਾਂ ਦੇ ਨਾਲ ਕਾਬੂ ਕੀਤਾ ਜਾਵੇ? ਅਸਲ ਜਿਹੜਾ ਮੁੱਦਾ ਹੈ ਉੱਥੇ ਦੇ ਲੋਕਾਂ ਦੀਆਂ, ਜਿਹੜੇ ਪੋਲੀਟੀਸ਼ੀਅਨ ਨੇ, ਉਹਨਾਂ ਦੀਆਂ ਜਿਹੜੀਆਂ ਬੇਈਮਾਨ ਨੀਤੀਆਂ, ਉਹਨਾਂ ਦੇ ਕਿੰਤੂ ਪਰੰਤੂ ਕਰਨ ਦੀ ਲੋੜ ਜ਼ਿਆਦਾ ਹੈ, ਨਾ ਕਿ ਕਨਸਟੀਟਿਊਸ਼ਨ ਤੇ। ਸਖਤ ਕਾਨੂੰਨਾਂ ਦੀ ਲੋੜ ਉੱਥੇ ਦੀ ਜਿਓ ਪੋਲੀਟੀਕਲ ਜਿਹੜੀ ਸਿਚੁਏਸ਼ਨ ਆ ਉਹਦੇ 'ਚ ਹੈਗੀ ਆ। ਤਾਂ ਸਵਾਲ ਪੈਦਾ ਹੁੰਦਾ ਕਿ ਉਹਨਾਂ ਨੂੰ ਲਾਗੂ ਕਰਨ ਵਾਲੇ ਜਿਹੜੇ ਲੋਕ ਨੇ, ਉਹ ਉਹਨਾਂ ਨੂੰ ਮੁਲਕ ਦੇ ਫਾਇਦੇ ਵਾਸਤੇ ਯੂਜ਼ ਕਰਦੇ ਨੇ ਕਿ ਆਪਣੇ ਪੋਲੀਟੀਕਲ ਫਾਇਦੇ ਵਾਸਤੇ ਯੂਜ਼ ਕਰਦੇ ਨੇ। ਹੋ ਇਹ ਰਿਹਾ ਕਿ ਮੁਲਕ ਦੇ ਫਾਇਦੇ ਵਾਸਤੇ ਯੂਜ਼ ਹੋਣ ਜਾਂ ਨਾ ਹੋਣ, ਉਹਨਾਂ ਨੂੰ ਆਪਣੇ ਸੌੜੇ ਪੋਲੀਟੀਕਲ ਜਿਹੜੀ ਇੰਟਰਸਟ ਆ ਉਹਨਾਂ ਵਾਸਤੇ ਯੂਜ਼ ਕੀਤਾ ਜਾਂਦਾ, ਜਿਹੜਾ ਬਿਲਕੁਲ ਹੀ ਗਲਤ ਹੈ। ਔਰ ਉੱਥੇ ਦੀਆਂ 99% ਜਿਹੜੀਆਂ ਪ੍ਰੋਬਲਮਸ ਨੇ ਉਹ ਇਸ ਕਰਕੇ ਖੜੀਆਂ ਹੋ ਰਹੇ ਨੇ ਆਪਸ ਵਿੱਚ, ਵੱਖ-ਵੱਖ ਕੌਮੀਅਤ ਦੇ ਲੋਕਾਂ ਦੇ ਵਿੱਚ, ਕਿ ਜਿਸ ਕੌਮੀਅਤ ਦੇ ਵੋਟ ਬੈਂਕ ਦੇ ਕਿਸੇ ਪਾਰਟੀ ਦੀ ਨਿਸ਼ਾਨਾ ਹੁੰਦਾ, ਉਹ ਉਹਨੂੰ ਲੈਟੀਟਿਊਡ ਦਿੰਦੀ ਹੈ ਤੇ ਦੂਜੀ ਪਾਰਟੀ ਤੇ ਉਹੀ ਜਿਹੜੇ ਮਾਰੂ ਕਾਨੂੰਨ ਆ ਉਹ ਲਾਗੂ ਕਰ ਦਿੰਦੀ ਹੈ। ਉਹਨਾਂ ਦੀਆਂ ਨੀਤੀਆਂ ਨੂੰ ਸਭ ਤੋਂ ਵੱਧ ਤੁਸੀਂ ਨੀਤੀ ਪੁੱਛਣ ਦੀ। ਮੈਂ ਹਰਪ੍ਰੀਤ ਜੀ ਗੱਲ ਕਹਿ ਕੇ ਸਮਾਪਤੀ ਕਰਾਂਗਾ। ਗੱਲ ਇੰਨੀ ਕਾ ਜਿਹੜੇ ਸਦੇਸ਼ੀ ਜੀ ਉਹ ਗੋਰਿਆਂ ਨੇ ਬਣਾਇਆ ਸੀ, ਉਹਨਾਂ ਨੇ ਬਣਾਇਆ ਸੀਗਾ ਕਿ ਨਾ ਮੈਂ ਸਾਡੇ ਵਰਗੇ ਲੋਕਾਂ ਲਈ ਭਾਵੇਂ ਜਿਨ੍ਹਾਂ ਨੂੰ ਅੱਜ ਅਸੀਂ ਇੰਡੀਅਨ ਜਾਂ ਪਾਕਿਸਤਾਨੀ ਕਹਿੰਦੇ ਹਾਂ, ਉਹਨਾਂ ਲਈ ਉਹ ਸਡੇਸ਼ਨ ਦਾ ਲਾਅ ਬਣਾਇਆ ਗਿਆ ਸੀਗਾ। ਮੈਂ ਜਾਣਨਾ ਚਾਹੁੰਦਾ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਸਡੇਸ਼ਨ ਦੇ ਕੇਸਿਸ ਦੀ ਕੀ ਲੋੜ ਆ? ਤੁਸੀਂ ਕਹਿ ਰਹੇ ਹੋ ਕਿ ਸਖਤ ਕਾਨੂੰਨਾਂ ਦੀ ਲੋੜ ਆ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਕੈਨੇਡਾ ਦੇ ਮੁਲਕ 'ਚ ਰਹਿ ਰਹੇ ਹੋ, ਮੈਨੂੰ ਪੂਰੇ ਕਨਸਟੀਟਿਊਸ਼ਨ ਦੇ ਵਿੱਚ ਸਡੇਸ਼ਨ ਦਿਖਾਇਓ ਕਿੱਥੇ ਹੈਗੀ ਆ। ਜਦੋਂ ਇਹਨਾਂ ਦੇਸ਼ਾਂ ਦੇ ਵਿੱਚ ਸਡੇਸ਼ਨ ਦੇ ਨਹੀਂ ਕੇਸਿਸ ਨਹੀਂ ਹੈਗੇ ਤੇ ਵਾਈ ਡੂ ਵੀ ਨੀਡ ਸਡੇਸ਼ਨ ਕੇਸਿਸ ਇਨ ਇੰਡੀਆ? ਉਹਨਾਂ ਨੂੰ ਉੱਥੇ ਲਾਗੂ ਨਹੀਂ ਕਰ ਸਕਦੇ। ਉੱਥੇ ਜੋ ਉੱਥੇ ਜਾਨਵਰ ਵਾਸਤੇ ਆ ਤੇ ਬੰਦੇ ਵਾਸਤੇ ਆ। ਸਾਰੇ ਕਿਸੇ ਨੂੰ ਪਤਾ ਵੀ ਨਹੀਂ ਹੈਗਾ। ਹਰਪ੍ਰੀਤ ਜੀ ਸਿਰਫ ਇੰਨੀ ਗੱਲ ਆ। ਹਾਂ, ਗੱਲ ਹੈ ਕਿ ਅਕਸਰ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਕੈਨੇਡਾ ਦੇ ਲਾਅ ਨੂੰ ਤੁਸੀਂ ਹਿੰਦੁਸਤਾਨ 'ਚ ਨਹੀਂ ਲਾਗੂ ਕਰ ਸਕਦੇ। ਕਿਉਂ? ਕੈਨੇਡਾ 'ਚ ਬੰਦੇ ਵਾਸਤੇ ਆ ਤੇ ਕਿ ਨਾਮ ਹੈ ਹਿੰਦੁਸਤਾਨ 'ਚ ਜਾਨਵਰ ਵਾਸਤੇ ਆ। ਵਾਸਤੇ ਤਾਂ ਇਨਸਾਨ ਹੀ ਆ। ਜਦੋਂ ਇੱਥੇ ਦੇ ਇਨਸਾਨਾਂ ਲਈ ਉਹ ਲਾਅ ਕਾਮਯਾਬ ਨੇ, ਇਨਸਾਨਾਂ ਨੂੰ ਕਿਉਂ ਨਹੀਂ ਕਾਮਯਾਬ ਹੈਗੇ? ਤੁਸੀਂ ਇਨਸਾਨੀ ਤੌਰ ਦੇ ਉੱਤੇ ਡਿਫਰੈਂਸ਼ੀਏਟ ਕਿਉਂ ਕਰਨਾ ਚਾਹੁੰਦੇ ਹੋ? ਤੁਸੀਂ ਚੰਗੀ ਚੀਜ਼ ਨੂੰ ਅਡਾਪਟ ਕਿਉਂ ਨਹੀਂ ਕਰਨਾ ਚਾਹੁੰਦੇ? ਅਗਰ ਉਹ ਧਾਰਾਵਾਂ ਇੱਥੇ ਲਾਗੂ ਹੋ ਸਕਦੀਆਂ ਤਾਂ ਉੱਥੇ ਕਿਉਂ ਨਹੀਂ ਹੋ ਸਕਦੀਆਂ?
ਇੱਥੇ ਵੀ ਇੱਥੇ ਵੀ ਕਈ ਧਰਮ ਵਸਦੇ ਨੇ, ਇੱਥੇ ਕਿੰਨੇ ਧਰਮ ਵਸਦੇ ਨੇ, ਇੱਥੇ ਦਾ ਇਹਨਾਂ ਵਿੱਚ ਉਹਦੀਆਂ ਚੀਜ਼ਾਂ ਦੀ ਪ੍ਰੋਬਲਮ ਨਹੀਂ ਆਈ। ਉੱਥੇ ਕਿਉਂ ਆਉਂਦੀ ਹੈ ਪ੍ਰੋਬਲਮ? ਕਿਉਂਕਿ ਉੱਥੇ ਜਿਹੜੀਆਂ ਪ੍ਰੋਬਲਮਸ ਦੀਆਂ ਜੜ ਨੇ ਉਹਨਾਂ ਨੂੰ ਤੁਸੀਂ ਐਨਾਲਾਈਜ਼ ਨਹੀਂ ਕਰਨਾ ਚਾਹੁੰਦੇ, ਉਹਨਾਂ ਦੇ ਵਿੱਚ ਤੁਸੀਂ ਚੇਂਜਿਸ ਨਹੀਂ ਕਰਨਾ ਚਾਹੁੰਦੇ। ਅਗਰ ਤੁਸੀਂ ਉਹਨਾਂ ਨੂੰ ਐਨਾਲਾਈਜ਼ ਕਰੋ, ਚੇਂਜਿਸ ਕਰੋ, ਸ਼ਾਇਦ ਕੋਈ ਹੱਲ ਵੀ ਨਿਕਲ। ਮੈਨੂੰ 2 ਮਿੰਟ ਦਾ ਟਾਈਮ ਪੈ ਜਾਵੇ, ਉਸ ਤੋਂ ਬਾਅਦ ਚਾਹੇ ਦੁਬਾਰਾ ਬੋਲੂੰ ਚਾਹੇ ਜੀਤੀ ਬੋਲੂੰ। ਸਭੀ ਇਸ਼ੂ ਜੁੜ ਚੁੱਕੇ ਨੇ, ਸਭੀ ਜੀ ਕਾਫੀ ਚਿਰ ਤੋਂ ਆਪਣੇ ਵਿੱਚ ਸਭੀ ਜੀ ਤੁਸੀਂ ਸੁਣ ਰਹੇ ਹੋ ਮੇਰੀ ਆਵਾਜ਼? ਨਹੀਂ, ਮੈਨੂੰ ਦੂਸਰੇ ਫੋਨ ਦੇ ਉੱਤੇ ਕਾਲ ਨਹੀਂ ਨਾ ਮਿਲਾਈ, ਜੇ ਇੱਥੇ ਤੋਂ ਗੱਲ ਹੁੰਦੀ ਮੈਂ ਕਰ ਦਿੰਦਾ। ਹੈਲੋ, ਓਕੇ, ਮੈਂ ਕੁਲਵੀਰ ਜੀ ਨੂੰ ਚਾਹੂੰਗਾ ਕੁਲਵੀਰ ਜੀ ਆਪਣੀ ਗੱਲ ਪੂਰੀ ਕਰ ਲਓ। ਬਹੁਤ ਦੇਰ ਹੋ ਗਈ। ਜੀ ਥੈਂਕ ਯੂ ਹਰਪ੍ਰੀਤ ਜੀ। ਹਰਪ੍ਰੀਤ ਜੀ, ਮੈਂ ਸਿਰਫ ਇੰਨੀ ਗੱਲ ਕਰਨੀ ਚਾਹੁੰਦਾ, ਹਰਪ੍ਰੀਤ ਜੀ, ਮੈਂ ਇੰਨੀ ਗੱਲ ਕਰਨੀ ਚਾਹੁੰਦਾ ਕਿ ਜਿਹੜਾ ਅਜੀਤ ਜੀ ਨੇ ਕਿਹਾ ਕਿ ਉੱਥੇ ਟੈਰਰਿਸਟ ਹਮਲਾ ਹੋਇਆ ਜੀ, ਉਹ ਇੱਦਾਂ ਦੇ ਹਮਲੇ ਹੁੰਦੇ ਰਹਿਣਗੇ ਜਿੱਦਾਂ ਦੇ ਕਾਨੂੰਨ ਨਹੀਂ ਹੋਣਗੇ। ਮੈਂ ਸਿਰਫ ਇੰਨੀ ਗੱਲ ਕਰਨੀ ਚਾਹੁੰਦਾ, ਜਿਹੜਾ ਟੈਰਰਿਸਟ ਹਮਲਾ ਹੋਇਆ ਸੀ ਉਹਦੇ ਵਿੱਚ ਜਿਹੜੀ ਸ਼ਮੂਲੀਅਤ ਸੀ ਉਹ ਪੋਲੀਟੀਕਲ ਲੀਡਰਾਂ ਦੀ ਸੀ ਔਰ ਇੱਕ ਪੁਲਿਸ ਵਾਲੇ ਅਫਸਰ ਦੀ ਸੀ। ਕੀ ਉਹਨਾਂ ਉੱਪਰ ਦੇਸ਼ ਧਰੋਹ ਦਾ ਮੁਕੱਦਮਾ ਦਰਜ ਹੋਇਆ? ਨਹੀਂ ਹੋਇਆ। ਇਸ ਕੰਟਰੀ ਦੇ ਵਿੱਚ ਦੇਸ਼ ਧਰੋਹ ਦਾ, ਮੇਰੀ ਗੱਲ ਸੁਣ ਲਓ ਦਲਰਾਜ ਜੀ, ਸੁਣ ਲਓ। ਮੈਂ ਬਹੁਤ ਦੇਰ ਤੋਂ ਚੁੱਪ ਹਾਂ। ਮੈਂ ਸਿਰਫ ਮੈਂ ਪਹਿਲਾਂ ਕਿਹਾ ਕਿ ਮੈਂ ਸਿਰਫ ਇੰਨੀ ਗੱਲ ਦਾ ਜਵਾਬ ਦੇਣਾ, ਉਸ ਤੋਂ ਬਾਅਦ ਤੁਸੀਂ ਜੋ ਮਰਜ਼ੀ ਬੋਲਦੇ ਰਹੋ। ਮੈਂ ਸਿਰਫ ਗੱਲ ਇਹ ਕਰਦਾ ਕਿ ਉਸ ਕੰਟਰੀ ਦੇ ਵਿੱਚ, ਉਸ ਕੰਟਰੀ ਦੇ ਵਿੱਚ ਸਿਰਫ ਤੇ ਸਿਰਫ ਜਿਹੜਾ ਕੋਈ ਮੂੰਹੋਂ ਗੱਲ ਕਰਦਾ, ਜਿਹੜਾ ਕੋਈ ਆਵਾਜ਼ ਕੱਢਣ ਦੀ ਕੋਸ਼ਿਸ਼ ਕਰਦਾ, ਕਾਨੂੰਨ ਉਹਦੇ ਵਾਸਤੇ ਜਿਹੜਾ ਹੈਗਾ ਉਹ ਕਾਨੂੰਨ ਹੋਰ ਹੈ। ਜਿਹੜੇ ਬੰਦੇ ਇਹੋ ਜਿਹੇ ਕੰਮ ਕਰਦੇ ਨੇ, ਜਿਨ੍ਹਾਂ ਦੀ ਇਨਵੋਲਵਮੈਂਟ ਐਕਚੁਅਲ ਦੇ ਵਿੱਚ ਇਨਵੋਲਵਮੈਂਟ ਹੈਗੀ ਆ ਦੇਸ਼ ਦੇ ਖਿਲਾਫ ਕਾਰਵਾਈਆਂ ਕਰਨ ਦੀ, ਦੇਸ਼ ਦੇ ਉੱਪਰ ਅਟੈਕ ਕਰਾਉਣ ਦੀ, ਉਹਨਾਂ ਦੇ ਖਿਲਾਫ ਤਾਂ ਕਦੀ ਦੇਸ਼ ਧਰੋਹ ਦਾ ਉੱਥੇ ਮੁਕੱਦਮਾ ਨਹੀਂ ਹੁੰਦਾ। ਉਹਨਾਂ ਨੂੰ ਤਾਂ ਤਰੱਕੀਆਂ ਦੇ ਦਿੱਤੀਆਂ ਜਾਂਦੀਆਂ ਬਾਅਦ ਦੇ ਵਿੱਚ। ਕਿਹੋ ਜਿਹੇ ਕਾਨੂੰਨ ਨੇ ਇਹੋ ਜਿਹੇ? ਗੋ ਹੈਡ ਦਲਰਾਜ ਜੀ। ठीक है, गो अहेड। नहीं सरदीप जी, यू आर गुड, ਤੁਸੀਂ ਗੱਲ ਕਰੋ, ਤੁਹਾਡੀ ਆਵਾਜ਼ ਆ ਰਹੀ ਹੈ। ਗੁੱਡ, ਗੋ ਅहेड। ਓਕੇ ਦੇਖੋ, ਜਿਹੜੀਆਂ ਗੱਲਾਂ ਆਪਾਂ ਕਰ ਰਹੇ ਹਾਂ ਨਾ, ਸ਼ੁਰੂ ਚ ਵੀ ਤੁਸੀਂ ਇੱਕ ਤਾਂ 2-3 ਗੱਲਾਂ ਜਿਹੜੀਆਂ ਮੇਰੀ ਗੈਰ ਹਾਜ਼ਰੀ ਚ ਹੋ ਗਈਆਂ, ਮੈਨੂੰ ਸੁਣ ਰਹੀਆਂ ਸੀ ਪਰ ਮੈਂ ਕਰ ਨਹੀਂ ਸੀ ਰਿਹਾ। ਇੱਕ ਤਾਂ CPI ਨਕਸਲਾਈਟ ਨਹੀਂ ਹੈ। ਬਿਲਕੁਲ। ਦੂਸਰੀ ਗੱਲ ਅਸੀਂ ਇਹ ਕੀਤੀ ਕਿ ਕਨ੍ਹਈਆ ਕੁਮਾਰ ਹਿੰਦੂ ਹੋਣ ਦੇ ਬਾਵਜੂਦ RSS ਦਾ ਵਿਰੋਧ ਕਰ ਰਿਹਾ। ਮੈਂ ਸਮਝਦਾ ਜਿਹੜਾ ਵੀ ਸੱਚਾ ਬੰਦਾ ਵਾ ਉਹ ਹਿੰਦੂ ਹੋ ਕੇ RSS ਦਾ ਵਿਰੋਧ ਕਰੇਗਾ ਹੀ, ਕਿਉਂਕਿ ਉਹ ਦੇਸ਼ ਦੀ ਬਹੁ ਕੌਮੀ ਹੈਸੀਅਤ ਨੂੰ ਸਵੀਕਾਰ ਕਰਦਾ ਵਾ ਤੇ ਉਹਨੂੰ ਦੇਸ਼ ਦੀ ਏਕਤਾ ਨਜ਼ਰ ਹੀ ਇਸ ਗੱਲ ਚੋਂ ਆਉਂਦੀ ਹੈ ਕਿ ਉਹ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਮਾਨਤਾ ਦੇਵੇ। ਸੱਚਾ ਸਿੱਖ, ਇਸੇ ਤਰ੍ਹਾਂ ਸੱਚਾ ਸਿੱਖ ਜਿਹੜਾ ਦੇਸ਼ ਭਗਤ ਸਿੱਖ ਹੋਏਗਾ ਉਹ ਖਾਲਿਸਤਾਨ ਦੇ ਕਨਸੈਪਟ ਦਾ ਵਿਰੋਧ ਕਰੇਗਾ, ਕਿਉਂਕਿ ਅੱਜ ਦੀ ਦੁਨੀਆ ਦੇ ਵਿੱਚ ਧਰਮ ਦੇ ਨਾਂ ਤੇ ਐਸਟੈਬਲਿਸ਼ ਹੋਣ ਵਾਲੀ ਕੋਈ ਵੀ ਸਟੇਟ ਪ੍ਰਗਤੀਸ਼ੀਲ ਸਟੇਟ ਨਹੀਂ ਹੋ ਸਕਦੀ। ਇਸ ਕਰਕੇ ਕਨ੍ਹਈਆ ਬਾਰੇ ਇਹ ਕਹਿਣਾ ਗਲਤ ਹੈ ਕਿ ਉਹ ਹਿੰਦੂ ਹੋਣ ਕਰਕੇ ਵੀ ਹੋਣ ਦੇ ਬਾਵਜੂਦ ਵਿਰੋਧ ਕਰ ਰਿਹਾ। ਇਹ ਸੱਚੀ ਗੱਲ ਇਹੀ ਹੈ ਕਿ ਵਿਰੋਧ ਅਸੀਂ ਇਸ ਬਣਾ ਦੇ ਉੱਤੇ ਹੀ ਕਰ ਰਹੇ ਹਾਂ ਕਿ ਦੇਸ਼ ਤਾਂ ਹੀ ਇਕੱਠਾ ਰਹਿ ਸਕਦਾ ਜੇ ਵੱਖ-ਵੱਖ ਹੋਂਦਾਂ ਨੂੰ ਸਵੀਕਾਰ ਕੀਤਾ ਜਾਵੇ। ਥੈਂਕ ਯੂ ਸਰਬੀਰ। ਟਾਈਮ ਬਹੁਤ ਘੱਟ ਬਚਿਆ, ਮੈਂ ਅਖੀਰ ਸਾਰੇ ਪੈਨਲਿਸਟ ਨੂੰ ਇਹੀ ਕਹੂੰਗਾ, ਇੱਕ ਕਰੰਟ ਘਟਨਾਕ੍ਰਮ ਹੋਈ ਆ ਇੱਥੇ, ਜੇ ਅਖੀਰ ਚ ਜੇ ਆਪਣੇ ਕਮੈਂਟ ਦੇਣਾ ਚਾਹਣ ਦੇ ਸਕਦੇ ਨੇ। ਸ਼ੁਰੂ ਕਰਦੇ ਹਾਂ ਦਿਲਰਾਜ ਸਿੰਘ ਜੀ ਤੋਂ। ਦਿਲਰਾਜ ਸਿੰਘ ਜੀ, ਗੋ ਅहेड। ਦਿਲਰਾਜ ਸਿੰਘ ਜੀ। ਹਾਂਜੀ ਹਰਪ੍ਰੀਤ ਜੀ, ਮੈਂ ਇਹੀ ਕਹਾਂਗਾ ਕਿ ਜੋ ਕੁਝ ਵੀ ਇਹ ਸਾਰਾ ਹੋਇਆ ਵਾ, ਮੈਂ ਫਿਰ ਜੋ ਸਟਾਰਟਿੰਗ 'ਚ ਮੇਰੇ ਓਪਨਿੰਗ ਕਮੈਂਟ ਸੀਗੇ ਕਿ ਇਹ ਕਈ ਪੋਲੀਟੀਕਲ ਪਾਰਟੀਆਂ ਨੇ ਮਿਲ ਜੁਲ ਕੇ, ਜਾਂ ਆਪਾਂ ਚਾਹੇ ਜਿਹੜੀ ਮਰਜ਼ੀ ਪੋਲੀਟੀਕਲ ਪਾਰਟੀ ਦੀ ਗੱਲ ਕਰੀਏ, ਮੈਨੂੰ ਇਹ ਪੋਲੀਟੀਕਲ ਪਾਰਟੀਆਂ ਦੀ ਜ਼ਿਆਦਾ ਗਲਤੀ ਲੱਗਦੀ ਪਈ ਹੈ। ਇੰਨਾ ਵੱਡਾ ਇਸ਼ੂ, ਇੰਨਾ ਵੱਡਾ ਇਹ ਮੁੱਦਾ ਬਣਨਾ ਨਹੀਂ ਸੀਗਾ। ਪੂਰੀ ਦੁਨੀਆ ਦੇ ਵਿੱਚ ਜਿਹੜੀ ਇੰਡੀਆ ਦੀ ਥੂ ਕਰਵਾਈ ਹੈਗੀ ਹੈ ਸਿਰਫ ਆਪਣਾ ਪੋਲੀਟੀਕਲ ਉੱਲੂ ਸਿੱਧਾ ਕਰਨ ਨੂੰ, ਆਪਣਾ ਵੋਟ ਬੈਂਕ ਜਨਰੇਟ ਕਰਨ ਨੂੰ। ਚਾਹੇ ਰਾਹੁਲ ਗਾਂਧੀ ਉੱਥੇ ਜਾ ਰਹੇ ਨੇ, ਚਾਹੇ ਮੋਦੀ ਬਿਆਨ ਦੇ ਰਹੇ ਨੇ, ਚਾਹੇ ਕਾਂਗਰਸ ਹੈ, ਚਾਹੇ BJP ਹੈ, ਚਾਹੇ ਆਮ ਆਦਮੀ ਪਾਰਟੀ ਹੈ। ਸਾਨੂੰ ਸਾਰਿਆਂ ਨੂੰ ਪਿੱਛੇ ਛੱਡ ਕੇ ਅੱਗੇ ਦੀ ਸੋਚਣੀ ਚਾਹੀਦੀ ਹੈਗੀ ਹੈ। ਜਿਹੜੇ ਸਟੂਡੈਂਟ ਉੱਥੇ ਪੜ੍ਹਨ ਜਾਂਦੇ ਹੈਗੇ ਆ, ਆਪਾਂ ਇਹ ਸਟੂਡੈਂਟ ਯੂਨੀਅਨ ਦੇ ਲੀਡਰਾਂ ਨੂੰ ਛੱਡ ਦਈਏ। ਉੱਥੇ ਇੱਕ ਬਹੁਤ ਵੱਡੀ ਗਿਣਤੀ, ਫਿਰ ਮੈਂ ਕਹਾਂਗਾ ਕਿ ਉੱਥੇ ਪੜ੍ਹਨ ਜਾਂਦੀ ਹੈ, ਉਹਨਾਂ ਦੀ ਪੜ੍ਹਾਈ ਵੀ ਇਫੈਕਟ ਹੁੰਦੀ ਪਈ ਹੈ। ਨਾ ਕੇਵਲ ਉੱਥੇ ਜਿਹੜੀਆਂ 46 ਦੀਆਂ 46 ਸੈਂਟਰਲ ਯੂਨੀਵਰਸਿਟੀਆਂ ਹੈਗੀਆਂ,
ਸਾਰਿਆਂ ਦੀ ਪੜ੍ਹਾਈ ਖਰਾਬ ਹੁੰਦੀ ਪਈ ਹੈ। ਤੁਹਾਨੂੰ ਬੱਚਿਆਂ ਦੀ ਪੜ੍ਹਾਈ ਦਾ ਵੀ ਸੋਚਣਾ ਚਾਹੀਦਾ। ਬੱਚੇ ਦੇਸ਼ ਦਾ ਫਿਊਚਰ ਹੁੰਦੇ ਨੇ, ਇਹ ਸਾਰੇ ਲੀਡਰ ਕਹਿੰਦੇ ਨੇ, ਤੇ ਥੋੜਾ ਜਿਹਾ ਇਸ ਚੀਜ਼ ਤੋਂ ਹਟ ਕੇ ਰਹਿਣਾ ਚਾਹੀਦਾ। ਤੇ ਜਿਹੜੇ ਵੀ ਉਸ ਐਪੀਸੋਡ ਦੇ ਵਿੱਚ ਦੋਸ਼ੀ ਸੀਗੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਤੇ ਕਨਈਆ ਕੁਮਾਰ ਦੇ ਜੋ ਹਜੇ ਤੱਕ ਵੀਡੀਓ ਸਾਹਮਣੇ ਆ ਰਹੀ ਹੈ ਉਹ ਕੋਈ ਦੋਸ਼ੀ ਨਹੀਂ ਹੈ, ਉਹਨੂੰ ਰਿਲੀਜ਼ ਕਰ ਦੇਣਾ ਚਾਹੀਦਾ। ਮੈਂ ਹਰਪ੍ਰੀਤ ਜੀ ਇੱਥੇ ਫਿਰ ਇੱਕ ਵਾਰ ਉਹੀ ਗੱਲ ਕਰਾਂਗਾ ਕਿ ਜੋ ਵੀ ਇਹ ਇੰਸੀਡੈਂਟ ਹੋਇਆ, ਚਾਹੇ ਇਹ ਪੋਲੀਟੀਕਲ ਪਾਰਟੀਆਂ ਦੀ ਦਰਾਜ ਨੇ ਕਿਹਾ ਕਿ ਇਹਦੇ ਵਿੱਚ ਜਿਹੜਾ ਰਾਹੁਲ ਗਾਂਧੀ ਨੂੰ ਨਹੀਂ ਜਾਣਾ ਚਾਹੀਦਾ ਸੀਗਾ, ਸਟੂਡੈਂਟਸ ਨੂੰ ਇਹਦੇ ਤੇ ਬੋਲਣਾ ਚਾਹੀਦਾ, ਮੈਂ ਉਹਦੇ ਨਾਲ ਬਿਲਕੁਲ ਸਹਿਮਤ ਨਹੀਂ ਹੈਗਾ। ਸਟੂਡੈਂਟ ਜਿਹੜਾ ਹੈਗਾ, ਯੂਥ ਜਿਹੜਾ ਹੈਗਾ, ਉਹ ਦੇਸ਼ ਦਾ ਫਿਊਚਰ ਹੁੰਦਾ, ਔਰ ਜੇ ਯੂਥ ਅੱਜ ਦੀ ਡੇਟ ਦੇ ਵਿੱਚ ਗਲਤ ਨੀਤੀਆਂ ਦੇ ਖਿਲਾਫ ਖੜਾ ਨਹੀਂ ਹੋਵੇਗਾ ਤੇ ਕੱਲ ਜਿਹੜਾ ਹੈਗਾ ਬੇੜਾ ਗਰਕ ਹੋ ਜਾਊਗਾ ਕੰਟਰੀ ਦਾ। ਯੂਥ ਜੇ ਖੜਾ ਹੋਣ ਲੱਗਿਆ, ਉਹਨੂੰ ਹੋਣਾ ਚਾਹੀਦਾ। ਯੂਨੀਵਰਸਿਟੀਆਂ ਦੇ ਵਿੱਚੋਂ, ਕਾਲਜਾਂ ਦੇ ਵਿੱਚੋਂ ਹੀ ਜਿਹੜਾ ਹੈਗਾ ਉਹ ਇਨਕਲਾਬ ਨਿਕਲਦਾ, ਔਰ ਇਹ ਇਨਕਲਾਬ ਨਿਕਲਣਾ ਚਾਹੀਦਾ ਇੰਡੀਆ ਦੇ ਵਿੱਚ। ਭਾਵੇਂ ਕਿ ਪੋਲੀਟੀਕਲ ਪਾਰਟੀਆਂ ਜੇ ਇਹੋ ਜਿਹੀ ਗਲਤ ਗੱਲ ਦੇ ਵਿਰੋਧ ਦੇ ਵਿੱਚ ਸਾਹਮਣੇ ਆਉਂਦੀਆਂ, ਚਾਹੇ ਉਹ ਆਪ ਹੋਵੇ, ਚਾਹੇ ਰਾਹੁਲ ਗਾਂਧੀ ਹੋਵੇ, ਉਹ ਭਾਵੇਂ ਪੋਲੀਟੀਕਲ ਲਾਹਾ ਲੈਣ ਲਈ ਸਾਹਮਣੇ ਆਉਂਦੀਆਂ, ਪਰ ਉਹਨਾਂ ਦਾ ਕਿਸੇ ਗਲਤ ਗੱਲ ਦੇ ਉੱਪਰ ਆ ਕੇ ਖੜੇ ਹੋਣਾ ਤੇ ਉਹਦੇ ਉੱਪਰ ਉਹਨੂੰ ਕੰਡੈਮ ਕਰਨਾ, ਇਹਨੂੰ ਮੈਂ ਐਪਰੀਸ਼ੀਏਟ ਹੀ ਕਰੂੰਗਾ। ਭਾਵੇਂ ਉਹ ਕਿਸੇ ਵੀ ਮਨਸ਼ਾ ਦੇ ਨਾਲ ਆਉਂਦੇ ਆ, ਪਰ ਦੁਨੀਆ ਤੱਕ ਇਹ ਮੈਸੇਜ ਤਾਂ ਜਾਂਦਾ, ਜੇ ਗਲਤ ਨੂੰ ਗਲਤ ਕਹਿੰਦੇ ਹੋ, ਗਲਤ ਨੂੰ ਗਲਤ ਕਹਿਣਾ ਚਾਹੀਦਾ, ਔਰ ਯੂਥ ਨੂੰ ਇਸ ਗਲਤ ਨੂੰ ਗਲਤ ਕਹਿੰਦੇ ਰਹਿਣਾ ਚਾਹੀਦਾ। ਇੰਡੀਆ ਦੇ ਵਿੱਚ ਇਹਦੀ ਬਹੁਤ ਲੋੜ ਹੈ। ਕਨਈਆ ਦੀ ਜਦੋਂ ਮੈਂ ਸਪੀਚ ਸੁਣ ਰਿਹਾ ਸੀ, ਇੱਕ ਗੱਲ ਕਹੀ ਗਈ ਸੀ ਉਹਨਾਂ ਨੇ ਇਹ ਕਿਹਾ ਸੀ ਕਿ ਜੇ ਅਫਜ਼ਲ ਗੁਰੂ ਜਾਂ ਹੋਰ ਜਿਹੜੇ ਵੀ ਇੰਡੀਆ ਵਿੱਚ ਪੋਲੀਟੀਕਲ ਪ੍ਰਿਜ਼ਨਰ ਨੇ, ਜੇ ਉਹਨਾਂ ਦੀ ਗੱਲ ਯੂਨੀਵਰਸਿਟੀ 'ਚ ਨਾ ਹੋਵੇ, ਜੇ ਉਹਨਾਂ ਉੱਤੇ ਡਿਬੇਟ ਯੂਨੀਵਰਸਿਟੀ ਵਿੱਚ ਨਾ ਹੋਵੇ ਤੇ ਹੋਰ ਕਿੱਥੇ ਹੋਵੇ? ਕੀ ਸਟੂਡੈਂਟਸ ਨੂੰ ਇਹ ਡਿਬੇਟ ਕਰਨ ਦਾ ਹੱਕ ਨਹੀਂ ਆ? ਕੀ ਇੰਡੀਆ ਦੀ ਸਰਕਾਰ ਹੁਣ ਸਟੂਡੈਂਟਸ ਕੋਲੋਂ ਡਿਬੇਟ ਕਰਨ ਦੀ ਵੀ ਹੱਕ ਖੋਊਗੀ? ਸਬਦੀਸ਼ ਜੀ, ਬਹੁਤੀਆਂ ਗੱਲਾਂ ਨਾਲ ਸਹਿਮਤ ਮੈਂ ਨਹੀਂ ਕਰਦਾ। ਹਾਲਾਤ ਸਾਡੇ ਮੁਲਕ ਦੇ ਇਹ ਬਣੇ ਨੇ ਕਿ ਜਦੋਂ ਇਹ ਮਾਮਲਾ ਉੱਠਿਆ ਸੀ ZTV ਵਾਲੇ ਉਦੋਂ ਵਾਰ-ਵਾਰ ਕਹਿੰਦੇ ਸੀ ਹੁਣ ਰਾਹੁਲ ਗਾਂਧੀ ਚੁੱਪ ਕਿਉਂ ਆ, ਰਾਹੁਲ ਗਾਂਧੀ ਚੁੱਪ ਕਿਉਂ ਆ, ਉਹ ਕਿਉਂ ਨਹੀਂ ਇਸ ਦੇਸ਼ ਧਰੋਹੀਆਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦਾ। ਜਦੋਂ ਰਾਹੁਲ ਗਾਂਧੀ ਨੇ ਉਹਦੇ ਉੱਤੇ ਬਿਆਨ ਦਿੱਤਾ ਤੇ ਉਹਨੇ ਕਿਹਾ ਕਿ ਵਿਦਿਆਰਥੀ ਵੱਖ-ਵੱਖ ਵਿਚਾਰਧਾਰਾਵਾਂ ਰੱਖਦੇ ਨੇ, ਉਹਨਾਂ ਨੂੰ ਹੱਕ ਹੈ ਕਿ ਉਹ ਆਪਣੀ ਵਿਚਾਰਧਾਰਾ ਦੀ ਗੱਲ ਕਰਨ। ਜਦੋਂ ਉਹਨਾਂ ਨੇ ਕਿਹਾ ਕਿ RSS ਦੀ ਮਰ ਚੁੱਕੀ ਤੇ ਬੀਤੇ ਹੋਏ ਯੁੱਗਾਂ ਦੀ ਵਿਚਾਰਧਾਰਾ ਦੇਸ਼ ਦੇ ਉੱਤੇ ਠੋਸੀ ਜਾ ਰਹੀ ਹੈ, ਤਾਂ ਉਹਦੇ ਖਿਲਾਫ ਵੀ ਕੋਰਟ ਦੇ ਵਿੱਚ ਅਰਜ਼ੀ ਪਾ ਦਿੱਤੀ ਗਈ ਕਿ ਰਾਹੁਲ ਦੇ ਖਿਲਾਫ ਵੀ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ। ਇਹਦੇ ਤੋਂ ਜ਼ਾਹਰ ਹੁੰਦਾ ਹੈ ਕਿ ਦੇਸ਼ ਨੂੰ ਜਿਸ ਪਾਸੇ RSS ਵਾਲੇ ਲਿਜਾਣਾ ਚਾਹੁੰਦੇ ਨੇ ਉਹ ਦੇਸ਼ ਦੇ ਹਿੱਤ ਵਿੱਚ ਨਹੀਂ ਹੈ। ਜਿਹੜਾ ਵੀ ਕੋਈ ਇਸ ਪਾਸੇ ਲੈ ਕੇ ਜਾਏਗਾ ਉਹ ਬੰਦਾ ਲਾਜ਼ਮੀ ਤੌਰ ਦੇ ਉੱਤੇ ਦੇਸ਼ ਦਾ ਨੁਕਸਾਨ ਕਰੇਗਾ। ਇੱਕ ਵੀਡੀਓ ਪਿਛਲੇ ਦਿਨਾਂ ਤੋਂ WhatsApp ਉੱਤੇ ਚੱਲ ਰਹੀ ਹੈ ਜਿਹਦੇ ਵਿੱਚ ਕਿਹਾ ਜਾਂਦਾ ਕਿ ਕਸ਼ਮੀਰ ਇੱਕ ਬੇਵਫਾ ਔਰਤ ਬਣ ਚੁੱਕਾ, ਜਿਹੜਾ ਖਾਂਦਾ ਸਾਡੇ ਕੋਲੋਂ ਆ, ਪਹਿਨਦਾ ਸਾਡੇ ਕੋਲੋਂ ਆ, ਅੱਖ ਮਟੱਕਾ ਗਵਾਂਢੀ ਨਾਲ ਕਰਦਾ। ਜੇ ਤੁਸੀਂ ਕਸ਼ਮੀਰ ਨੂੰ ਇੰਝ ਕਹੋਗੇ ਤੇ ਫਿਰ ਇਹ ਵੀ ਡਿਮਾਂਡ ਕਰੋਗੇ ਕਿ ਕਸ਼ਮੀਰ ਦੇ ਲੋਕ ਆਪਣੀ ਆਜ਼ਾਦੀ ਦੀ ਮੰਗ ਨਾ ਕਰਨ, ਤੇ ਕਿਉਂ ਨਾ ਕਰਨਗੇ ਉਹ ਮੰਗ। ਇਸ ਕਰਕੇ ਦੇਸ਼ ਦੇ ਉਹਨਾਂ ਲੋਕਾਂ ਨੂੰ ਜਿਹੜੇ ਬਹੁਤ ਜ਼ਿਆਦਾ ਇਸ ਗੱਲ ਦੇ ਇਮੋਸ਼ਨਲ ਨੇ ਕਿ ਦੇਸ਼ ਇੱਕ ਰਹਿਣਾ ਚਾਹੀਦਾ, ਉਹਨਾਂ ਨੂੰ ਇਹ ਵੀ ਸੋਚਣਾ ਪਏਗਾ ਕਿ ਦੇਸ਼ ਇੱਕ ਘੱਟ ਗਿਣਤੀਆਂ ਦੇ ਖਿਲਾਫ ਸਾਜ਼ਿਸ਼ਾਂ ਕਰਕੇ ਨਹੀਂ ਰਹਿ ਸਕਦਾ। ਬਿਲਕੁਲ ਸੰਦੀਪ ਜੀ, ਅਸੀਂ ਕੀ ਕਹਿਣਾ ਚਾਹੋਗੇ? ਦੇਖੋ ਹਰਪ੍ਰੀਤ ਜੀ, ਗੱਲ ਤਾਂ ਜਿਹੜੀ ਵੈਸੇ ਕਾਫੀ ਹੱਦ ਤੱਕ ਕਲੀਅਰ ਹੋ ਚੁੱਕੀ ਆ। ਸਿਡੇਸ਼ਨ ਦੇ ਕੇਸਿਸ ਗਿਲਾਨੀ ਸਾਹਿਬ ਦੇ ਵਿਰੁੱਧ ਹੋਣ, ਸਿਡੇਸ਼ਨ ਦੇ ਕੇਸਿਸ ਕਨਈਆ ਕੁਮਾਰ ਦੇ ਵਿਰੁੱਧ ਹੋਣ ਜਾਂ ਕਿਸੇ ਦੇ ਵੀ ਵਿਰੁੱਧ ਹੋਣ, ਉਹ ਅਨਐਕਸੈਪਟੇਬਲ ਨੇ। ਉਹਨਾਂ ਇਹੋ ਜਿਹੇ ਕੇਸਿਸ ਦੀ, ਇਹੋ ਜਿਹੇ ਲਾਜ਼ ਦੀ ਅੱਜ ਦੇ ਜ਼ਮਾਨੇ ਦੇ ਵਿੱਚ ਕੋਈ ਜਗ੍ਹਾ ਨਹੀਂ ਹੈਗੀ, ਹੋਰ ਸਪੈਸ਼ਲੀ ਜਦੋਂ ਝੂਠੇ ਹੋਣ। ਦੂਸਰੀ ਗੱਲ, ਪੋਲੀਟੀਕਲ ਪਾਰਟੀਜ਼ ਜਿੰਨੀਆਂ ਵੀ ਗਈਆਂ, ਭਾਵੇਂ ਉਹ ਕਾਂਗਰਸ ਗਈ ਹੋਵੇ, ਆਮ ਆਦਮੀ ਪਾਰਟੀ ਗਈ ਹੋਵੇ, ਦਲ ਖਾਲਸਾ ਗਿਆ ਹੋਵੇ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਗਈ ਹੋਵੇ, ਇਹਨਾਂ ਸਾਰਿਆਂ ਦੀ ਮੈਂ ਸ਼ਲਾਘਾ ਕਰਦਾ ਹਾਂ ਕਿ ਉਹ ਸੱਚ ਦੇ ਨਾਲ ਖੜੇ ਨੇ। ਜਿਹੜੇ ਬੰਦੇ ਇਸ ਚੀਜ਼ ਦੀ ਸ਼ਲਾਘਾ ਨਹੀਂ ਕਰਦੇ ਤੇ ਉਹਨਾਂ ਤੇ ਉਂਗਲ ਚੱਕਦੇ ਪਏ ਆ ਕਿ ਉੱਥੇ ਜਾ ਕੇ ਸੱਚ ਨਾਲ ਖੜੇ ਕਿਉਂ ਆ, ਮੈਂ ਉਹਨਾਂ ਲਈ ਮੇਰੇ ਕੋਲ ਸਿਰਫ ਇੱਕੋ ਹੀ ਸ਼ਬਦ ਹੈ ਕਿ ਮੈਨੂੰ ਉਹਨਾਂ ਦੀ ਸੋਚ ਤੇ ਤਰਸ ਆਉਂਦਾ ਆ। ਅਖੀਰ ਦੇ ਵਿੱਚ ਇੰਨਾ ਕਹਾਂਗਾ ਕਿ ਜਿਹੜੀ ਸਿਆਸਤ ਆ ਉਹ ਕੋਈ ਭੈੜੀ ਚੀਜ਼ ਨਹੀਂ ਆ। ਪੋਲੀਟਿਕਸ ਨੂੰ ਗੰਦਗੀ ਨਾ ਸਮਝੋ। ਅਗਰ ਉਹਨੂੰ ਐਕਚੁਅਲ 'ਚ ਤੁਸੀਂ ਦੇਸ਼ ਬਣਾਉਣਾ ਚਾਹੁੰਦੇ ਹੋ ਤੇ ਜਿਹੜੀ ਪੋਲੀਟਿਕਸ ਆ ਉਹ ਕਾਲਜ ਲੈਵਲ ਤੇ ਹੀ ਸ਼ੁਰੂ ਹੋਣੀ ਬਹੁਤ ਜ਼ਰੂਰੀ ਆ।
अगर उत्थों शुरू होवेगी तो चंगे लीडर्स आउणगे, अगर चंगे लीडर्स आउणगे तो तुहाडा देश बच जाएगा। सो पॉलिटिक्स नूं ऐ ना कहो कि हाँ उत्थे जिहड़े स्टूडेंट यूनीयन के लीडर्स ने इस टाइम पढ़ाई का नुकसान करते पे ने, उत्थे स्टूडेंट्स पढ़ नहीं पा रहे आ। मेरे हिसाब नाल जो काम अज की डेट के उत्ते स्टूडेंट यूनीयंस ने किया है, उन्होंने बहुत वड्डा पाठ ऑलरेडी पढ़ाता है नाल दे विद्यार्थियों नूं कि सच बोलन दी कुछ ना कुछ थोड़े चिर लई सज़ा शायद मिले, पर दुनिया तुहाडे नाल खड़दी आ जां इतिहास जरूर तुहाडे नाल खड़ेगा। सो गल यह है कि सियासत कोई माड़ी चीज़ नहीं, शर्त है कि वो चंगी नीयत ना किया जाए। तो मैं व्यूअर्स नूं भी ते जिहड़े पैनलिस्ट भी ने उन्होंने यह कहांगा कि सानू कॉलेज दे उत्ते यूथ नूं उत्साह करना चाहिए है कि वो पोलिटिकल पार्टीज़ नाल पोलिटिकल सिनेरियोज़ दे नाल ते अलग अलग सोच दे नाल जुड़न अते उन्हां सोच नूं अगे भी लैके आउण, ताइयों ही किसी भी देश का कुछ बन सकता है। जिथे यूथ अपना दिमाग ना यूज़ करके तोता बन जाए, वो देश तरक्कियां नहीं करता हुंदा। संदीप दिलराज जी डिबेट खत्म हो चुकी है। मैं तो लास्ट कमेंट ले लिया, थैंक यू फॉर योर लास्ट कमेंट। अखीर मैं अपने वालों यही कहना चाहूंगा, जदों तक इंडिया दे विच इदां दी सरकारां रहणगियां जो कि एक RSS वर्गी जथेबंदी के कहण ते चलदियां रहणगियां, उदों तक चाहे सिख होण, चाहे नागालैंड के लोग होण, चाहे कोई होर होवे, जिहड़ा भी बंदा जागदा होऊगा वो आज़ादी की गल करूगा तो वो आज़ादी मंगण दा हक भी है। ਇਹਦੇ ਨਾਲ ਹੀ मैं दर्शकों ਨੂੰ ਇੱਥੇ ਇੱਕ ਅਨਾਉਂਸਮੈਂਟ ਕਰਨਾ ਚਾਹੁੰਦਾ ਹਾਂ ਕਿ ਸਾਡਾ ਭੱਖ ਦੀਆਂ ਖਬਰਾਂ ਦਾ ਜਿਹੜਾ ਪ੍ਰੋਗਰਾਮ ਆ ਹੁਣ ਸੰਡੇ ਤੋਂ ਲੈ ਕੇ ਵੀਰਵਾਰ ਤੱਕ 8:30 ਵਜੇ ਟੋਰਾਂਟੋ ਟਾਈਮ ਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ। ਮੈਂ ਫਿਰ ਤੋਂ ਦੱਸਦਾ, ਸੰਡੇ ਤੋਂ ਲੈ ਕੇ ਵੀਰਵਾਰ ਤੱਕ ਤੁਸੀਂ 8:30 ਦੇ ਹਿਸਾਬ ਨਾਲ ਦੇਖ ਸਕਦੇ ਹੋ। ਸਿਰਫ ਜੇ ਕੋਈ ਭੱਖ ਦੀ ਖਬਰ ਸ਼ੁੱਕਰਵਾਰ ਜਾਂ ਸ਼ਨੀਵਾਰ ਨੂੰ ਆ ਜਾਂਦੀ ਆ ਤੇ ਮੈਂ ਸਾਰੇ ਪੈਨਲਿਸਟ ਨੂੰ ਫਿਰ ਤੋਂ ਕਹਾਂਗਾ ਕਿ ਅਸੀਂ ਸ਼ਾਇਦ भग दी खबर का, क्योंकि इंडिया जो इस टाइम हालात बने हुए ने काफ़ी नाजुक ने, जो कोई भग की खबर सामने आती है तो शायद असी फ्राइडे या सैटरडे को एक अर्जेंट भग दी खबर का सैगमेंट जरूर प्रस्तुत करांगे। रेगूलर जो सैगमेंट है वो संडे तो लैके थर्सडे तक 8:30 बजे होगा। ये नाल ही मैं सारे पैनलिस्ट का धन्यवाद करता हूँ, तुसीं सारे मेरे नाल जुड़े, अपने कीमती विचार साझे किए। इत्थे सानू सारिआं नूं दो इजाजत, धन्यवाद। धन्यवाद जी।